The Harjeet Gill Show, only on Shere Punjab Radio, AM 600, your favorite news talk station. ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਵੀਰਵਾਰ ਦਾ ਦਿਨ 1 ਅਕਤੂਬਰ ਵਰ੍ਹਾ 2020 ਦਾ 16 ਆਸੂ ਨਾਨਕ ਸੰਮਤ 552। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ NDP ਲੀਡਰ ਸਰਦਾਰ ਜਗਮੀਤ ਸਿੰਘ ਸ਼ਾਮਲ ਹੋਣਗੇ। ਉਹਨਾਂ ਤੋਂ ਪੁੱਛਾਂਗੇ ਆਟਵਾ ਦੇ ਵਿੱਚ ਕੀ ਹੋ ਰਿਹਾ, ਲਿਬਰਲਜ਼ ਨਾਲ ਜਿਹੜੀ ਸਾਂਝ ਭਿਆਲੀ ਹੈ ਇਹ ਕਿੰਨੀ ਕੁ ਦੂਰ ਤੱਕ ਜਾਣੀ ਹੈ, ਇਹ 'ਚ ਕੀ ਹੋਣਾ ਚਾਹੀਦਾ ਹੈ, ਲੋਕਾਂ ਦੀਆਂ ਮੰਗਾਂ ਕੀ ਨੇ। ਬਾਹਰ ਇੱਕ ਸੁਨੇਹਾ ਜਾ ਰਿਹਾ ਹੈ ਕਿ NDP ਲਿਬਰਲਜ਼ ਦੇ ਨਾਲ ਬਹੁਤ ਕੋਜ਼ੀ ਹੋ ਗਈ, ਸੋ ਇਸ ਦੀ ਗੱਲਬਾਤ ਹੋਏਗੀ। ਉਸ ਤੋਂ ਬਾਅਦ ਮੇਨ ਟੌਪਿਕ ਅੱਜ ਦਾ ਜਿਹੜਾ ਹੋਏਗਾ ਗੈਂਗ ਲਾਈਫ ਦੇ ਬਾਰੇ। ਗੈਂਗ ਲਾਈਫ ਕੀ ਹੈ, ਆਰਗੇਨਾਈਜ਼ਡ ਕ੍ਰਾਈਮ ਕੀ ਹੈ, ਗੈਂਗ ਲਾਈਫ ਕੀ ਹੈ ਅਤੇ ਕੋਰੀਅਰ ਕੀ ਨੇ। ਇਹ ਤਿੰਨੇ ਗੱਲਾਂ ਹੋਣਗੀਆਂ। SFU ਦੇ ਸੀਨੀਅਰ ਕ੍ਰਿਮੀਨੋਲੋਜਿਸਟ ਡਾਕਟਰ ਰੌਬ ਗਾਰਡਨ ਮੇਰੇ ਨਾਲ ਸ਼ਾਮਲ ਹੋਣਗੇ 9:30 ਵਜੇ। ਉਹਨਾਂ ਨੂੰ ਪੁੱਛਾਂਗੇ, ਕਲਾਸੀਫਿਕੇਸ਼ਨ ਕਰਾਂਗੇ ਬਈ ਫਰਕ ਕੀ ਹੈ, ਡਿਫਰੈਂਸਿਸ ਕੀ ਨੇ, ਕਿਉਂਕਿ ਲੇਟਲੀ ਪਿਛਲੇ 10 ਦਿਨਾਂ ਤੋਂ ਲੋਅਰ ਮੇਨਲੈਂਡ ਦੇ ਵਿੱਚ ਸ਼ੂਟਿੰਗ ਹੋ ਰਹੀ ਹੈ। ਰਾਤ ਨਾਰਥ ਵੈਨ ਦੇ ਵਿੱਚ ਫੇਰ ਗੋਲੀਆਂ ਚੱਲੀਆਂ ਨੇ, ਇੱਕ ਜਣਾ ਜ਼ਖਮੀ ਹੈ। ਵੀਕਐਂਡ 'ਤੇ ਇੱਕ ਕਤਲ ਹੋਇਆ ਸਰੀ ਦੇ ਵਿੱਚ 186 ਤੇ ਫਰੇਜ਼ਰ 'ਤੇ 186 186 ਸਟਰੀਟ 'ਤੇ ਫਰੇਜ਼ਰ ਹਾਈਵੇ 'ਤੇ ਕ੍ਰਿਸਟਨ ਖੋਰੀ 29 ਸਾਲ ਦਾ ਉਹਦੇ ਵਿੱਚ ਮਾਰਿਆ ਗਿਆ। ਅਤੇ ਇਹ ਗੱਲ ਕੀ ਹੈ, ਯੂਨਾਈਟਡ ਨੇਸ਼ਨ ਰੋਸ਼ੇ ਤੋਂ ਸ਼ੁਰੂ ਹੋਇਆ, ਦੂੜੇ ਗਰੁੱਪ ਅਤੇ ਰੈੱਡ ਸਕਾਰਪੀਅਨ ਇਕੱਠੇ ਇਹ ਮੁੰਡੇ ਤਕੜੇ ਹੋਏ। ਬੇਕਨ ਬ੍ਰਦਰਜ਼ ਅਤੇ ਬੇਕਨ ਬ੍ਰਦਰਜ਼ ਦੇ ਵਿੱਚੋਂ ਇੱਕ ਮਾਰਿਆ ਗਿਆ, 2 ਜੇਲ੍ਹ ਦੇ ਵਿੱਚ ਨੇ। ਸਰੀ 6 ਮਰਡਰ ਦੇ ਵਿੱਚ ਕੀ ਕਹਾਣੀਆਂ, ਬ੍ਰਦਰਜ਼ ਕੀਪਰਸ ਕੀ ਨੇ, ਗਰੇਵਾਲ ਅਤੇ ਕੰਗ ਬ੍ਰਦਰਜ਼ ਦਾ ਕੀ ਹੋ ਰਿਹਾ। ਇਹ ਜਿਹੜਾ ਰੈਪਰਜ਼ ਇਹਨਾਂ ਦੇ ਗੀਤ ਬਣਾ ਲੈਂਦੇ ਨੇ ਅਤੇ ਉਸ ਤੋਂ ਬਾਅਦ ਲੋਕ ਇਹਨਾਂ ਵੱਲ ਪ੍ਰੇਰਿਤ ਹੋ ਜਾਂਦੇ ਨੇ, ਨੌਜਵਾਨ ਪੀੜ੍ਹੀ ਇਹਨਾਂ ਵੱਲ ਪ੍ਰੇਰਿਤ ਹੋ ਜਾਂਦੀ ਹੈ। ਅਤੇ ਡਾਕਟਰ ਗਾਰਡਨ ਉਹਨਾਂ ਤੋਂ ਪੁੱਛਾਂਗੇ ਵੀ ਇਹਦੇ ਵਿੱਚ ਕੀ ਸਾਨੂੰ ਸੋਚਣ ਦੀ ਲੋੜ ਹੈ ਕਮਿਊਨਿਟੀ, ਕਿਉਂਕਿ ਜਦ ਗੋਲੀ ਚੱਲਦੀ ਹੈ ਤਾਂ ਗੈਂਗ ਲਾਈਫ ਦੀ ਗੱਲ ਨਾਲ ਹੀ ਰਾਜਨੀਤੀ 'ਚ ਕੀ ਹੋ ਰਿਹਾ। ਪੋਲਸ ਜਿਹੜੀਆਂ ਆ ਰਹੀਆਂ, ਉਹ ਪੋਲਸ ਕੀ ਕਹਿ ਰਹੀਆਂ ਨੇ। ਪੋਲਸ ਦੇ ਵਿੱਚ ਜਿਹੜੀ NDP ਅੱਗੇ ਹੈ ਲੀਡਰ ਦੇ ਤੌਰ 'ਤੇ ਵੀ, ਪਾਰਟੀ ਦੇ ਤੌਰ 'ਤੇ, ਕੀ ਉਹ 24 ਅਕਤੂਬਰ ਤੱਕ ਇਹ ਲੀਡ ਬਰਕਰਾਰ ਰੱਖੇਗੀ। ਹਾਲੇ ਵੀ ਬ੍ਰਿਟਿਸ਼ ਕੋਲੰਬੀਅਨਸ ਗੁੱਸੇ ਨੇ ਕਿ ਇਹ ਚੋਣਾਂ ਕਿਉਂ ਹੋਈਆਂ, ਪਰ ਜੇ ਉਹ ਕਾਮਨ ਗਰਾਊਂਡ 'ਤੇ ਸੋਚਣ ਕਿ ਚੋਣਾਂ ਤਾਂ ਹੋਣੀਆਂ ਹੀ ਸੀ, ਮਈ ਦੇ ਵਿੱਚ ਵੀ ਹੋਣੀਆਂ ਸੀ। ਕੋਈ ਵੀ ਰਾਜਨੀਤਿਕ ਪਾਰਟੀ ਜੇ ਇੱਥੇ ਲਿਬਰਲ ਹੁੰਦਾ, ਲਿਬਰਲ ਨੇ ਵੀ ਜਿਹੜੀ ਰੱਸੀ ਖਿੱਚ ਦੇਣੀ ਸੀ। ਇਹ ਕੰਜ਼ਰਵੇਟਿਵ ਪਾਰਟੀ BC ਦੀ, ਉਹਦੀ ਵੀ ਕਿਤੇ ਕਿਤੇ ਗੱਲ ਚੱਲਦੀ ਹੈ। ਬੇੜਾ ਵਿਹਾ ਚੁੱਕੀ ਪਾਰਟੀ ਹੈ, ਉਸਨੇ ਕਈ ਪੰਜਾਬੀ ਕੈਂਡੀਡੇਟ ਖੜ੍ਹੇ ਕੀਤੇ ਸੀ ਪਿਛਲੇ ਸਮਿਆਂ ਦੇ ਵਿੱਚ, ਮੁੜ ਕੇ ਉਹਨਾਂ 'ਤੇ ਚਾਰਜਸ ਵਗੈਰਾ ਲੱਗ ਗਏ ਅਤੇ ਫਿਰ ਉਹ ਪਾਰਟੀ ਦਾ ਬਾਹਲਾ ਮਾਣ ਨਾ ਹੋਇਆ। ਪਾਰਟੀ ਦੇ ਉੱਪਰ ਪ੍ਰਭਾਵ ਵੀ ਹੈ, ਕੁਛ ਮੀਡੀਆ ਦੇ ਵਿੱਚੋਂ ਵੀ ਲੋਕਾਂ ਦਾ ਪ੍ਰਭਾਵ ਹੈ, ਸੀਟਾਂ ਸੂਟਾਂ ਦਵਾ ਦਿੰਦੇ ਨੇ, ਪਰ ਉਹ ਗੱਲ ਕਿਤੇ ਨਹੀਂ ਜਾਂਦੀ। ਇਸ ਦੀ ਗੱਲ ਇਹ ਹੈ ਵੀ ਹਾਰਨ ਵਾਲਿਆਂ ਦਾ ਹੁਣ ਵੀ ਸੂਬੇ ਦੇ ਵਿੱਚ, ਸਰੀ ਦੇ ਵਿੱਚ NDP ਦਾ ਗੜ੍ਹ ਮੰਨਣ ਜਾਣ ਵਾਲੀਆਂ ਸੀਟਾਂ ਦੇ ਉੱਪਰ ਅਨਨੋਨ ਬੰਦੇ ਲਿਬਰਲ ਦੇ ਜਿਹੜੇ ਖੜ੍ਹ ਜਾਣਾ, ਇਸ 'ਤੇ ਵੀ ਬੜੀ ਚਰਚਾ ਸਰੀ 'ਚ ਛਿੜੀ ਹੋਈ ਹੈ ਕਿ ਇਹਨਾਂ ਨੂੰ ਖੜਾਉਣ ਵਾਲਾ ਕੌਣ ਹੈ। ਕੀ ਕਿਸੇ ਫੈਡਰਲ ਚੋਣ ਦੇ ਵਿੱਚ ਯਾਰੀ ਅਤੇ ਫੈਡਰਲ ਚੋਣ ਦੀ ਮਦਦ ਦੇ ਵਿੱਚ ਤਾਂ ਨਹੀਂ ਇਹ ਜਿਹੜੇ ਮਾੜੇ ਕੈਂਡੀਡੇਟ ਖੜ੍ਹੇ ਕੀਤੇ ਜਾ ਰਹੇ। ਇਹਦੇ ਪਿੱਛੇ ਕੌਣ ਹੈ ਜਿਹੜਾ ਇਹ ਗੱਲ ਨੂੰ ਘੁਮਾਉਂਦਾ। ਪਰ ਕੋਈ ਵੀ ਘੁਮਾਵੇ, ਲਿਬਰਲ ਪਾਰਟੀ ਨੂੰ, BC ਦੀ ਲਿਬਰਲ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਵੀ ਕਿਹੜੀ ਜਗ੍ਹਾ ਅਸੀਂ ਕਿਹਨੂੰ ਖੜਾ ਰਹੇ ਹਾਂ। ਡਿਸੀਜ਼ਨ ਉਹਨਾਂ ਦਾ, ਡਿਸੀਜ਼ਨ ਖੜਨ ਵਾਲੇ ਦਾ, ਪਰ ਸੋਲਿਡ ਗਰਾਊਂਡ 'ਤੇ ਕੁਛ ਖੜਨਾ ਚਾਹੀਦਾ। ਜੇ ਇਹ ਕਹੀਏ ਕਿ ਬਈ ਇਹ ਜਿਹੜਾ ਰਾਜਨੀਤੀ 'ਚ ਜਦ ਪੈਰ ਪਾਉਣਾ ਹੈ ਅਤੇ ਉਹ ਬਿਲਕੁਲ ਇਹ ਹਰੇਵਾਈ 'ਚ ਹੋਊ, ਇਹ ਨਹੀਂ ਹੁੰਦਾ। ਇਹ ਤਾਂ ਆਪਣੀ ਜਗ੍ਹਾ ਆਪ ਮੜਕਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਗੱਲਾਂ ਬਣਦੀਆਂ ਨੇ ਅਤੇ ਬਹੁਤ ਸਮਾਂ ਲੱਗਦਾ ਸਥਾਪਿਤ ਹੋਣ ਨੂੰ। 20 ਵਰ੍ਹੇ 30 ਵਰ੍ਹੇ ਲੋਕ ਤੁਰੇ ਫਿਰਦੇ ਆ ਅਤੇ ਲੌਂਗ ਟਰਮ ਵਿੱਚ ਪਲੈਨਿੰਗ ਹੈ। ਅਤੇ ਦੂਸਰੀ ਫਲੀਟਵੁੱਡ ਦੀ ਕੰਸਟੀਚੁਐਂਸੀ ਦੇ ਵਿੱਚ ਜਿਹੜੀ ਵੋਟਰ
ਮੇਲ ਐਂਡ ਬੈਲਟ ਦੀ ਗੱਲ ਹੋਈ ਸੀ, ਉਹ ਮੇਲ ਐਂਡ ਬੈਲਟ ਦੀ ਗੱਲ ਜਿਹੜੀ ਖਬਰ ਹਲੇ ਖੜ ਨਹੀਂ ਰਹੀ, ਉਹ ਖਬਰ ਜਿਹੜੀ ਹੈ ਉਹਨੂੰ ਮੇਨ ਸਟ੍ਰੀਮ ਮੀਡੀਆ ਨੇ ਵੀ ਉਸ ਨੂੰ ਚੱਕਿਆ। ਉਹਦੇ ਵਿੱਚ ਕੋਈ ਵੀ ਜਿਹੜੀ ਸਟੇਟਮੈਂਟ ਉਮੀਦਵਾਰ ਲਿਬਰਲ ਦੇ ਗੈਰੀ ਥਿੰਦ ਵੱਲੋਂ ਆਈ ਆ, ਉਹ ਕਹਿੰਦੇ ਵੀ ਮੈਂ ਇਸ ਬਾਰੇ ਨਹੀਂ ਜਾਣਦਾ ਕਿਸੇ ਨੇ ਜੇ ਆਰਗੇਨਾਈਜ਼ ਕੀਤੀ ਆ, ਮੈਂ ਇਹਦਾ ਪਾਰਟ ਨਹੀਂ, ਮੈਂ ਇਲੈਕਸ਼ਨ ਲੜਦਾ ਰਿਹਾ। ਇਹੀ ਤਾਂ ਗੱਲ ਲੋਕ ਕਹਿੰਦੇ ਨੇ ਜਿਹੜੇ ਬੰਦੇ ਨੇ ਇਸ ਸਿਸਟਮ ਦੇ ਵਿੱਚ 2 ਵਾਰ ਪਾਰਟਿਸਿਪੇਟ ਕੀਤਾ ਹੋਵੇ ਸਿਟੀ ਇਲੈਕਸ਼ਨ ਦੇ ਵਿੱਚ, ਉਹਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਬਾਹਰ ਭੇਜਣਾ, ਕੀ ਅਸੀਂ ਗੱਲ ਕਰਨੀ ਹੈ ਤੇ ਕੀ, ਕਿਉਂਕਿ ਜਿਹੜਾ ਵੀ ਆਪਾਂ ਨੂੰ ਇਹ ਨੋਰਮਲ ਲੱਗਦੀ ਹੈ ਕਿਉਂਕਿ ਅਸੀਂ ਫੋਨਾਂ 'ਤੇ ਇਸ ਤਰ੍ਹਾਂ ਫੜਾਉਂਦੇ ਆਏ, ਐਪਲੀਕੇਸ਼ਨਾਂ ਦਿੰਦੇ ਆਏ ਕਿ ਆਹ ਲਓ ਜੀ ਮੇਰਾ ਸਿਨ ਲੈ ਲਓ, ਆਹ ਕ੍ਰੈਡਿਟ ਕਾਰਡ ਲੈ ਲਓ। ਪਰ ਜੇ ਤੁਸੀਂ ਇੱਥੇ ਦੇ ਕਿਸੇ ਮੇਨ ਸਟ੍ਰੀਮ ਦੇ ਬੰਦੇ ਨੂੰ ਪੁੱਛੋ ਵੀ ਆ ਦਈ ਤਾਂ ਸਿਨ ਨੰਬਰ, ਤਾਂ ਉਹ ਫਿਰ ਦੱਸਦਾ ਹੈ ਕਿ ਅੱਛਾ ਅਲਾਰਮਿੰਗ ਹੈ। ਉਹ ਕਹਿੰਦੇ ਸਾਡੇ ਲਈ ਇਹ ਬਹੁਤ ਵੱਡੀ ਚੀਜ਼ ਹੈ ਜਿਹੜੀ ਸਾਡੇ ਲਈ, ਜਿਸ ਨੂੰ ਅਸੀਂ ਉਸੇ ਸਮੇਂ ਲੈਂਦੇ ਹਾਂ। ਇੱਕ ਹੋਰ, ਭਾਈਚਾਰੇ ਨੂੰ ਪਲੀਜ਼, ਅਸੀਂ ਰਾਜਨੀਤੀ ਦੇ ਵਿੱਚ ਬਹੁਤ ਇਨਵੋਲਵ ਹੈ, ਪਰ ਥੋੜ੍ਹਾ ਜਿਹਾ ਸਾਨੂੰ ਸਮਝਦਾਰ ਇਸ ਗੱਲ ਤੋਂ ਹੋਣਾ ਚਾਹੀਦਾ ਕਿ BC ਦੀ ਲਿਬਰਲ ਤੇ ਫੈਡਰਲ ਲਿਬਰਲ, ਟਰੂਡੋ ਦੀ ਲਿਬਰਲ ਤੇ ਵਿਲਕਿੰਸਨ ਦੀ ਲਿਬਰਲ, ਇਹ 2 ਅਲੱਗ ਪਾਰਟੀਆਂ ਨੇ। ਇਹ ਖਾਸ ਖਿਆਲ ਰੱਖਣਾ ਪਲੀਜ਼ ਕਿ ਦੋਨੇ ਅਲੱਗ ਪਾਰਟੀਆਂ ਨੇ ਇਹ। ਜੇ ਤੁਹਾਨੂੰ ਯਾਦ ਹੋਵੇ ਡਾਇਨ ਵਾਟਸ ਸਾਬਕਾ ਮੇਅਰ ਸਰੀ ਦੇ, ਜਿਹੜੇ ਕੰਸਰਵੇਟਿਵ ਦੇ MP ਸਨ ਸਾਊਥ ਸਰੀ ਤੋਂ, ਮੁੜ ਕੇ ਉਹਨਾਂ ਨੇ BC ਲਿਬਰਲ ਦੀ ਲੀਡਰਸ਼ਿਪ ਦੀ ਚੋਣ ਲੜੀ ਸੀ। ਮਤਲਬ ਕਿ ਜਿਹੜੇ BC ਦੇ ਵਿੱਚ ਲਿਬਰਲ BC ਲਿਬਰਲ ਨੇ, ਉਹ ਫੈਡਰਲ ਕੰਸਰਵੇਟਿਵ ਨੂੰ ਅਲਾਈਨ ਕਰਦੇ ਆ। ਉਹਨਾਂ ਦੀਆਂ ਵੈਲਿਊਜ਼ ਜਿਹੜੀਆਂ, ਸੋਚਣ ਦਾ ਢੰਗ, ਉਹਨਾਂ ਦਾ ਕੰਮ ਕਰਨ ਦਾ ਢੰਗ ਉੱਧਰ ਨੂੰ ਜਾਂਦਾ। NDP ਇੱਕੋ ਹੀ ਹੈ, ਪ੍ਰੋਵਿੰਸ਼ੀਅਲ ਤੇ ਫੈਡਰਲ, ਪਰ 2 ਟੀਅਰ ਪ੍ਰੋਗਰਾਮ ਹੈ। ਸੂਬੇ ਦੀ NDP ਦੇ ਵਿੱਚ ਫੈਡਰਲ NDP ਦਖਲਅੰਦਾਜ਼ੀ ਨਹੀਂ ਕਰਦੀ, ਲੀਡਰ ਇੱਕੋ ਹੀ ਹੈ। ਜਗਮੀਤ ਸਿੰਘ ਇਹ ਲੀਡਰ ਹੈ ਸਾਰੀ NDP ਦਾ। ਪਰ ਜੇ ਕਹੋ ਵੀ BC ਦੀ NDP ਦੇ ਵਿੱਚ ਜਗਮੀਤ ਸਿੰਘ ਹੋਣੀ ਕੁਛ ਗੱਲ ਕਰਨ, ਜਾਂ ਜਗਮੀਤ ਸਿੰਘ ਦੀ ਇਲੈਕਸ਼ਨ ਦੇ ਵਿੱਚ BC ਦੀ NDP ਕੁਛ ਕਰੇ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਸਟੇਜਾਂ ਸਾਂਝੀਆਂ ਹੋ ਸਕਦੀਆਂ ਨੇ ਕੈਂਪੇਨ ਦੇ ਵਿੱਚ। ਇਸ ਕੈਂਪੇਨ ਦੇ ਵਿੱਚ ਜਗਮੀਤ ਸਿੰਘ ਆ ਸਕਦੇ ਨੇ। ਜਗਮੀਤ ਸਿੰਘ ਦੀ ਕੈਂਪੇਨ ਦੇ ਵਿੱਚ ਜੌਨ ਹੌਰਗਨ ਉਹਨਾਂ ਨੇ ਵਿਕਟੋਰੀਆ ਦੇ ਵਿੱਚ ਸਟੇਜ ਸਾਂਝੀ ਕੀਤੀ ਸੀ। ਸੋ ਇਸ ਨੂੰ ਸਮਝਣ ਦੀ ਲੋੜ ਹੈ। ਟਰੂਡੋ ਦੀ ਲਿਬਰਲ ਫੈਡਰਲ ਹੋਰ ਹੈ, ਜਿਹੜੀ ਫੈਡਰਲ ਸਾਡੀ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ, ਤੇ ਸੂਬੇ ਦੀ ਜਿਹੜੀ ਲਿਬਰਲ ਹੈ ਉਹ BC ਲਿਬਰਲ ਹੈ। ਦੋਨੇ ਪਾਰਟੀਆਂ ਦਾ ਆਪਸ ਵਿੱਚ ਕੋਈ ਵੀ ਤਾਲਮੇਲ ਨਹੀਂ, ਨਾ ਹੀ ਉਹ ਇੱਕ ਪਾਰਟੀ ਹੈ। ਮਤਾ ਕਿਤੇ ਖਿਆਲ ਕਰੋ ਵੋਟਾਂ ਦੇ ਸਮੇਂ ਜੀ ਸਾਨੂੰ ਫੈਡਰਲ, ਅਸੀਂ ਲਿਬਰਲ ਹਾਂ ਤਾਂ ਸੂਬੇ ਦੀ ਲਿਬਰਲ ਵੀ ਉਹੀ ਆ, ਇਹ ਨਹੀਂ। ਇਹ ਹੋਰ ਪਾਰਟੀ ਹੈ, ਉਹ ਹੋਰ ਪਾਰਟੀ ਹੈ। ਸੋ ਇਹ ਸਾਨੂੰ ਹਲੇ ਸਮਾਂ ਲੱਗਣਾ ਇਸ ਅਵੇਅਰਨੈਸ ਦੇ ਵਿੱਚ, ਤੇ ਕਿ ਅਸੀਂ ਕੀ ਇਹ 'ਚ ਕਰ ਸਕਦੇ ਹਾਂ, ਕੀ ਸਾਨੂੰ ਕਰਨਾ ਚਾਹੀਦਾ, ਕੀ ਸੋਚਣਾ ਚਾਹੀਦਾ। ਪ੍ਰੋਗਰਾਮ ਸ਼ੇਰੇ ਪੰਜਾਬ ਰੇਡੀਓ ਤੋਂ AM 600 ਤੋਂ ਚੱਲ ਰਹੇ ਨੇ। ਸਟੂਡੀਓ ਜਿਹੜਾ 20,800 20800 ਵੈਸਟਮਿੰਸਟਰ ਹਾਈਵੇ, ਜਿੱਥੇ ਪੁਰਾਣਾ ਸ਼ੇਰੇ ਪੰਜਾਬ ਰੇਡੀਓ ਚੱਲਦਾ ਸੀ, ਉਹੀ ਸ਼ੇਰੇ ਪੰਜਾਬ ਰੇਡੀਓ ਦਾ ਨਾਂ ਉੱਥੇ ਕੰਧ 'ਤੇ ਰਿਹਾ। ਉੱਥੇ ਹੀ ਅਸੀਂ 3ਜੀ ਮੰਜ਼ਲ 'ਤੇ ਹਾਂ, ਅਤੇ 91 ਕੋਲ ਦੀ ਲੰਘਦਾ, ਗੱਡੀਆਂ ਤੁਹਾਡੀਆਂ ਜਾਂਦੀਆਂ ਆਉਂਦੀਆਂ ਵੇਖਦੇ ਹਾਂ ਸ਼ੀਸ਼ਿਆਂ ਦੇ ਵਿੱਚ ਦੀ। ਅਤੇ ਪ੍ਰੋਗਰਾਮ ਨੂੰ ਤੁਸੀਂ ਕਿੱਥੇ ਅੱਗੇ ਵੀ ਭੇਜਣਾ ਤਾਂ ਸ਼ੇਰੇ ਪੰਜਾਬ radio.ca 'ਤੇ ਤੁਸੀਂ ਹੁਣ ਸੁਣ ਰਹੇ ਹੋ ਇਹਨੂੰ। ਅਤੇ ਐਪ ਆ ਜਿਹੜਾ ਵਿਦਨ 5 ਜਾਂ 10 ਦਿਨਾਂ ਦੇ ਵਿੱਚ ਐਪ ਤੁਹਾਡੇ ਲਈ ਚੱਲਦਾ ਹੋ ਜਾਣਾ। ਲਾਈਵ ਤੁਸੀਂ ਇੱਥੇ ਸੁਣ ਰਹੇ ਹੋ ਹੁਣ, ਅਤੇ ਇੱਥੇ ਤੁਸੀਂ ਨਾਲ ਹੀ ਇਸ ਨੂੰ ਫੇਸਬੁੱਕ 'ਤੇ ਲਾਈਵ ਵੀ ਵੇਖਿਆ ਕਰੋਗੇ, YouTube 'ਤੇ ਲਾਈਵ ਵੀ ਵੇਖਿਆ ਕਰੋਗੇ। 778 222 0600 778 222 0600 ਇੱਥੇ ਤੁਸੀਂ ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ 778 222 0600 ਤੇ। ਇਹ ਸਾਡਾ ਔਨ ਏਅਰ ਨੰਬਰ ਹੈ। ਬਾਕੀ ਮੈਂ ਜਗਮੀਤ ਸਿੰਘ ਦੀ ਵੇਟ ਕਰ ਰਿਹਾ, ਉਹਨਾਂ ਨੇ ਫੋਨ ਕਰਨਾ ਸੀ, ਸ਼ਾਇਦ ਉਹਨਾਂ ਦਾ ਫੋਨ ਆ ਵੀ ਰਿਹਾ, ਅਤੇ 9:10 ਦਾ ਸਮਾਂ ਸੀ ਉਹਨਾਂ ਨਾਲ, ਅਤੇ ਉਹਨਾਂ ਨੇ ਗੱਲਬਾਤ ਕਰਨੀ ਹੈ। ਅਤੇ ਕੀ ਹੋ ਰਿਹਾ
ਸੈਂਟਰ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰਾਂਗੇ। ਚੋਣਾਂ ਦੀ ਜੇ ਗੱਲ ਕਰੀਏ, ਚੋਣਾਂ ਦੇ ਵਿੱਚ ਹੁਣ ਉਸ ਜਗ੍ਹਾ ਤੋਂ ਅਸੀਂ ਅੱਗੇ ਆ ਗਏ ਆ ਕਿ ਵੋਟਾਂ ਪਾਉਣੀਆਂ ਚਾਹੀਦੀਆਂ ਸੀ, ਜੇ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ, ਇਹ ਇਸ਼ੂ ਨਹੀਂ ਹੈ। ਹੁਣ ਜਿਹੜੀ ਚੀਜ਼ ਲੰਘ ਗਈ, ਹਫ਼ਤਾ 10 ਦਿਨ ਹੋ ਗਏ, ਹੁਣ ਕੰਸੀਡਰ ਕਰੋ ਕਿ ਕਿਹੜੀ ਪਾਰਟੀ ਦਾ ਕੀ ਪਲੇਟਫਾਰਮ ਆ ਅਤੇ ਕੀ ਪਾਰਟੀ ਸਾਡੇ ਲਈ ਕਰੇਗੀ। ਸਾਡੇ ਲੋਕਲ ਇਨਫਰਾਸਟਰਕਚਰ ਦੀ ਗੱਲ, ਸਾਡੀਆਂ ਜੌਬਸ ਦੀ ਗੱਲ, ਸਾਡੀ ਸੇਫਟੀ ਦੀ ਗੱਲ, ਤੁਹਾਡੇ ਸ਼ਹਿਰ ਦੇ ਕੀ ਮੁੱਦੇ ਨੇ, ਤੁਹਾਡੇ ਲੋਕਲ MLA ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਤੱਕ ਉਹ ਮੁੱਦੇ ਜਾਣੇ ਚਾਹੀਦੇ ਕਿ ਤੁਸੀਂ ਕੀ ਸੋਚਦੇ ਹੋ, ਕਿਸ ਤਰ੍ਹਾਂ ਸੋਚਦੇ ਹੋ। ਗੱਲ ਇਹ ਕਰਨ ਵਾਲੀ ਹੈ। ਹੁਣ ਇਹ ਗੱਲ 'ਚ ਨਹੀਂ ਖੜਨ ਦੀ ਲੋੜ ਵੀ ਹਾਲੇ ਵੀ ਲੋਕ ਵੋਟਾਂ ਨਹੀਂ ਪਾਉਣੀਆਂ ਚਾਹੁੰਦੇ, ਇਹ ਨਹੀਂ ਇਸ਼ੂ ਹੁੰਦਾ। ਜਿਹੜੀ ਚੀਜ਼ ਹੋ ਗਈ ਉਦੋਂ ਹੁਣ ਤੁਸੀਂ ਲੰਘੇ ਸੱਪ ਦੀ ਲੀਕ ਨੂੰ ਡਾਂਗਾ ਮਾਰ ਕੇ ਕੀ ਕਰਨੀਆਂ ਨੇ, ਇਹ ਕੰਮ 'ਚ ਨਹੀਂ ਆਉਣ ਦੀ ਲੋੜ। ਗੱਲ ਇੱਥੇ ਆਉਣ ਦੀ ਲੋੜ ਹੈ ਕਿ ਹੁਣ ਅੱਗੇ ਕੀ ਹੋਵੇ, ਸਾਡਾ ਕੀ ਸਾਡੇ ਇਸ਼ੂ ਨੇ, ਕੀ ਸਾਡੇ ਕੰਮ ਨੇ ਜਿਨ੍ਹਾਂ ਲਈ ਸਾਨੂੰ ਜਿਹੜਾ ਸੋਚਣਾ ਪਊ। ਸਾਡੇ ਜਵਾਕਾਂ ਦੇ ਲਈ, ਬੱਚਿਆਂ ਲਈ, ਉਹਨਾਂ ਦੀ ਪੜ੍ਹਾਈ ਦਾ, ਯੂਨੀਵਰਸਿਟੀ, ਸਕੂਲਸ, ਤੁਹਾਡੇ ਸ਼ਹਿਰ ਦੇ ਵਿੱਚ ਸਕੂਲ ਨੇ ਜਿਹੜੇ, ਕਿੰਨੇ ਸਕੂਲ ਨੇ, ਕਿੰਨੇ ਸਕੂਲ ਬਣ ਰਹੇ ਨੇ, ਕਿੰਨੇ ਜਵਾਕ ਪੋਰਟੇਬਲ 'ਚ ਬੈਠੇ ਨੇ। ਇੱਕ ਸ਼ਹਿਰ ਦੀ ਨਹੀਂ ਮੈਂ ਗੱਲ ਕਰਦਾ, ਜਿੱਥੇ ਵੀ ਤੁਸੀਂ ਸੁਣਦੇ ਹੋ ਸਾਰਿਆਂ ਸ਼ਹਿਰਾਂ ਦੀ। ਨੰਬਰ 2, ਜੌਬਸ, ਨੌਕਰੀਆਂ ਕਿਹੋ ਜਿਹੀਆਂ ਨੇ ਤੁਹਾਡੀਆਂ, ਇਕੋਨਮੀ ਕਿਹੋ ਜਿਹੀ, ਆਰਥਿਕਤਾ ਕਿਹੋ ਜਿਹੀ। ਨੰਬਰ 3, ਕੋਵਿਡ-19 ਦੇ ਵਿੱਚ ਤੁਹਾਡੇ ਆਲੇ ਦੁਆਲੇ ਸਹੂਲਤਾਂ ਕਿਹੋ ਜਿਹੀਆਂ ਰਹੀਆਂ, ਇਸ ਦੀ ਗੱਲ। ਪਾਰਦਰਸ਼ੀ ਜਿਹੜੀ ਹੈ ਉਹ ਸਰਕਾਰ ਹੈ ਜਾਂ ਨਹੀਂ, ਪਾਰਦਰਸ਼ੀ ਸਰਕਾਰ ਹੈ ਜਾਂ ਨਹੀਂ, ਇਸ ਦੀ ਗੱਲ ਕਿ ਤੁਹਾਡੇ ਤੱਕ ਆਮ ਲੋਕਾਂ ਦੀ ਪਹੁੰਚ ਤੇ ਤੱਕ ਸਰਕਾਰ ਹੈ। ਤੁਹਾਡੇ ਅਸਾਸੇ, ਤੁਹਾਡੀ ਪ੍ਰਾਪਰਟੀ, ਕਰਾਊਨ ਲੈਂਡ ਪ੍ਰਾਪਰਟੀ ਸ਼ਹਿਰ ਦੇਸ਼ ਆਪਣੇ ਸੂਬੇ ਦੀ, ਉਹ ਜੇ ਦੇ ਰਹੇ ਨੇ ਤਾਂ ਕਿਹਨੂੰ ਵੇਚ ਰਹੇ ਨੇ? ਧਨਾੜ ਨੇ, ਆਮ ਲੋਕ ਨੇ, ਬਿਡਿੰਗ ਹੁੰਦੀ ਹੈ, ਨਹੀਂ ਹੁੰਦੀ। ਲੋਕਲ MLA ਦੀ ਕੀ ਕਾਰਗੁਜ਼ਾਰੀ ਰਹੀ ਹੁਣ ਤੱਕ ਪਿਛਲੇ 3 ਵਰ੍ਹਿਆਂ ਦੇ ਵਿੱਚ, ਚਾਹੇ ਉਹ NDP ਦੇ ਨੇ ਚਾਹੇ ਲਿਬਰਲ ਦੇ ਨੇ, ਤੁਹਾਡਾ ਕੋਈ ਵੀ ਜਿਹੜਾ ਲੋਕਲ MLA ਆ ਉਹ ਕੀ ਕਰਦਾ ਰਿਹਾ? ਐਕਸੈਸਿਬਿਲਿਟੀ ਰਹੀ, ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ, ਉਹਦਾ ਆਫਿਸ ਤੁਹਾਡੇ ਰੀਚ ਦੇ ਵਿੱਚ ਰਿਹਾ, ਇਹ ਗੱਲ ਕਰਨ ਦੀ ਲੋੜ ਹੈ। ਜਿਹੜੀ ਸਾਡੇ ਭਾਈਚਾਰੇ ਨੂੰ ਸਭ ਤੋਂ ਵੱਡਾ ਇਸ਼ੂ ਹੈ ਉਹ ਇਹ ਇਸ਼ੂ ਹੈ ਕਿ ਅਸੀਂ ਇੱਕ ਰਾਜਨੀਤੀ ਇਸ ਜੀ ਵੇਖ ਕੇ ਆਏ ਹਾਂ, ਜਿਹੜੀ ਰਾਜਨੀਤੀ ਦੇ ਵਿੱਚ ਸਾਨੂੰ ਇਹ ਡਰ ਰਹਿੰਦਾ ਹੈ ਕਿ ਸਾਡੇ ਹੱਥੋਂ ਨਾ ਗੱਲ ਨਿਕਲ ਜਾਵੇ। ਸਾਡੇ ਮਨ ਦੇ ਵਿੱਚ ਝੋਰਾ ਵੀ ਰਹਿੰਦਾ ਹੈ ਬਹੁਤ। ਸਾਡੇ ਮਨ ਦੇ ਵਿੱਚ ਝੋਰਾ ਵੀ ਰਹਿੰਦਾ ਬਹੁਤ ਕਿ ਅਸੀਂ ਇਹਨਾਂ ਰਾਜਨੀਤਿਕਾਂ ਤੋਂ ਦੇ ਕੀ ਸਾਨੂੰ ਇਹ ਜਵਾਬਦੇਹ ਹੈ ਰਾਜਨੀਤਿਕ ਜਾਂ ਨਹੀਂ। ਰਾਜਨੀਤੀ ਜਿਹੜੀ ਹੈ ਸਦਾ ਹੀ ਵਧੀਆ ਲੱਗਦੀ ਹੈ, ਪਰ ਰਾਜਨੀਤੀ ਦੇ ਵਿੱਚ ਇਸ਼ੂ ਇਹ ਹੈ ਕਿ ਜਿੱਥੋਂ ਅਸੀਂ ਆਏ ਹਾਂ ਉਹਦੇ ਵਿੱਚ ਮੁਸ਼ਕਲਾਂ ਸਾਨੂੰ ਜਿਹੜੀਆਂ ਵੱਡੀਆਂ ਦਿਖਦੀਆਂ ਨੇ, ਉਹ ਮੁਸ਼ਕਲਾਂ ਇਹ ਹੁੰਦੀਆਂ ਨੇ ਕਿ ਜਦ ਇਹ ਸਾਡੇ ਹੱਥ ਪੱਲੇ ਨਹੀਂ ਆਉਂਦੇ, ਸਾਡੀ ਆਵਾਜ਼, ਕਿਉਂਕਿ ਜਦ ਤੁਸੀਂ ਰਿਪਰੈਜ਼ੈਂਟੇਟਿਵ ਚੁਣ ਲਏ, MP ਚੁਣ ਲਏ, MLA ਚੁਣ ਲਏ, ਤਾਂ ਉਸ 'ਤੇ ਤੁਸੀਂ ਉਸੇ ਸਮੇਂ ਤੁਹਾਡੀ ਐਕਸੈਸਿਬਿਲਿਟੀ ਹੈ, ਤੁਹਾਡੀ ਗੱਲ ਸੁਣਦੇ ਨੇ, ਤੁਹਾਡੀ ਆਵਾਜ਼ ਕਮਿਊਨਿਟੀ ਦੇ ਅੱਗੇ ਪਹੁੰਚਦੀ ਹੈ, ਇਹ ਬਹੁਤ ਜ਼ਰੂਰੀ ਹੈ। ਹੁਣ ਮੇਰੇ ਨਾਲ ਸਰਦਾਰ ਜਗਮੀਤ ਸਿੰਘ ਨੇ, NDP ਦੇ ਲੀਡਰ, ਜਿਹੜੇ ਗੱਲਬਾਤ ਕਰਨਗੇ ਓਟਵਾ 'ਚ ਕੀ ਹੋ ਰਿਹਾ ਹੈ ਤੇ ਬਿੱਲ C4 ਕੀ ਹੈ ਤੇ NDP ਕਿੱਥੇ ਸਟੈਂਡ ਕਰਦੀ ਹੈ, ਇਸ ਬਾਰੇ ਗੱਲਬਾਤ ਹੋਏਗੀ। ਸਰਦਾਰ ਜਗਮੀਤ ਸਿੰਘ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀਰ ਜੀ ਤੇ ਸਾਰੇ ਸੁਣਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਧੰਨਵਾਦ ਬਹੁਤ ਬਹੁਤ। ਓਟਵਾ ਕਿਵੇਂ ਆ ਜੀ? ਜੀ ਤੇ ਠੀਕ ਹੈ, ਥੋੜ੍ਹੀ ਬਦਲ ਨੇ ਤੇ ਥੋੜ੍ਹੀ ਧੁੱਪ ਆ ਰਿਹਾ, ਪਰ ਮੇਨ ਗੱਲ ਹੈ ਕਿ ਲੋਕਾਂ ਲਈ ਆਪਾਂ 2 ਵੱਡੇ ਜਿੱਤ ਪ੍ਰਾਪਤ ਕੀਤੇ। $2000 ਦੀ ਸਪੋਰਟ ਤੇ ਪੇਡ ਸਿਕ ਲੀਵ, ਕਿ ਜੇ ਕੋਈ ਬਿਮਾਰ ਹੁੰਦਾ COVID-19 ਵੇਲੇ ਕਿ ਉਹਨੂੰ ਘਰੇ ਰਹਿਣ ਦਾ ਮੌਕਾ ਮਿਲੂਗਾ, ਕਿਉਂਕਿ ਉਹਨੂੰ ਸਪੋਰਟ ਸਹੂਲਤ ਮਦਦ ਮਿਲੂਗੀ। ਜਗਮੀਤ ਸਿੰਘ ਜੀ, ਇਸ ਦੇ ਵਿੱਚ ਹੁਣ ਸੁਣਨ ਵਾਲਿਆਂ ਨੂੰ ਦੱਸਿਓ, ਫਿਰ ਫਰਦਰ ਚੱਲਦੇ ਹਾਂ। ਜਿਹੜਾ ਲੇਟਲੀ ਬਿੱਲ ਪਾਸ ਹੋਇਆ ਸੈਨੇਟ ਤੇ ਹੈ, ਇਹਦੇ ਵਿੱਚ NDP ਨੇ ਕੀ ਕੀਤਾ? NDP ਆਪੋਜੀਸ਼ਨ ਦੇ ਵਿੱਚ ਬੈਠੀ ਹੈ, ਲਿਬਰਲਸ ਨੂੰ ਸਪੋਰਟ ਕਰਨ ਦੀ ਤੁਸੀਂ ਗੱਲ ਕੀਤੀ ਸੀ ਕਿ ਮੈਂ ਸਪੋਰਟ ਕਰਾਂਗਾ, ਪਰ ਮੁੱਦੇ ਆ ਹੋਣਗੇ।
ਕਿਹੜੇ ਮੁੱਦੇ ਸਨ ਤੁਹਾਡੇ ਜਿਹੜੇ ਤੁਸੀਂ NDP ਨੇ ਲਿਬਰਲ ਦੇ ਕੋਲ ਰੱਖੇ ਸੀ? ਜੀ, ਦੋ ਗੱਲਾਂ ਜੀ ਗਿੱਲ ਸਾਹਿਬ। ਇੱਕ ਤਾਂ ਲਿਬਰਲ ਸਰਕਾਰ ਦੀ ਪਲਾਨ ਸੀਗੀ ਕਿ COVID-19 ਦੀ ਦੂਜੇ ਵੇਵ ਦੇ ਵਿੱਚ ਜਿੱਥੇ ਨੰਬਰਸ ਵੱਧਦੇ ਰਹੇ, ਉਹਨਾਂ ਦੀ ਪਲਾਨ ਸੀ ਕਿ ਲੋਕਾਂ ਦੀ ਜਿਹੜੀ ਮਦਦ ਮਿਲ ਰਹੀ ਹੈ, ਜਿਹੜੇ ਲੋਕ ਕੰਮ ਤੇ ਨਹੀਂ ਜਾ ਸਕਦੇ, ਜਿਹੜੇ ਟੂਰਿਜ਼ਮ ਸੈਕਟਰ, ਹਸਪਿਟੈਲਿਟੀ ਸੈਕਟਰ ਜਾਂ ਸਰਵਿਸ ਸੈਕਟਰ 'ਚ ਕੰਮ ਕਰਦੇ ਨੇ, ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈਗੇ, ਜਿੱਥੇ ਉਹ ਵਾਪਸ ਜਾ ਸਕਦੇ ਨਹੀਂ ਜਾ ਸਕਦੇ, ਉਹਨਾਂ ਲਈ ਘਟਾਉਣਾ ਚਾਹੁੰਦੇ ਸੀ ਕਿ 2000 ਤੋਂ 1600, ਸੋ $400 ਹਰ ਮਹੀਨਾ ਘਟਾਉਣਾ ਚਾਹੁੰਦੇ ਸੀ ਕਿ ਮਦਦ। ਆਪਾਂ ਇਹ ਗੱਲ ਨੂੰ ਰੋਕਿਆ, ਆਪਾਂ ਕਿ ਨਹੀਂ, ਜਿਹਨੂੰ ਮਦਦ ਦੀ ਲੋੜ ਹੈ ਉਹ $2000 ਹੀ ਰਵੇ। ਬਹੁਤ ਹੀ ਔਖਾ ਆ ਕਿਸੇ ਪਰਿਵਾਰ ਨੂੰ ਕਿ 2000 ਤੋਂ ਲੈ ਕੇ 1600 ਚ ਗੁਜ਼ਾਰਾ ਕਰਨਾ, ਇਹ ਹੋ ਨਹੀਂ ਸਕਦਾ। ਸੋ ਆਪਾਂ ਲੜ ਕੇ ਇਹ ਗੱਲ ਜਿੱਤਿਆ ਲੋਕਾਂ ਵਾਸਤੇ। ਦੂਜੀ ਗੱਲ ਹੈ ਕਿ ਪਹਿਲੀ ਵਾਰੀ ਸਾਡੇ ਕੈਨੇਡੀਅਨ ਇਤਿਹਾਸ ਦੇ ਵਿੱਚ, 150 ਸਾਲ ਤੋਂ ਬਾਅਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆਪਾਂ ਇਹ ਗੱਲ ਕਰਾਈ ਹੈ ਕਿ ਜੇ ਕੋਈ ਬਿਮਾਰ ਹੁੰਦਾ, ਪੇਡ ਸਿਕ ਲੀਵ ਨਹੀਂ ਹੁੰਦੀ ਹੈ। ਸੋ ਕੀ ਹੁੰਦਾ ਕਿ ਆਮ ਤੌਰ ਤੇ ਬੰਦਾ ਬਿਮਾਰ ਹੁੰਦਾ ਤੇ ਕਹਿੰਦੇ ਚਲੋ ਮੈਂ ਕੰਮ ਤੇ ਜਾਣਾ, ਥੋੜਾ ਜਿਹਾ ਜ਼ੁਕਾਮ ਲੱਗਿਆ, ਥੋੜਾ ਜਿਹਾ ਮੈਂ ਬੁਖਾਰ ਹੈ, ਪਰ ਜੇ ਮੈਂ ਕੰਮ ਤੇ ਨਹੀਂ ਜਾਂਦਾ ਫਿਰ ਮੈਂ ਗੁਜ਼ਾਰਾ ਕਿਵੇਂ ਕਰਨਾ, ਮੇਰੇ ਕੋਲ ਕੋਈ ਤਨਖਾਹ ਨਹੀਂ ਮਿਲਦੀ। ਸੋ ਇਸ ਕਰਕੇ ਆਪਾਂ ਲੜ ਕੇ ਇਹ ਗੱਲ ਨੂੰ ਪਹਿਲਾਂ ਮਈ ਦੇ ਵਿੱਚ ਵਾਅਦਾ ਕਹਾਇਆ ਸੀ ਲਿਬਰਲ ਸਰਕਾਰ ਤੋਂ, ਪਰ ਉਹਨੇ ਕੁਝ ਕੀਤਾ ਨਹੀਂ ਹੈਗਾ। ਸੋ ਇਸ ਵਕਤ ਆਪਾਂ ਲਖੀਰ ਖਿੱਚਦੀ ਸੀ, ਆਪਾਂ ਕਿ ਨਹੀਂ, ਪਹਿਲਾਂ ਤਾਂ ਜਿਹੜਾ $2000 ਉਨੇ ਹੀ ਰਵੇ, ਤੇ ਦੂਜੀ ਗੱਲ ਹੈ ਕਿ ਪੇਡ ਸਿਕ ਲੀਵ ਹੋਵੇ। ਜਿਹੜਾ ਬੰਦਾ ਕੰਮ ਕਰਦਾ ਉਹਨੂੰ ਕਦੇ ਨਾ ਫਿਕਰ ਹੋਵੇ ਜੇ ਮੈਂ ਘਰੇ ਰਹਿਣਾ ਬਿਮਾਰ ਹੋ ਕੇ ਕਿ ਮੈਨੂੰ ਕੋਈ ਪੈਸੇ ਨਹੀਂ ਮਿਲਣੇ। ਉਹ ਗੱਲ ਨੂੰ ਆਪਾਂ ਹੱਲ ਕੀਤਾ। ਸੋ ਇਹ ਦੋ ਵੱਡੇ ਜਿੱਤ ਆਪਾਂ ਪ੍ਰਾਪਤ ਕੀਤੇ। 2000 ਦੀ ਕੁਆਲੀਫਿਕੇਸ਼ਨ ਹੈ ਜਿਹੜੀ ਸਰਵ ਤੋਂ ਅੱਗੇ, ਹੁਣ ਉਹ ਅਨਐਮਪਲੋਇਮੈਂਟ ਇੰਸ਼ੋਰੈਂਸ EI ਦੇ ਹਿਸਾਬ ਦੇ ਨਾਲ ਹੋਏਗੀ। ਉਹਦੀ ਕੁਆਲੀਫਿਕੇਸ਼ਨ ਕੀ ਹੈ ਜੀ? ਜੀ, ਉਹਦੀ ਕੁਆਲੀਫਿਕੇਸ਼ਨ 'ਚ ਚੇਂਜਸ ਹੋਏ ਕਿ ਹਰੇਕ ਨੂੰ ਜਿਹੜੇ ਅਪਲਾਈ ਕਰਦਾ ਉਹਨੂੰ ਆਟੋਮੈਟਿਕਲੀ 300 ਘੰਟੇ ਆਟੋਮੈਟਿਕਲੀ ਦੇਣਗੇ। ਕਹਿਣ ਦਾ ਭਾਵ ਹੈ ਕਿ ਪਹਿਲਾਂ ਜਿਹੜਾ ਹੁੰਦਾ ਸੀ ਕਿ EI ਸਿਰਫ ਕੁਝ 100 ਬੰਦਿਆਂ ਚੋਂ ਸਿਰਫ 40 ਬੰਦੇ ਅਪਲਾਈ ਕਰ ਸਕਦੇ ਸੀਗੇ। ਹੁਣ ਆਪਾਂ ਚਾਹੁੰਦੇ ਕਿ 100 ਤੇ 100 ਸਾਰੇ ਬੰਦੇ ਨੂੰ ਜਿਹਨੂੰ ਲੋੜ ਹੈ ਉਹ EI ਵਾਸਤੇ ਅਪਲਾਈ ਕਰਕੇ ਉਹਨੂੰ ਕੋਈ ਸਹੂਲਤ, ਕੋਈ ਸਪੋਰਟ ਮਿਲੂਗੀ। ਸੋ ਆਪਾਂ ਇਹ ਦਵਾਇਆ ਨੈਗੋਸ਼ੀਏਟ ਕਰਕੇ, ਲੜ ਕੇ ਇਹ ਆਪਾਂ ਪੇਸ਼ ਕੀਤਾ ਕਿ ਜੇ ਕਿਸੇ ਨੂੰ ਵੀ ਲੋੜ ਹੈ ਉਹ EI ਦੇ ਰਾਹੀਂ ਉਹਨੂੰ ਮਿਲੂਗੀ ਸਪੋਰਟ। ਅੱਛਾ, ਅੱਜ CBC ਨੇ ਇੱਕ ਆਰਟੀਕਲ ਦਿੱਤਾ ਹੈ, ਰਣਵੇ ਨੇ, ਉਹ ਕਹਿੰਦਾ ਵੀ NDP ਜੂਨੀਅਰ ਪਾਰਟਨਰ ਦੇ ਤੌਰ ਤੇ ਕੰਮ ਕਰ ਰਹੀ ਹੈ ਲਿਬਰਲ ਤੇ। ਬਾਹਰ ਇਹ ਤਾਂ ਨਹੀਂ ਕਿਤੇ ਸੁਨੇਹਾ ਜਾ ਰਿਹਾ ਵੀ NDP ਦੇ ਲੀਡਰ ਜਗਮੀਤ ਸਿੰਘ ਹੋਣੀ ਤੇ ਜਸਟਿਨ ਟਰੂਡੋ ਦੇ ਨਾਲ ਦੋਸਤੀ ਪੈ ਗਈ ਤੇ ਸਾਰੇ ਰਲ ਕੇ ਇੱਕ ਸਰਕਾਰ ਚਲਾ ਰਹੇ ਨੇ? ਇਹ ਸੁਨੇਹਾ ਤਾਂ ਨਹੀਂ ਜਾ ਰਿਹਾ ਬਾਹਰ? ਦੇਖੋ, ਆਪਾਂ ਸਬੂਤ ਦੇਖ ਸਕਦੇ ਹਾਂ। ਲਿਬਰਲ ਸਰਕਾਰ ਦੀ ਪਲਾਨ ਸੀ ਕਿ $2000 ਨੂੰ ਘਟਾ ਕੇ 1600, ਆਪਾਂ ਲੜ ਕੇ 2000 ਜਿਤਾਇਆ। ਇਹ ਲਿਬਰਲ ਦੀ ਪਲਾਨ ਨਹੀਂ ਸੀ, ਉਹਨਾਂ ਦੀ ਪਲਾਨ ਸੀ ਘਟਾਉਣਾ। ਆਪਾਂ ਉਹਨਾਂ ਦੇ ਪਲਾਨ ਕਰਨ ਤੋਂ ਰੋਕਤਾ ਤੇ ਆਪਾਂ ਲੋਕਾਂ ਦੀ ਮਦਦ ਕੀਤੀ ਹੈ। ਬੇਸਿਕਲੀ ਵੀ ਉਹਨਾਂ 'ਚ ਕਿਤੇ ਨਹੀਂ ਲਿਖਿਆ ਸੀ, ਨਾ ਥਰੋਨ ਸਪੀਚ 'ਚ ਗੱਲ ਕੀਤੀ। ਸਾਨੂੰ ਵਾਅਦਾ ਤਾਂ ਕੀਤਾ ਸੀਗਾ, ਸਾਨੂੰ ਉਹ ਵਾਅਦਾ ਆਪਾਂ ਲੜ ਕੇ ਵੀ ਜਿਤਾਇਆ ਸੀ। ਜਦੋਂ ਮਈ ਦੇ ਵਿੱਚ ਉਹਨੂੰ ਕੋਈ ਲੋੜ ਸੀ ਕੋਈ ਵੋਟ ਵਾਸਤੇ, ਆਪਾਂ ਕਿਹਾ ਵੋਟ ਆਪਾਂ ਕਰਾਂਗੇ ਜੇ ਤੁਸੀਂ ਪੇਡ ਸਿਕ ਲੀਵ ਕਰਦੇ। ਉਦੋਂ ਉਹਨੇ ਵਾਅਦਾ ਕੀਤਾ ਸੀ ਤੇ ਹੁਣ ਉਹ ਵਾਅਦਾ ਪੂਰਾ ਹੋਇਆ, ਪਰ ਇਹ ਕੋਈ ਲਿਬਰਲ ਦੀ ਪਲਾਨ ਨਹੀਂ ਸੀ। ਆਪਾਂ ਲੜ ਕੇ ਇਹ ਗੱਲ ਨੂੰ ਜਿੱਤਿਆ ਤੇ ਹਰੇਕ ਕਦਮ ਜੇ ਆਪਾਂ ਪੈਂਡੈਮਿਕ ਵੇਲੇ ਦੇਖੀ ਆ, ਇੱਕ ਗੱਲ ਜਿਹੜੀ ਲੋਕਾਂ ਨੂੰ ਲੋੜ ਸੀ ਆਪਾਂ ਲੜ ਕੇ ਲੋਕਾਂ ਵਾਸਤੇ ਜਿੱਤਿਆ। ਸਰ ਜੀ, ਆਪਾਂ ਲੜ ਕੇ ਜਿੱਤਿਆ ਲੋਕਾਂ ਲਈ। $2000 ਜਿਹੜਾ ਲੋਕਾਂ ਤੱਕ ਪਹੁੰਚਿਆ ਆਪਾਂ ਲੜ ਕੇ ਜਿੱਤਿਆ। ਸਟੂਡੈਂਟਸ ਦੀ ਸਪੋਰਟ, ਜਿਹੜੇ ਸੀਨੀਅਰਸ ਨੂੰ ਸਪੋਰਟ ਮਿਲੀ ਹੈ, ਕੈਨੇਡੀਅਨਸ ਲਿਵਿੰਗ ਵਿਦ ਡਿਸੇਬਿਲਿਟੀਜ਼, ਇੱਕ ਗੱਲ ਜਿਹੜੀ ਹੋਈ ਆ ਆਪਾਂ ਲੜ ਕੇ ਲੋਕਾਂ ਵਾਸਤੇ ਜਿੱਤਿਆ। ਵੇਜ ਸਬਸਿਡੀ ਵੀ ਪਹਿਲਾਂ ਲਿਬਰਲ ਦੀ ਸੀ 10%, ਆਪਾਂ ਲੜ ਕੇ 75% ਤੇ ਲੈ ਕੇ ਆਏ। ਹਾਲਾਂਕਿ 2-3 ਹਫ਼ਤੇ ਬਾਅਦ, ਪਰ ਆਪਾਂ ਲੜ ਕੇ ਇਹ ਗੱਲ ਨੂੰ ਆਪਾਂ ਲਾਗੂ ਕਰਾਈ। ਸੋ ਆਪਾਂ ਕਹਿ ਸਕਦੇ ਕਿ ਨਹੀਂ, ਆਪਾਂ ਫੋਰਸ ਕਰ ਰਹੇ ਹਾਂ ਕਿ ਜਿਹੜਾ ਜਵਾਬ COVID-19 ਦਾ ਜਵਾਬ ਇਹ ਲੋਕਾਂ ਵਾਸਤੇ ਚੰਗਾ ਹੋਵੇ। ਤੇ ਆਪਾਂ ਮਾਣ ਨਾਲ ਕਹਿ ਸਕਦੇ ਕਿ ਆਪਾਂ ਜੇ ਨਹੀਂ ਹੁੰਦੇ ਤਾਂ ਰਿਸਪਾਂਸ ਮਾੜੀ ਹੋਣੀ ਸੀਗੀ। ਆਪਾਂ ਉੱਥੇ ਸੀਗੇ, 10 ਲੀਡਰ ਹੁੰਦੇ ਤਾਂ ਹੀ ਫਿਰ ਆਪਾਂ ਲੋਕਾਂ ਨੂੰ ਵਧੀਆ ਆਪਾਂ ਕੁਝ ਸਹੂਲਤ ਦਵਾ ਸਕੇ। ਅੱਛਾ ਜੀ, ਅਗਲੇ ਜਿਹੜੇ ਇਸ਼ੂਜ਼ ਨੇ ਰਡਾਰ ਤੇ ਕੀ ਹੈ? ਇੰਡੀਜਨਸ ਲੋਕਾਂ ਲਈ ਕੰਮ ਕਰ ਰਹੇ ਹੋ ਸਰਕਾਰ, ਲੋਕ ਹਾਲੇ ਚਾਹੁੰਦੇ ਨਹੀਂ ਪੈਨਾਡੈਮਿਕਸ ਦੇ ਵਿੱਚ ਕਿ ਸਰਕਾਰ ਡਿੱਗੇ ਔਰ ਸਿੱਟਣ ਦੀ ਲੋੜ ਨਹੀਂ ਜਦ ਤੱਕ ਉਹ ਕੰਮ ਕਰਦੇ ਆ। ਨੈਕਸਟ ਇਸ਼ੂਜ਼ ਕੀ ਨੇ NDP ਦੇ? ਕੀ ਕਰਾਉਣਾ ਚਾਹੁੰਦੇ ਹੋ ਤੁਸੀਂ ਲਿਬਰਲ ਤੋਂ? ਓਕੇ, ਇੱਕ ਬਹੁਤ ਹੀ ਜਿਹੜੀ ਗੰਭੀਰ ਸਵਾਲ ਹੈ ਜਿਹੜਾ ਮੈਨੂੰ ਵੀ ਬਹੁਤ ਫਿਕਰ ਹੋ ਰਿਹਾ, ਉਹ ਹੈਗਾ ਡੈਫਿਸਿਟ ਤੇ ਡੈਟ।
ਲੋਕ ਬੜੇ ਫਿਕਰ ਹੋ ਰਹੇ ਨੇ। ਤੇ ਮੈਂ ਇਹ ਗੱਲ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜਾ ਖਰਚਾ ਆ ਪੈਂਡੈਮਿਕ ਦਾ ਖਰਚਾ ਆਮ ਬੰਦਿਆਂ ਦੇ ਮੁੱਢਿਆਂ ਤੇ ਨਾ ਹੋਵੇ, ਆਮ ਜਿਹੜੇ ਪਰਿਵਾਰਾਂ ਦੇ ਉਹਨਾਂ ਬੋਝ ਨਾ ਹੋਵੇ, ਜਿਹੜੇ ਸਮਾਲ ਬਿਜ਼ਨੈਸਿਸ ਨੇ ਆਪਣਾ ਬਿਜ਼ਨਸ ਨੂੰ ਬੰਦ ਕਰਨਾ ਪਿਆ ਉਹਨਾਂ ਉੱਤੇ ਬੋਝ ਨਾ ਹੋਵੇ, ਪਰ ਬੋਝ ਉਸ ਅਮੀਰਾਂ ਦੇ ਉੱਤੇ ਹੋਵੇ ਜਿਨ੍ਹਾਂ ਨੇ ਇਸ ਪੈਂਡੈਮਿਕ ਵੇਲੇ ਬਿਲੀਅਨਸ ਆਫ ਡਾਲਰਸ ਆਫ ਪ੍ਰੋਫਿਟ ਬਣਾਇਆ। ਇੱਕ ਰਿਪੋਰਟ ਛਾਪੀ ਗਈ ਹੈ ਜਿਹਦੇ ਚ ਲਿਖਿਆ ਕਿ ਸਭ ਤੋਂ ਜਿਹੜੇ ਅਮੀਰ ਕੈਨੇਡੀਅਨਸ ਉਹਨਾਂ ਨੇ ਤਕਰੀਬਨ $40 ਬਿਲੀਅਨ ਦਾ ਪ੍ਰੋਫਿਟ ਬਣਾਇਆ, ਨਾ ਕਿ ਗੁਜ਼ਾਰਾ ਕੀਤਾ, ਉਹਨਾਂ ਨੇ ਪ੍ਰੋਫਿਟ ਬਣਾਇਆ। ਉਸ ਬੰਦਿਆਂ ਦੇ ਉੱਤੇ ਬੋਝ ਲਾਏ, ਉਹ ਜਿਨ੍ਹਾਂ ਨੇ ਪ੍ਰੋਫਿਟ ਪੈਂਡੈਮਿਕ ਵੇਲੇ ਪ੍ਰੋਫਿਟ ਬਣਾਇਆ ਲੋਕਾਂ ਦੇ ਟੂਈ ਦੇ ਉੱਤੇ, ਉਸ ਬੰਦੇ ਦੇ ਉੱਤੇ ਬੋਝ ਹੋਵੇ ਕਿ ਉਹ ਪੇ ਕਰਨ ਪੈਸੇ। ਤੇ ਕੀ ਹੋ ਰਿਹਾ ਗਿਲ ਸਾਹਿਬ, ਜਿਵੇਂ ਤੁਹਾਨੂੰ ਪਤਾ ਆ ਬਹੁਤ ਸਾਰੀ ਕੰਪਨੀਆਂ ਨੇ ਇੱਥੇ ਕੈਨੇਡਾ 'ਚ ਪ੍ਰੋਫਿਟ ਬਣਾਉਂਦੇ, ਲੋਕਾਂ ਤੋਂ ਪ੍ਰੋਫਿਟ ਬਣਾਉਂਦੇ, ਪਰ ਇੱਥੇ ਟੈਕਸ ਨਹੀਂ ਪੇ ਕਰਦੇ। ਆਮ ਬੰਦਾ ਤਾਂ ਆਪਣਾ ਟੈਕਸ ਪੂਰਾ ਦਿੰਦਾ, ਪਰ ਇਹ ਅਮੀਰ ਕੰਪਨੀ, ਸਭ ਤੋਂ ਅਮੀਰ ਕੈਨੇਡੀਅਨਸ ਆਪਣੇ ਪੈਸੇ ਲੁਕਾਉਂਦੇ ਨੇ। ਉਹ ਗੱਲ ਨੂੰ ਆਪਾਂ ਰੋਕਣਾ ਆ। ਸੋ ਆਪਣਾ ਨੈਕਸਟ ਬਹੁਤ ਵੱਡਾ ਕਦਮ ਹੈ ਕਿ ਇੱਥੇ ਆਪਾਂ ਜ਼ੋਰ ਲਾਉਣਾ ਕਿ ਇਹਦਾ ਖਰਚਾ ਲੋਕਾਂ ਦੇ ਉੱਤੇ ਨਾ ਹੋਵੇ, ਇਹਦਾ ਖਰਚਾ ਉਸ ਅਮੀਰਾਂ ਦੇ ਉੱਤੇ ਹੋਏ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਫਿਟ ਬਣਾਇਆ। ਸਾਡੀ ਕਮਿਊਨਿਟੀ ਲਈ ਇਮੀਗ੍ਰੇਸ਼ਨ ਬਹੁਤ ਵੱਡਾ ਮੁੱਦਾ ਹੈ। ਇਮੀਗ੍ਰੇਸ਼ਨ ਦੇ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਬਹੁਤ ਗੜਬੜ ਹੋ ਰਹੀ ਹੈ। ਇੱਥੇ ਲੋਕਲ ਤੁਹਾਡੇ ਤੱਕ ਗੱਲਾਂ ਪਹੁੰਚਦੀਆਂ ਨੇ, ਤੁਹਾਡੀ ਕੰਸਟੀਚੁਐਂਸੀ ਲੋਕਲ ਹੈ ਕਿ 40-40, 50-50 ਹਜ਼ਾਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 'ਚ LMIA 'ਚ ਇਨਵੋਲਵ ਹੈ। ਲੋਕ 6-6 ਸਾਲ ਦੇ ਧੱਕੇ ਖਾਂਦੇ ਫਿਰਦੇ ਆ, ਉਹਨਾਂ ਦੇ ਪੁਆਇੰਟ ਨਹੀਂ ਬਣਦੇ ਤੇ 2-2 ਸਾਲ ਦਾ ਉਹ ਵੀਜ਼ਾ ਰੀਨਿਊ ਕਰਦੇ ਆ, ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 'ਚ ਅਪਰੂਵ ਹੋਣ ਤੋਂ ਬਾਅਦ ਉਹਨਾਂ ਨੇ ਫੈਡਰਲ ਸਿਸਟਮ ਦੇ ਵਿੱਚ ਜਾਣਾ। ਉਹਦਾ ਕੁਛ ਹੈ ਵੀ ਉਹਦੇ ਲਈ ਕੁਛ ਕੀਤਾ ਜਾਵੇ, ਕਿਉਂਕਿ ਬਹੁਤ ਵੱਡੀ ਮੁਸ਼ਕਿਲ 'ਚ ਨੇ ਸਪੈਸੀਫਿਕਲੀ ਕਮਿਊਨਿਟੀ ਦੇ ਲੋਕ। ਜੀ ਨਹੀਂ, ਸਾਨੂੰ ਬਹੁਤ ਸੁਣਨ ਨੂੰ ਮਿਲ ਰਿਹਾ ਕਿ ਇਹਦੇ 'ਚ ਬਹੁਤ ਧੱਕਾਸ਼ਾਹੀ ਹੋ ਰਿਹਾ, ਬਹੁਤ ਗਲਤ ਗੱਲਾਂ ਹੋ ਰਹੀਆਂ ਨੇ, ਤੇ ਇਹ ਹੋਣਾ ਨਹੀਂ ਚਾਹੀਦਾ, ਬਿਲਕੁਲ ਹੀ ਇਹ ਹੋਣਾ ਨਹੀਂ ਚਾਹੀਦਾ। ਤੇ ਆਪਾਂ ਇਸ਼ੂ ਨੂੰ ਉਠਾ ਰਹੇ ਹਾਂ। ਸਾਡੀ ਕ੍ਰਿਟਿਕ ਹੈ ਇਸ ਪੋਰਟਫੋਲੀਓ ਦੀ ਜਿਹੜੀ ਕ੍ਰਿਟਿਕ ਹੈ ਜੈਨੀ ਕੁਆਨ ਹੈ, ਇਸ ਗੱਲ ਨੂੰ ਬਹੁਤ ਆਪਣੇ ਧਿਆਨ 'ਚ ਲੈ ਕੇ ਆ ਰਹੀ ਹੈ ਕਿ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ। ਲੋਕ ਕੀ ਹੋ ਰਿਹਾ ਕਿ ਕੁਝ ਬੰਦੇ ਲੋਕਾਂ ਨੂੰ ਲੁੱਟ ਰਹੇ ਨੇ, ਪਰ ਆਮ ਬੰਦਾ ਇਸ ਚੋਂ ਬਹੁਤ ਨੁਕਸਾਨ ਖਾ ਰਿਹਾ। ਸੋ ਇਹ ਨਹੀਂ ਹੋਣਾ ਚਾਹੀਦਾ, ਤੇ ਆਪਾਂ ਪ੍ਰੈਸ਼ਰ ਪਾ ਰਹੇ ਹਾਂ ਕਿ ਇਹਦਾ ਕੋਈ ਹੱਲ ਹੋਵੇ ਤਾਂ ਕਿ ਜਿਹੜਾ ਆਮ ਵਿਚਾਰਾ ਨਿਰਦੋਸ਼ ਬੰਦੇ ਨੂੰ ਇਹ ਕੋਈ ਨੁਕਸਾਨ ਨਾ ਹੋਵੇ। ਸੋ ਸਾਊਥ ਦੀ ਗੱਲ ਵੀ ਕਰ ਲਈਏ, ਇਲੈਕਸ਼ਨ ਨੇੜੇ ਹੈ ਸਾਊਥ ਵਾਲੇ ਪਾਸੇ। ਤੁਸੀਂ ਬੜੀ ਰਾਈਵਲੀ ਕੀਤੀ ਪ੍ਰੈਜ਼ੀਡੈਂਟ ਟਰੰਪ ਦੀ ਜਦ ਉਹ ਮਾਈਨੋਰਟੀਜ਼ ਦੇ ਬਾਰੇ ਜਾਂ ਸਪੈਸੀਫਿਕਲੀ ਕੁਝ ਗੱਲ ਕਰਦੇ ਆ। ਤੁਸੀਂ ਕੀ ਸੋਚਦੇ ਹੋ? ਹਾਊ ਯੂ ਟੇਕ ਇਟ? ਬਹੁਤ ਸ਼ਰਮ ਵਾਲੀ ਗੱਲ ਹੈ ਜਦੋਂ ਆਪਾਂ ਇੱਕ ਦੇਸ਼ ਜਿਹੜਾ ਦੁਨੀਆ 'ਚ ਮੰਨਿਆ ਜਾਂਦਾ ਕਿ ਇੱਕ ਬਹੁਤ ਹੀ ਪਾਵਰਫੁਲ ਦੇਸ਼, ਦੁਨੀਆ ਦਾ ਸਭ ਤੋਂ ਪਾਵਰਫੁਲ ਦੇਸ਼, ਉਹਨਾਂ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਗੱਲ ਔਰ ਪ੍ਰਧਾਨ ਦੀ ਗੱਲ ਸੁਣ ਕੇ ਸ਼ਰਮ ਜੀ ਲੱਗੀ ਹੈ ਕਿ ਦੇਖੋ ਕਿਹੋ ਜਿਹਾ ਗਲਤ ਬਿਆਨ ਦਿੰਦਾ, ਕਿੰਨਾ ਗਲਤ ਤਰੀਕੇ ਨਾਲ ਬੋਲਦਾ, ਕਿੰਨਾ ਬੇਅਕਲ ਦੀ ਗੱਲਾਂ ਕਰਦਾ ਆ। ਇਹਨਾਂ ਨੇ ਉਹਨੂੰ ਪੁੱਛਿਆ ਗਿਆ ਸੀਗਾ ਸਪਸ਼ਟ ਕਿ ਜਿਹੜੇ ਕੱਟੜ ਸੋਚ ਵਾਲੇ ਬੰਦੇ ਜਿਹੜੇ ਵਾਇਲੈਂਸ ਕਰ ਰਹੇ ਨੇ, ਲੋਕਾਂ ਨੂੰ ਮਾਰਦੇ ਨੇ, ਉਹ ਬੰਦੇ ਨੂੰ ਤੁਸੀਂ ਨਿਖੇਧੀ ਕਰੋ। ਉਹ ਨਿਖੇਧੀ ਕਰ ਵੀ ਨਹੀਂ ਸਕੇ, ਤੇ ਨਾਲੇ ਕੀ ਕਿਹਾ, ਉਹ ਕਹਿੰਦਾ ਕਿ ਜਿਹੜੇ ਇੱਕ ਗਰੁੱਪ ਹੈ ਜਿਹੜਾ ਸਭ ਤੋਂ ਖਤਰਨਾਕ ਹੈ, ਜਿਹੜਾ ਕੱਟੜ ਸੋਚ ਵਾਲੇ ਨੇ, ਜਿਹਨਾਂ ਲੋਕਾਂ ਨੂੰ ਮਾਰਦੇ ਨੇ ਵੀ, ਵਾਇਲੈਂਸ ਕਰਦੇ ਨੇ, ਉਹ ਗਰੁੱਪ ਨੂੰ ਕਿਹਾ ਕਿ ਤੁਸੀਂ ਤਿਆਰ ਰਹੋ। ਉਹ ਏਦਾਂ ਕਿਹਾ, ਪ੍ਰਾਊਡ ਬॉयਜ਼ ਇੱਕ ਸੰਸਥਾ ਆ, ਉਹਨੂੰ ਕਿਹਾ ਕਿ ਤਿਆਰ ਰਹੋ, ਬੀ ਰੈਡੀ। ਤੇ ਉਹਨਾਂ ਨੇ ਉਹਦੀ ਗੱਲ ਇੱਕਦਮ ਲੈ ਕੇ ਉਹਨਾਂ ਦੇ ਵੈਬਸਾਈਟ ਤੇ ਪਾਤੀ ਕਿ ਪ੍ਰਧਾਨ ਨੇ ਸਾਨੂੰ ਕਿਹਾ ਕਿ ਆਪਾਂ ਤਿਆਰ ਰਹੀ ਹੈ। ਇਹ ਤਾਂ ਕੀ ਕਾਰਨ ਹੋਇਆ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਕੋਈ ਦੇਸ਼ ਦਾ ਪ੍ਰਧਾਨ ਲੋਕਾਂ ਨੂੰ ਕਹੇ, ਇੱਕ ਲੋਕਤੰਤਰ ਦੇਸ਼ ਹੋਵੇ, ਤੇ ਪ੍ਰਧਾਨ ਜਾ ਕੇ ਲੋਕਾਂ ਨੂੰ ਕਹੇ ਕਿ ਹਾਂ ਜਿਹੜੇ ਤੁਸੀਂ ਲੋਕਾਂ ਨੂੰ ਕੁੱਟਦੇ ਆ, ਲੋਕਾਂ ਨੂੰ ਧੱਕਾਸ਼ਾਹੀ ਕਰਦੇ ਹੋ, ਉਹ ਸੰਸਥਾ ਤੁਸੀਂ ਤਿਆਰ ਰਹੋ। ਕੀ ਸੁਨੇਹਾ ਭੇਜਿਆ ਜਾਂਦਾ? ਬਹੁਤ ਹੀ ਪੈੜਾ ਹੋਇਆ। ਤੇ ਆਪਾਂ ਸਾਰੇ ਬੜੇ ਤਰਸ ਵਾਲੇ ਅੱਖਾਂ ਨਾਲ ਦੇਖਦੇ ਹਾਂ ਜਦੋਂ ਆਪਾਂ ਅਮਰੀਕਾ ਵੱਲ ਦੇਖਦੇ ਹਾਂ ਕਿ ਉੱਥੇ ਕੀ ਹੋ ਰਿਹਾ। ਅਖੀਰ ਦੇ ਵਿੱਚ ਲੋਕਤੰਤਰ ਜਦ ਹੱਥ ਚੋਂ ਖਿਸਕਦਾ, ਡੈਮੋਕ੍ਰੇਸੀ ਨੂੰ ਜਦ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅਸੀਂ ਮੁਸ਼ਕਿਲ 'ਚ ਹਾਂ। ਸਾਡੇ ਦੇਸ਼ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੇ ਆਗਾ ਖਾਨ ਦੇ ਝੂਟੇ ਲੈਣ ਦਾ ਹੈਲੀਕਾਪਟਰ ਦੇ ਵਿੱਚ SNC ਲੈਵਲ ਤੇ ਵੀ ਜਿਹੜੀ ਚੈਰਿਟੀ ਦੀ ਗੱਲ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹਦੇ ਲਈ ਲਿਬਰਲਸ ਨੂੰ ਕੁਝ ਅਕਾਊਂਟੇਬਲ ਕਹਿ ਰਹੇ ਹੋ, ਸੇਇੰਗ ਓਨਲੀ ਦੈਟ ਆਈ ਐਮ ਸੌਰੀ, ਆਈ ਐਮ ਸਿੰਸੀਅਰਲੀ ਅਪੋਲੋਜਾਈਜ਼ ਇਟ। ਇਹ ਤਾਂ ਕੋਈ ਸੋਲਿਊਸ਼ਨ ਨਹੀਂ ਹੈ ਨੇਸ਼ਨ ਦੇ ਲੀਡਰ ਦਾ। ਤੁਸੀਂ ਇਸ ਦੇ ਬਾਰੇ ਕੀ ਕਰਨਾ ਚਾਹੁੰਦੇ ਹੋ? ਹੋਰ ਦੇਖੋ,
ਭਾਈ ਸਾਹਿਬ ਬਿਲਕੁਲ ਤੁਹਾਡੇ ਸਵਾਲ ਜ਼ਰੂਰੀ ਸਵਾਲ ਹੈ ਇਹ ਲਿਬਰਲ ਸਰਕਾਰ ਨੇ ਕੀ ਕੀਤਾ ਕਿ ਵਾਰ-ਵਾਰ ਗਲਤੀਆਂ ਕਰਦੇ ਨੇ ਤੇ ਬਾਅਦ ਚੋਂ ਮਾਫੀ ਮੰਗਦੇ ਫਿਰ ਉਹੀ ਜੀ ਗਲਤੀ ਫਿਰ ਮਾਫੀ ਮੰਗਦੇ ਤੇ ਸੋਚਣ ਵਾਲੀ ਗੱਲ ਆ ਕਿ ਇਹ ਬਹੁਤ ਹੀ ਅਜੀਬ ਹੈ ਪਹਿਲੀ ਵਾਰੀ ਹੈ ਕੈਨੇਡੀਅਨ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਸਿਟਿੰਗ ਪ੍ਰਧਾਨ ਮੰਤਰੀ ਨੂੰ ਕੌਨਫਲਿਕਟ ਆਫ ਇੰਟਰਸਟ ਦੇ ਵਿੱਚ ਦੋਸ਼ੀ ਲੱਭਿਆ ਗਿਆ ਕਿ ਦੋਸ਼ੀ ਹੈ ਕਿ ਇਹਨਾਂ ਨੇ ਇਦਾਂ ਕੀਤਾ ਕਸੂਰਵਾਰ ਹੈ ਕਿ ਇਹਨਾਂ ਨੇ ਇਦਾਂ ਕੀਤਾ ਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹੁਣ ਤੀਜਾ ਵਾਰੀ ਲੱਗ ਰਿਹਾ ਹੁਣ ਵੀ ਸਕੈਂਡਲ ਦੇ ਵਿੱਚ ਵੀ ਇਨਵੈਸਟੀਗੇਸ਼ਨ ਚੱਲ ਰਿਹਾ ਐਥਿਕਸ ਕਮਿਸ਼ਨਰ ਤੇ ਸਾਨੂੰ ਲੱਗਦਾ ਹੁਣ ਤੀਜਾ ਵਾਰੀ ਫੜਿਆ ਜਾਊਗਾ ਕਿ ਇਹਨਾਂ ਨੇ ਕਾਨੂੰਨ ਤੋੜਿਆ ਕਮਾਲ ਦੀ ਗੱਲ ਹੈ ਕਿ ਲਿਬਰਲ ਸਰਕਾਰ ਤੇ ਲਿਬਰਲ ਜਿਹੜੇ MP ਨੇ ਤੇ ਜਿਹੜਾ ਪ੍ਰਧਾਨ ਮੰਤਰੀ ਹੈ ਟਰੂਡੋ ਕਿ ਉਹ ਜਦੋਂ ਵੀ ਮੌਕਾ ਮਿਲਦਾ ਕੋਈ ਨਾ ਕੋਈ ਹੇਰਾਫੇਰੀ ਇਹੋ ਜਿਹੇ ਕਰਦੇ ਜਿਹਦੇ 'ਚ ਉਹ ਆਪਣੇ ਨਜ਼ਦੀਕ ਲੋਕਾਂ ਦੀ ਮਦਦ ਕਰਦੇ ਤੇ ਲੋਕਾਂ ਨੂੰ ਨੁਕਸਾਨ ਕਰਦੇ ਸੋ ਇਹਦੇ ਜ਼ਰੂਰ ਆਪਾਂ ਹੋਰ ਨਖੇਦੀ ਕਰਾਂਗੇ ਤੇ ਨਾਲੇ ਹੋਰ ਖੋਜ ਕਰਾਂਗੇ ਕਿ ਵਾਕਈ ਕੀ ਹੋਇਆ ਰੀਸੈਂਟਲੀ ਸਾਨੂੰ ਜਦੋਂ ਲਿਬਰਲ ਸਰਕਾਰ ਨੇ ਸਰਕਾਰ ਬੰਦ ਕੀਤਾ ਸੀ ਉਹ ਤੋਂ ਇੱਕ ਦਿਨ ਪਹਿਲਾਂ ਸਾਨੂੰ ਬਹੁਤ ਸਾਰੇ ਡਾਕੂਮੈਂਟਸ ਮਿਲੇ ਤਕਰੀਬਨ 5000 ਪੇਜਸ ਤੇ ਉਹਦੇ 'ਚ ਆਪਾਂ ਕਾਫੀ ਕੁਝ ਦੇਖਿਆ ਜਿਹਦੇ 'ਚ ਮੰਤਰੀ ਦਾ ਇੱਕ ਬਿਆਨ ਸੀ ਪਰ ਸਬੂਤ ਕੁਝ ਹੋਰ ਕਹਿ ਰਿਹਾ ਸੋ ਉਹ ਸਵਾਲ ਜਵਾਬ ਆਪਾਂ ਕਰਾਂਗੇ ਤੇ ਹੋਰ ਵੀ ਆਪਾਂ ਇਹਦੀ ਪੂਰੀ ਖੋਜ ਕਰਾਂਗੇ ਧੰਨਵਾਦ ਜੀ ਤੁਹਾਡੇ ਸਮੇਂ ਲਈ ਸ਼ੇਰੇ ਪੰਜਾਬ ਰੇਡੀਓ AM 600 ਸ਼ੁਰੂ ਹੋ ਗਿਆ 3 ਦਿਨ ਹੋ ਗਏ ਤੇ ਤੁਸੀਂ ਸਟੂਡੀਓ ਰਿਚਮੰਡ ਦੇ ਵਿੱਚ ਜਦ ਤੁਸੀਂ ਕੰਸਟੀਚੁਐਂਸੀ 'ਚ ਆਏ ਤਾਂ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ ਪਲੀਜ਼ ਸਟੂਡੀਓ 'ਚ ਆਇਓ ਬੈਠ ਕੇ ਖੁੱਲ੍ਹੀ ਗੱਲਬਾਤ ਕਰਾਂਗੇ ਤੁਹਾਨੂੰ ਸ਼ੁਭ ਸ਼ਾਮਾਂ ਬਹੁਤ ਮਿਹਰਬਾਨੀ ਤੁਹਾਨੂੰ ਵੀ ਜੀ ਤੇ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਆਦਾਬ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ NDP ਲੀਡਰ ਸਰ ਜਗਮੀਤ ਸਿੰਘ ਗੱਲਬਾਤ ਕਰ ਰਹੇ ਸੀ ਉਹਨਾਂ ਕੋਲ ਥੋੜ੍ਹਾ ਸਮਾਂ ਸੀ ਜਿੰਨੇ ਕੁ ਮੈਂ ਸਵਾਲ ਪੁੱਛੇ ਉਹਨਾਂ ਤੋਂ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੱਦਾਂਗੇ ਸਟੂਡੀਓ ਦੇ ਵਿੱਚ ਇੱਕ ਵਪਾਰਕ ਸੰਦੇਸ਼ ਲੈ ਲਵਾਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਫਿਰ ਗੱਲਬਾਤ ਕਰਾਂਗੇ ਗੈਂਗ ਲਾਈਫ ਬਾਰੇ ਗੈਂਗ ਲਾਈਫ ਕੀ ਹੈ ਆਰਗੇਨਾਈਜ਼ਡ ਕ੍ਰਾਈਮ ਕਿਹਨੂੰ ਕਹਿੰਦੇ ਨੇ ਸਟਰੀਟ ਲੈਵਲ 'ਤੇ ਕੋਰੀਅਰ ਕੀ ਨੇ ਇਸ 'ਤੇ ਆਉਂਦੇ ਹਾਂ ਸ਼ੇਰੇ ਪੰਜਾਬ ਰੇਡੀਓ ਤੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ ਗੱਲਬਾਤ ਹੁਣ ਕਰਾਂਗੇ ਡਾਕਟਰ ਰੌਬ ਗਾਰਡਨ ਦੇ ਨਾਲ ਡਾਕਟਰ ਰੌਬ ਗਾਰਡਨ ਐਸੋਸੀਏਟ ਡੀਨ ਰਹੇ ਨੇ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸ ਦੇ ਸੀਨੀਅਰ ਕ੍ਰਿਮੀਨੋਲੋਜਿਸਟ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਅਤੇ ਉਹਨਾਂ ਨਾਲ ਗੈਂਗ ਲਾਈਫ ਆਰਗੇਨਾਈਜ਼ਡ ਕ੍ਰਾਈਮ ਕੀ ਹੈ ਅਤੇ ਸਟਰੀਟ ਲੈਵਲ ਦੀ ਜਿਹੜੀ ਕੋਰੀਅਰ ਹੈ ਉਹ ਕੀ ਹੈ Dr. Gordon, good morning and welcome to show. Thank you. Good morning to you. Thank you very much for sparing some time for us. Whenever there is any news for gang life and some firing in shooting in Lower Mainland, then immediately our community think that this is a rivalry. Two gangs are fighting with each other and killing each other. And how you classified them from organized crime to gang life to street level couriers? How you classify them? Well, it's not like collecting butterflies. So the classification systems are not terribly helpful in this context. What we have in Metro Vancouver, and it's spilled over into other parts of BC. There's a fair bit of activity going on in Prince George at the moment, which may sound odd, but it's on the trade route going north and east into areas where there's a great deal of consumption of illegal drugs. And this is really what this is all about. And it's been this way for a number of years. What with the consensus appears to be that at the moment, and by that I mean the last couple of weeks, we've been going through some renewed activity amongst criminal groups who are involved in the drug trade, the illegal drug trade. And there is indeed a dispute going on between at the moment, at any rate, between a group known as the Brothers Keepers, which is related to the Hells Angels,
and the United Nations group, which is an Abbotsford or was an Abbotsford-based group. Roche. And they've been key figures in the illegal drug trade for a number of years now. Yes. So when these we are talking about these gangs, brothers keepers, Kang brothers, Roche, Red Scorpions, they got something which is they got from anywhere from world, whether on the ports or on the cargo, or they get it here. Then they start to fight out. Why they are fighting? To take care of their custody or their area, or what is the rivalry? Well, that's part of it. The overarching struggle for control of the drug trade in Metro Vancouver, and this happens from time to time. And of course, this crosses over municipal boundaries. It's most people agreed it's ridiculous to think of this as being something concentrated in one or the other municipality. It's not. It covers the whole of Metro Vancouver. And it's usually narrowed down to a couple of things. One, aiming at the removal of competitors. That is a key issue, because you get rid of the competitors, then you increase your profits. So it is all about profitability. Disputes between groups or individuals within groups because somebody failed to supply what they promised to supply. Yes. So in legal terms, it would be contract violations. And revenge killings, so what's often referred to as tit-for-tat shootings. These are not always, the shootings that take place don't always result in killings. You can tell the difference by the outcome and the location of the shooting, what the intention actually is. But a lot of it is revenge shootings, and some of the, as I say, some of the killings don't, or some of the events don't actually result in killings. They're near misses, and sometimes that's deliberately so. But also what's going on is a commodity shift. Yes. So we've seen, of course, a change in the structure of the cannabis production industry. Yes. It is still a fairly lively illegal market for the growing and distribution of cannabis, and that's part of it. But it's been taken over very much by opioids and the appearance of synthetic drugs, thinking in particular of fentanyl. Big market for that, big profit to be made from that. That's one of the shifts that's occurred. And the other, of course, is the impact of border closures as a result of the pandemic. Yes. That's created a shortage of supply that the various groups have to work their way around if they are to remain financially viable. So it's a kind of an ugly environment right now. It most certainly could not be described as settled or calm, and those sorts of things are important for profitability. So people involved with these various groups are not wanting necessarily to go out there and start shooting at each other because A, they could be the next target, yes, and B, it affects the bottom line. And so it's not a sort of wild frenzy taking place out there, although at the moment, as I say, it does look as if the activity level has gone up. So that's my take on it right now. Dr. Gordon, if I wanted to get your view on consumers, if there is no consumer, I know there's all over the world, the drugs are being there everywhere from centuries. It can be transitioned into new things. But just like you were talking about cannabis, to legalize them,
is it a solution to legalize these hard drugs? Then, what do you think? yes. Because we never thought about to legalize cannabis 20 years ago. No, that's right. No, I mean, it's the next step, really, in the regulation of the production of what you might call recreational drugs, is to shift towards the same kind of regime that we've created in the context of cannabis. And I think the consensus amongst those who study this stuff is that most certainly would be very beneficial. You're not going to see changes occurring dramatically overnight because these are well-established organizations. The industry is extremely profitable and is resistant to trying to legalize it because that will affect the bottom line. And there will always be people who, for one reason or another, decide that they would rather deal with shady types than go down to the local pharmacy and get the drugs. Now, you've basically got a market that consists of people who are health care users. They are addicted, and addictions are not a criminal justice issue, they are a health issue. And then you've got an equally large group of people who do drugs on a casual basis, and they do it for recreational purposes. So that mixture is compounded by supply issues at the moment. So people had their favorite crews who would, supply drugs to them. They pick up the phone and dial a dope, that kind of stuff. And the supply would come to the front door, or alternatively, you could pick it up at a prearranged spot. But it's not. It's changed, and I think that change, which happened quite quickly and is still happening, has been very unsettling. And that we find that would really lie at the root of a lot of the organized drug trade that's with us at the moment, and maybe the root cause of a lot of these disagreements that result in shootings. Dr. Gordon, if we talk about the addicts, they were family members, they were fathers, brothers, and sisters, well off, living in very cozy household. Suddenly, they got sick, they got hurt, they got some mental issues. And within a year, they are on street, they are on road, they are on alleys. Mental health issue is big issue. I know you have very broader research on this criminology. How you take that mental health issue that we have to take care, because once they get opioid, they get painkillers. From painkillers, Tylenol 3, then they go to morphine, then from morphine to fentanyl. Then these big pharmaceutical companies they prescribed and they give them these painkillers. How you take this mental health issue? Well, it is a mental health issue, which is why the current government, the previous provincial government, because we don't have a government right now. Yes. The previous government actually created a ministry that combined addiction and mental health issues, and that's okay. I mean, that makes a lot of sense to do that. But then what you have to do, of course, is persuade people who are addicted or who are at high risk to make use of the services that are available. And when they seek those services, they have to find them in place and find them helpful. It's a long haul issue. There are no instant solutions. Yes. I don't think anybody dreams that is the case. So it's a long and slow path from significant addiction to recovery. The services are there. They need to be supported properly. I mean, we should hold them accountable if they're using public money.
But we should be optimistic about that prospect, and I hope that a lot of the good work done by the previous government is not lost in the event of a change in administration and a change in ministers. So it's like I say, it's a long haul issue. Yes. There's no magic bullet at this time, nor is there a magic bullet at any time. The experience in other jurisdictions shows that we're pretty much on the right track. What we have to do is deal now with, we've dealt with the issue of marijuana or cannabis. It's still evolving. And we have to concentrate very much on making our response to that better, not at massive cost to the population of taxpayers, because of course people resent seeing their tax money go towards services for individuals who they see are not are responsible for their own misfortune, but are not taking that responsibility and not working on recovery. So you can understand the taxpayer's position on this. Yes. But at the same time, there is a humanitarian component to this, and of course, we've seen dreadful increase in deaths of people who they're not overdosing. They're using toxic drugs. Yes. And so the drug supply has become contaminated in part by quick fix profiteering. Yes, laced with that. And people not taking proper precautions. I mean, a lot of these deaths have occurred not on the streets, but in private homes and so on. Yeah, and that's a tragedy. I mean, naloxone is available that helps, but I was just talking to somebody a couple of days ago about the naloxone situation. Yes. And what's going on the street. And this individual, in the space of a very short period of time, had gone out and left her office in response to calls for help, went out into the street outside her office and administered naloxone. Okay. Several times. Those are stats that are not showing up anywhere. There's the instant service response. So this is a problem. Yes. One way around it, but one way of addressing it is indeed to better control the supply of opioids, and that way we can have some quality control over the drugs that are on the street and being used for recreational and addiction purposes. Dr. Gordon, at last, I need your opinion when there is a shooting and we see our community kid, 20 years old, and their parents moved here for a better life, and his bullet-ridden body on street. How community will react to that? How they, what they do to stop this? What they can put a role as a Canadian? What they can do in this type of scenario? Well, most certainly you struck a chord with me a short moment ago when you were talking about the responsibility of people who are consuming the drugs. Yes. That's part of the economic equation here. That if there were no consumers of these street drugs, there would not be problems with crime groups that are capitalizing and profiteering from it. Now, how you go about persuading people to steer clear of drug use is, of course, a question that has been under consideration for years. And I think certainly education is a component. The new generation coming up, teenagers and others, are bombarded with information about the toxic drug scene. Yes. But you've still got a large number of individuals who are not able, for whatever reason, to disconnect from the use of illegal drugs. And one can only feel
sadness at their difficulties, and try to provide the supports that are available, and encourage people to go and use those supports. Ultimately, it comes down to the person who is addicted, but they need help to seek the solution to their addiction. The addictions are caused by a number of things. Life circumstances most certainly have a bearing on their ability to move to something different, to a more positive trajectory. So they still need that help doing that, and we should recognize that and provide whatever supports we can if they work. Yes. Dr. Gordon, thank you. I'm so pleased to have you on my show, and looking forward again chatting to you. And this is so valuable for us, and you are in this field from years and years. Thank you again from bottom of my heart. Let me just close out by making one statement. Yes. This too shall pass. This current phase of illegal gang activity, yes, that is going to move on. It always does. I've been studying this now for 20, 30 years. Yes. And it runs in cycles. Yes. We happened at the moment, unfortunately, to be in the middle of one. So people should be optimistic and making sure that their children and their brothers and their sisters are being supported if they have drug issues, if they have addiction problems, even if they're using drugs on a recreational basis. When they do that, they're providing money to the groups that are involved in the illegal drug trade. They should remember that every time they purchase something. Yep. Thank you again. Welcome. Thanks. Okay, bye-bye. Bye-bye. Dr. Rob Gordon ਬਹੁਤ ਨੋਨ ਕ੍ਰਿਮੀਨੋਲੋਜਿਸਟ ਨੇ, SFU 'ਚ ਐਸੋਸੀਏਟ ਡੀਨ ਰਹੇ ਨੇ, ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸ। ਦੁਬਾਰਾ ਫਿਰ ਕ੍ਰਿਮੀਨੋਲੋਜੀ ਦੇ ਵਿੱਚੋਂ ਆਏ ਨੇ, ਰਿਟਾਇਰਮੈਂਟ ਦੇ ਨੇੜੇ ਨੇ, ਪਰ ਉਹਨਾਂ ਦਾ ਸ਼ੌਕ ਹੈ 30 ਵਰ੍ਹਿਆਂ ਤੋਂ ਬਾਅਦ ਉਹਨਾਂ ਨੇ ਗੈਂਗ ਐਕਟੀਵਿਟੀਜ਼ ਨੂੰ ਜਿਹੜਾ ਕਲੋਜ਼ ਕੀਤਾ, ਵਾਚ ਕੀਤਾ। ਮਲਟੀ ਲੇਅਰ ਅਪਰੋਚਿਸ ਦੀ ਉਹਨਾਂ ਨੇ ਗੱਲ ਕੀਤੀ ਆ। ਆਪਾਂ ਇਸ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਕਰਾਂਗਾ। ਤੁਸੀਂ ਸ਼ੋਅ ਮੇਰੇ ਪਿਛਲੇ 5-7 ਸਾਲਾਂ ਤੋਂ ਸੁਣੇ ਹੋਣਗੇ। ਡੀਪ ਆਪਾਂ ਗੈਂਗਸ ਦੇ ਵਿੱਚ ਗਏ ਆ ਵੀ ਕੌਣ ਕਿੱਥੇ, ਕੌਣ ਕੰਟਰੋਲ ਕਰ ਰਿਹਾ, ਕੀ ਹੋ ਰਿਹਾ, 9 ਤੋਂ ਲੈ ਕੇ ਫਾਊਂਡਰ ਕੌਣ ਸੀ, ਕਨਫਲਿਕਟ ਕੀ ਸੀ। ਕੋਸ਼ਿਸ਼ ਮੈਂ ਕਰਦਾ ਕਿ ਤੁਹਾਡੇ ਤੱਕ ਇਹ ਗੱਲ ਪਹੁੰਚੇ ਅਤੇ ਅਸੀਂ ਇਸ ਗੱਲ ਦੀ ਤਹਿ ਤੱਕ ਜਾਈਏ। ਅਤੇ ਵਾਪਸ ਆਉਂਦੇ ਹਾਂ ਵਪਾਰਕ ਸੰਦੇਸ਼ਾਂ ਤੋਂ ਬਾਅਦ, ਅਤੇ ਗੱਲਬਾਤ ਚੱਲਦੀ ਰਹੇਗੀ। ਖਬਰਾਂ ਦੀ ਉਡੀਕ ਕਰ ਰਿਹਾ ਜੀ ਮੈਂ। ਖਬਰਾਂ ਤੁਹਾਡੇ ਸਨਮੁਖ ਹੋਣੀਆਂ 10 ਵਜੇ, ਅਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਜਿਹੜਾ ਇਸ਼ੂ ਡਾਕਟਰ ਗੋਰਡਨ ਉਹਨਾਂ ਨੇ ਕੀਤਾ ਕਿ ਗੈਂਗ ਐਕਟੀਵਿਟੀਜ਼, ਗੈਂਗ ਸ਼ੂਟਿੰਗ, ਇਹਦੇ ਵਿੱਚ ਉਹ ਕਹਿੰਦੇ ਵੀ ਇਹ ਸਾਈਕਲ ਹੈ, ਇਹ ਕਿਤੇ ਨਹੀਂ ਜਾਣਾ। ਉਹਨਾਂ ਨੂੰ ਸਵਾਲ ਆਪਾਂ ਅਲੱਗ-ਅਲੱਗ ਪੁੱਛੇ ਸੀ ਕਿ ਕੀ ਇਲੀਗਲ ਡਰੱਗਸ ਨੇ ਜਿਹੜੀਆਂ, ਇਹ ਹਾਰਡ ਜਿਹੜੀਆਂ ਡਰੱਗਸ ਨੇ, ਇਹ ਲੀਗਲ ਕੀਤੀਆਂ ਜਾਣ ਤਾਂ ਇਹਦਾ ਕੋਈ ਫਾਇਦਾ ਹੋ ਸਕਦਾ, ਕਿਉਂਕਿ ਕੈਨਾਬਿਸ ਜਿਹੜਾ ਮੈਰਾਵਾਨਾ ਹੈ, ਇਹ ਕਦੇ ਵੀ ਆਪਾਂ ਸੋਚਿਆ ਨਹੀਂ ਸੀ ਕਿ ਇਹ ਜਿਹੜਾ ਲੀਗਲ ਹੋ ਜੂ। ਪਰ ਲੀਗਲ ਦੇ ਨਾਲ ਕੀ ਇਲੀਗਲ ਜਿਹੜੀ ਐਕਟੀਵਿਟੀ ਹੈ ਉਹ ਖਤਮ ਹੋ ਗਈ? ਇਲੀਗਲ ਸੈਲ ਜਿਹੜਾ ਹੋ ਰਿਹਾ, ਵਿਕ ਰਿਹਾ, ਉਹ ਬੰਦ ਹੋ ਗਿਆ? ਨਹੀਂ, ਉਹ ਵੀ ਚੱਲ ਰਿਹਾ। ਅਤੇ ਇੱਕ ਉਹਨਾਂ ਨੂੰ ਮੈਂ ਪੁੱਛਿਆ ਸੀ ਕਿ ਇਹ ਜਿਹੜੀ ਮਲਟੀ ਲੇਅਰ ਅਪਰੋਚ ਹੈ, ਜਦ ਕੋਈ ਪਰਿਵਾਰ ਦੇ ਵਿੱਚ ਬਿਮਾਰ ਹੋ ਜਾਂਦਾ, ਸੱਟ ਲੱਗ ਜਾਂਦੀ ਹੈ ਕੰਮ 'ਤੇ, ਤਾਂ ਉਹ ਉੱਥੋਂ ਕਿੱਥੇ ਜਾ ਕੇ ਖੜ੍ਹਦਾ। ਖਬਰਾਂ ਤੋਂ ਬਾਅਦ ਆ ਕੇ ਆਪਾਂ ਲਾਈਨ ਤੁਹਾਡੇ ਲਈ ਲਾਈਨਾਂ ਖੁੱਲ੍ਹੀਆਂ ਨੇ 778-222-0600। 7 ਮਿੰਟਾਂ ਤੱਕ ਪਲੀਜ਼ ਫੋਨ ਕਰਿਓ, ਆਪਾਂ ਇਸ ਵਿਸ਼ੇ 'ਤੇ ਗੱਲਬਾਤ ਕਰੀਏ। ਹੁਣ ਖਬਰਾਂ। ਸ਼ੇਰੇ ਪੰਜਾਬ ਰੇਡੀਓ AM 600 ਸੱਚ ਦੀ ਦਹਾੜ। 5, 4, 3, 2, 1. News at top of the hour. Only at Shere Punjab Radio AM 600.
ਬੁੱਧਵਾਰ ਰਾਤ ਨੂੰ ਵੈਨਕੂਵਰ ਦੇ ਸੈਂਟਰਲ ਲੌਂਸਡੇਲ ਏਰੀਆ ਵਿੱਚ ਗੋਲੀ ਚੱਲਣ ਦੀ ਖਬਰ ਮਿਲੀ ਹੈ। ਰਾਤ 11 ਵਜੇ ਈਸਟ 17 ਸਟਰੀਟ ਦੇ ਇਲਾਕੇ ਨੇੜੇ ਸੇਂਟ ਐਂਡਰਿਊਜ਼ ਅਤੇ ਸੇਂਟ ਜਾਰਜ ਐਵਨਿਊਜ਼ ਦੇ ਦਰਮਿਆਨ ਗੋਲੀ ਚੱਲਣ ਦੀਆਂ ਆਵਾਜ਼ਾਂ ਆਈਆਂ। ਇਸ ਪੂਰੀ ਘਟਨਾ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇਸ ਖਬਰ ਦਾ ਵੇਰਵਾ ਆਉਣਾ ਅਜੇ ਬਾਕੀ ਹੈ। BC ਟੀਚਰਸ ਫੈਡਰੇਸ਼ਨ ਵੱਲੋਂ ਸਕੂਲਾਂ ਵਿੱਚ ਕੋਵਿਡ-19 ਦੀਆਂ ਇਨਫੈਕਸ਼ਨਸ ਦੇ ਸਬੰਧ ਵਿੱਚ ਚਿੰਤਾ ਜ਼ਾਹਿਰ ਕਰਦਿਆਂ ਡਾਕਟਰ ਬੋਨੀ ਹੈਨਰੀ ਨਾਲ ਇੱਕ ਮੁਲਾਕਾਤ ਕਰਨ ਦੇ ਵਿਚਾਰ ਕੀਤੇ ਜਾ ਰਹੇ ਹਨ। ਟੀਚਰਸ ਫੈਡਰੇਸ਼ਨ ਨੇ ਡਾਕਟਰ ਬੋਨੀ ਹੈਨਰੀ ਨੂੰ ਇੱਕ ਹਫ਼ਤੇ ਪਹਿਲਾਂ ਇੱਕ ਖਤ ਲਿਖ ਕੇ ਇੱਕ ਫਾਰਮਲ ਮੀਟਿੰਗ ਆਯੋਜਿਤ ਕਰਨ ਦੀ ਬੇਨਤੀ ਕੀਤੀ ਸੀ, ਪਰ ਉਹਨਾਂ ਵੱਲੋਂ ਕੋਈ ਜਵਾਬ ਨਾ ਆਉਣ ਤੇ ਉਹਨਾਂ ਆਪਣੀ ਗੱਲ ਖੁੱਲ੍ਹੇ ਤੌਰ ਤੇ ਸਾਹਮਣੇ ਲੈ ਆਂਦੀ ਹੈ। BC ਟੀਚਰਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਟੈਰੀ ਮੂਰਿੰਗ ਦਾ ਕਹਿਣਾ ਹੈ ਕਿ ਯੂਨੀਅਨ ਪਾਰਦਰਸ਼ਿਤਾ ਚਾਹੁੰਦੀ ਹੈ। ਸਕੂਲਾਂ ਵਿੱਚ ਕੋਵਿਡ-19 ਦੇ ਐਕਸਪੋਜ਼ਰ ਦੇ ਸਬੰਧ ਵਿੱਚ ਸਮੇਂ ਸਿਰ ਪੂਰੀ ਜਾਣਕਾਰੀ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਸੰਬੰਧੀ ਵਧੇਰੇ ਇੰਤਜ਼ਾਮ ਹੋਣੇ ਚਾਹੀਦੇ ਹਨ। BC ਟੀਚਰਸ ਫੈਡਰੇਸ਼ਨ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਫਰੇਜ਼ਰ ਹੈਲਥ ਲਗਾਤਾਰ ਮਾਪਿਆਂ ਦੇ ਨਾਲ ਗੱਲਬਾਤ ਕਰਕੇ ਸਮੇਂ ਸਿਰ ਜਾਣਕਾਰੀ ਜਨਤਕ ਕਰ ਰਹੇ ਹਨ, ਪਰ ਫਿਰ ਵੀ ਵੈਨਕੂਵਰ ਕੋਸਟਲ ਹੈਲਥ ਅਜਿਹਾ ਕਰਨ ਵਿੱਚ ਅਸਫਲ ਰਿਹਾ ਹੈ। BC ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 123 ਨਵੇਂ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਸੂਬੇ ਦੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਇਸ ਸਮੇਂ ਸੂਬੇ ਵਿੱਚ 123 ਐਕਟਿਵ ਕੇਸਿਸ ਹਨ। ਹੁਣ ਤੱਕ BC ਵਿੱਚ ਕੁੱਲ 9,138 ਵਿਅਕਤੀ ਕੋਵਿਡ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 7,591 ਲੋਕ ਇਸ ਬਿਮਾਰੀ ਤੋਂ ਰਿਕਵਰ ਵੀ ਹੋ ਚੁੱਕੇ ਹਨ। ਬੋਨੀ ਹੈਨਰੀ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਸੂਬੇ ਵਿੱਚ ਸਭ ਤੋਂ ਜ਼ਿਆਦਾ 9,752 ਟੈਸਟ ਕੀਤੇ ਗਏ। BC ਵਿੱਚ ਹੁਣ ਤੱਕ ਕੋਵਿਡ ਨਾਲ 234 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਕੋਵਿਡ ਦੇ ਚੱਲਦਿਆਂ BC ਵਿੱਚ ਐਮਰਜੈਂਸੀ ਨੂੰ 13 ਅਕਤੂਬਰ ਤੱਕ ਲਈ ਵਧਾ ਦਿੱਤਾ ਗਿਆ ਸੀ। ਉਧਰ ਸਸਕੈਚਵਾਨ ਵਿੱਚ ਚੋਣਾਂ ਦੇ ਐਲਾਨ ਮਗਰੋਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਹੈ। ਸਸਕੈਚਵਾਨ ਵਿੱਚ ਚੋਣਾਂ 26 ਅਕਤੂਬਰ ਨੂੰ ਪੈਣਗੀਆਂ। ਸਸਕੈਚਵਾਨ ਸੂਬੇ ਵਿੱਚ 51 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ 31 ਸੀਟਾਂ ਦੀ ਜ਼ਰੂਰਤ ਪਏਗੀ। NDP ਲਈ ਇਹਨਾਂ ਚੋਣਾਂ ਵਿੱਚ ਟੈਕਸ ਇੱਕ ਵੱਡਾ ਮੁੱਦਾ ਰਹੇਗਾ। ਸਸਕੈਚਵਾਨ ਵਿੱਚ NDP ਵੱਲੋਂ ਅਫੋਰਡੇਬਲ ਚਾਈਲਡ ਕੇਅਰ ਮਿਨੀਮਮ ਵੇਜਸ ਵਿੱਚ ਵਾਧਾ ਕਰਨ ਅਤੇ ਕਲਾਸ ਸਾਈਜ਼ ਘਟਾਉਣ ਦੀਆਂ ਗੱਲਾਂ ਆਖੀਆਂ ਗਈਆਂ ਹਨ। ਭਾਰਤ ਦੇ ਸੂਬੇ ਪੰਜਾਬ ਵਿੱਚ ਕੋਰੋਨਾ ਦੇ ਚਲਦਿਆਂ ਲਗਾਏ ਗਏ ਐਤਵਾਰ ਦੇ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚਲਦਿਆਂ ਸੂਬਾ ਸਰਕਾਰ ਵੱਲੋਂ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤਾਲਾਬੰਦੀ ਲਗਾਈ ਗਈ ਸੀ, ਜਿਸ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਰਾਤ ਦਾ ਕਰਫਿਊ ਵੀ ਖਤਮ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਕਾਰ ਜਾਂ ਬੱਸਾਂ ਵਿੱਚ ਵੀ ਲੋਕ ਪਹਿਲਾਂ ਦੀ ਤਰ੍ਹਾਂ ਹੀ ਸਫ਼ਰ ਕਰ ਸਕਣਗੇ ਅਤੇ ਵਿਆਹ ਅਤੇ ਹੋਰ ਸਮਾਗਮਾਂ ਤੇ 100 ਵਿਅਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਧਰ ਭਾਰਤ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਫਸਲਾਂ ਦੇ ਸੰਬੰਧ ਵਿੱਚ 3 ਖੇਤੀ ਆਰਡੀਨੈਂਸ ਪਾਸ ਕੀਤੇ ਜਾਣ ਤੋਂ ਬਾਅਦ 60 ਤੋਂ ਵੱਧ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਦਾ ਪ੍ਰਗਟਾਵਾ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਵੱਲੋਂ ਅੰਕੜੇ ਜਾਰੀ ਕਰਦਿਆਂ ਕੀਤਾ ਗਿਆ। ਦੱਸਣਯੋਗ ਹੈ ਕਿ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ, ਜਥੇਬੰਦੀਆਂ, ਕਿਸਾਨਾਂ ਦੇ ਨਾਲ ਕਈ ਕਲਾਕਾਰਾਂ ਵੱਲੋਂ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਘੱਟ ਸਨ, ਪਰ ਹੁਣ ਉਹ ਮੁੜ ਤੋਂ ਵੱਧ ਗਏ ਹਨ। ਉਧਰ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਦੇ ਖਿਲਾਫ ਬੁੱਧੀਜੀਵੀਆਂ, ਵਕੀਲਾਂ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਉੱਤੇ ਅੱਧੀ ਰਾਤ ਨੂੰ ਜਬਰੀ ਸੰਸਕਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੰਬੰਧਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਮਗਰੋਂ ਮੁੱਖ ਮੰਤਰੀ ਨੇ ਕੇਸ ਦੀ ਜਾਂਚ ਬਾਰੇ 3 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਉਹਨਾਂ ਨੇ ਇਸ ਕਮੇਟੀ ਨੂੰ 7 ਦਿਨਾਂ ਵਿੱਚ ਰਿਪੋਰਟ ਸੌਂਪਣ ਲਈ ਕਿਹਾ ਹੈ। ਯੋਗੀ ਆਦਿੱਤਿਆਨਾਥ ਨੇ ਕੇਸ ਫਾਸਟ ਟਰੈਕ ਕੋਰਟ ਵਿੱਚ ਚਲਾਉਣ ਦੀ ਵੀ ਹਦਾਇਤ ਕੀਤੀ ਹੈ। ਕਾਂਗਰਸ ਅਤੇ ਹੋਰ ਪਾਰਟੀਆਂ ਨੇ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਧਰ ਇੱਕ ਤਾਜ਼ਾ ਖਬਰ ਮੁਤਾਬਿਕ ਦਿੱਲੀ ਦੇ ਸਫਦਰਜੰਗ ਹਸਪਤਾਲ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਫੋਰੈਂਸਿਕ ਲੈਬ ਦੀ ਰਿਪੋਰਟ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਪੀੜਤਾ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਹੋਇਆ ਹੀ ਨਹੀਂ ਸੀ। ਹਾਥਰਸ ਦੀ ਪੀੜਤਾ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋਈ ਸੀ। ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਪੀੜਤਾ ਦੀ ਧੌਣ ਤੇ ਸੱਟ ਦੇ ਨਿਸ਼ਾਨ ਸਨ ਅਤੇ ਰੀੜ੍ਹ ਦੀਆਂ ਹੱਡੀਆਂ ਵੀ ਟੁੱਟੀਆਂ ਹੋਈਆਂ ਸਨ। ਪੀੜਤਾ ਨੂੰ ਬਲੱਡ ਇਨਫੈਕਸ਼ਨ ਅਤੇ ਹਾਰਟ ਅਟੈਕ ਵੀ ਆਇਆ ਸੀ। ਰਿਪੋਰਟ ਮੁਤਾਬਿਕ ਮੌਤ ਦਾ ਸਮਾਂ 29 ਸਤੰਬਰ ਸਵੇਰੇ 6:55 ਦੱਸਿਆ ਜਾ ਰਿਹਾ ਹੈ। ਉੱਥੋਂ ਦੇ ADG ਪ੍ਰਸ਼ਾਂਤ ਕੁਮਾਰ ਮੁਤਾਬਿਕ ਆਗਰਾ ਦੀ ਲੈਬ ਤੋਂ ਮਿਲੀ ਰਿਪੋਰਟ ਮੁਤਾਬਿਕ ਇਸ ਯੁਵਤੀ ਨਾਲ ਬਲਾਤਕਾਰ ਹੋਇਆ ਹੀ ਨਹੀਂ ਸੀ, ਪਰ ਕੁਝ ਲੋਕਾਂ ਨੇ ਇਸ ਪੂਰੇ ਰਾਜ ਵਿੱਚ ਤਣਾਅ ਪੈਦਾ ਕਰਨ ਦੇ ਮਕਸਦ ਨਾਲ ਇਸ ਕੇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੇਰੇ ਪੰਜਾਬ ਨਿਊਜ਼ ਰੂਮ ਤੋਂ ਮੈਂ ਹਾਂ ਨਿਮੀ। 778 222 0600 ਹੈ ਬਈ। ਸੁੱਚਾ ਸਾਚਾਂ ਖਾਸੀਆਂ ਨੇ। ਹਲੇ ਮੇਰੇ ਕਈ ਵਾਰ ਸੂਤ ਨਹੀਂ ਆਉਂਦਾ, ਇੱਧਰ ਉੱਧਰ ਲੱਗ ਜਾਂਦਾ ਹੱਥ, ਵਿੱਚੇ ਸਾਰਾ ਕੁਝ ਚੱਲ ਜਾਂਦਾ। ਕੱਲ
ਕਈ ਹੱਸਦੇ ਸੀ, ਕਹਿੰਦੇ ਲੋਕ ਸੱਥ ਵਾਲਾ ਇਹ 'ਚ ਸਵਾਦ ਨਹੀਂ ਆਉਂਦਾ, ਆਊਗਾ ਲੋਕ ਸੱਥ ਦਾ ਵੀ ਸਵਾਦ ਆਊਗਾ। ਹਲੇ ਸ਼ੁਰੂ ਵਾਲਾ ਹੈ, 2-4 ਦਿਨ ਦੇ ਦਿਓ, ਅਗਲੇ ਸੋਮਵਾਰ ਨੂੰ ਕਰ ਦਿਆਂਗੇ ਫਿੱਟ। ਜਿਵੇਂ ਕਹੀਦਾ ਨਾ ਵੀ ਮੰਗੜੇ ਦਾ ਹੀ ਰੌਲਾ ਹੁੰਦਾ, ਮਿਰਗੀ ਹਟ ਜਾਂਦੀ ਹੈ। ਕੈਮਰੇ ਹੋ ਤੁਸੀਂ, ਫਰਕ ਬਹੁਤ ਹੈ। ਸਟੂਡੀਓ 'ਚ ਬੈਠੇ ਆ, ਸਟੇਟ ਆਫ ਆਰਟ ਫੈਸਿਲਿਟੀ ਨਵੀਂ ਬਣੀ ਹੈ ਅਤੇ ਬਹੁਤ ਕੁਝ ਹੈ ਇਹਦੇ 'ਚ ਜਿਹੜਾ ਸਾਨੂੰ ਹਲੇ ਹੈਂਡ ਔਨ ਨੂੰ ਥੋੜ੍ਹਾ ਜਿਹਾ ਸਮਾਂ ਲੱਗਣਾ। ਪਰ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਸੁਣਨ ਵਾਲੇ ਹੋ, ਅਤੇ ਉੱਪਰ ਪਰਵਰਦਿਗਾਰ ਦਾ, ਗੁਰੂ ਸਾਹਿਬ ਦੀ ਅਪਾਰ ਕਿਰਪਾ ਜੀ ਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ। 778-222-0600 ਇਹ ਨੰਬਰ ਹੈ। ਜਿਹੜੀ ਤੁਸੀਂ ਹੁਣ ਗੱਲਬਾਤ ਸੁਣੀ ਸੀ ਡਾਕਟਰ ਗੋਰਡਨ ਹੋਣਾ ਦੀ, ਡਾਕਟਰ ਗੋਰਡਨ ਹੋਣੀ ਕੀ ਕਹਿ ਰਹੇ ਨੇ, ਉਹਨਾਂ ਨਾਲ ਸ਼ੁਰੂ 'ਚ ਕੀਤੀ ਵੀ ਇਹਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ, ਸਟਰੀਟ ਲੈਵਲ ਗੈਂਗਸ ਅਤੇ ਔਰਗੇਨਾਈਜ਼ਡ ਕ੍ਰਾਈਮ। ਔਰਗੇਨਾਈਜ਼ਡ ਕ੍ਰਾਈਮ ਕੀ ਹੈ? ਉਹ ਫੈਮਲੀਜ਼ ਨੇ, ਜਿਵੇਂ ਰਜ਼ਿਊਟੋ ਫੈਮਲੀ ਹੋਈ ਹੈ ਮੌਂਟਰੀਅਲ ਦੀ, ਹੈਲਜ਼ ਐਂਜਲ ਵੀ ਇੱਕ ਫੈਮਲੀ ਆ, ਔਰਗੇਨਾਈਜ਼ਡ ਕ੍ਰਾਈਮ ਹੈ। ਅਤੇ ਜਿਹੜੇ ਉਦੋਂ ਥੱਲੜੇ ਗੈਂਗ ਨੇ ਸਾਡੇ ਬਹੁਤ ਨੇ, ਸਕੋਰਪੀਅਨਸ ਨੇ, ਵੋਲਫ ਪੈਕ ਆ, ਯੂਨਾਈਟਡ ਨੇਸ਼ਨ ਆ, ਰੋਸ਼ੇ ਨੇ ਜਿਹੜਾ ਸ਼ੁਰੂ ਕੀਤਾ 30 ਸਾਲ ਦੀ ਸਜ਼ਾ ਹੋਈ ਹੈ, ਜਿਹਦੇ 'ਚ ਬਾਅਦ 'ਚ ਦੂੜੇ ਬ੍ਰਦਰਜ਼ ਆਏ ਨੇ। ਜੇ ਤੁਸੀਂ ਬ੍ਰਦਰਜ਼ ਕੀਪਰ ਦੀ ਗੱਲ ਕਰਦੇ ਹੋ ਗਰੇਵਾਲ, ਦੇਖੋ ਮੈਂ ਇਹ ਗਲੋਰੀਫਾਈ ਨਹੀਂ ਕਰ ਰਿਹਾ, ਇਹ ਅਨਫੋਰਚੂਨੇਟ ਪਾਰਟ ਹੈ। ਸਾਡੇ ਪਰਿਵਾਰਾਂ ਦੇ ਬੱਚੇ ਆ, ਕਿਸੇ ਕਾਰਨ ਵੀ ਉਹ ਇੱਧਰ ਚਲੇ ਗਏ, ਪਰ ਉਹਨਾਂ ਦੀ ਗੈਂਗਸ ਬਣ ਗਏ, ਨਿਰਭਉ ਢਿੱਡਾਂ 'ਤੇ ਲਿਖਾ ਲਿਆ। ਅਤੇ ਗੋਬਿੰਦਰ ਦਾ ਜਦ ਗਰੇਵਾਲ ਦਾ ਕਤਲ ਹੁੰਦਾ ਹੈ, ਪੈਂਟ ਹਾਊਸ ਦੇ ਵਿੱਚ ਤੁਸੀਂ ਵੜ ਨਹੀਂ ਸਕਦੇ, ਤੁਹਾਡੇ ਕੋਲ ਐਕਸੈਸ ਹੈ ਨਾਰਥ ਵੈਨ ਦੀ ਉਹ ਜਿਹੜੀ ਹਾਈ ਰਾਈਜ਼ ਦੇ ਵਿੱਚ, ਤੁਹਾਡੇ ਤੋਂ ਬਿਨਾਂ ਨਹੀਂ ਤੁਸੀਂ ਜਾ ਸਕਦੇ। ਪਰ ਕਿੱਥੇ ਦੀ ਬੰਦਾ ਚੜ੍ਹ ਗਿਆ, ਟੈਕਨੀਸ਼ੀਅਨ ਬਣ ਗਿਆ, ਕੀ ਬਣ ਗਿਆ। ਜਦ ਉਹ ਉੱਪਰ ਗਿਆ ਤਾਂ ਉਹਨੂੰ ਬਹੁਤ ਚਿਰ ਬਾਅਦ ਉਹਦੀ ਬਾਡੀ ਪਾਈ ਗਈ ਅਤੇ ਉਹ ਮਾਰਿਆ ਗਿਆ। ਕੰਗ ਬ੍ਰਦਰਜ਼ ਦੇ ਵਿੱਚ ਜਿਹੜਾ ਇੱਕ ਭਾਈ 'ਤੇ ਕਾਤਲਾਨਾ ਹਮਲਾ ਹੋਇਆ ਸਰੀ ਦੇ ਵਿੱਚ, ਉਹ ਮਾਰਿਆ ਗਿਆ। ਫਿਰ ਬਹੁਤ ਵੱਡੀ ਇੱਕ ਜਿਹੜੀ ਗੈਂਗ ਟਾਸਕ ਫੋਰਸ ਨੇ, ਲੈਟੀਮਰ ਗਰੁੱਪ ਜਿਹੜਾ ਸਕੋਰਪੀਅਨ ਦਾ ਮੇਨ, ਅਤੇ ਕੈਂਗ ਗਰੁੱਪ ਜਿਹੜਾ ਅਲਾਈਨ ਹੋ ਗਿਆ ਥੋੜ੍ਹਾ ਜਿਹਾ ਬੇਕਨਸ ਨਾਲ। ਬੇਕਨਸ ਕੌਣ ਨੇ? ਬੇਕਨਸ 3 ਭਾਈ, ਤੁਹਾਨੂੰ ਪਤਾ ਹੈ, ਐਬਸਫੋਰਡ ਦੇ ਵਿੱਚ ਤਕੜੇ ਇੱਕੋ ਹੀ ਪਰਿਵਾਰ ਦੇ। ਇਹ ਇੱਕ ਪਰਿਵਾਰ ਵੇਖਿਆ ਜਿਹੜਾ ਗੈਂਗ ਲਾਈਫ ਨੂੰ ਡਿਗਨੀਫਾਈ ਕਰਦਾ। ਪੇਰੈਂਟਸ ਵੀ ਉਹਦੇ ਕਹਿੰਦੇ ਸਾਡੇ ਜਵਾਕ ਗੈਂਗਸਟਰ ਨੇ, ਸਾਡੇ ਜਵਾਕ ਜਿਹੜੇ ਨੇ ਉਹਨਾਂ ਦੇ ਫਾਦਰ 3 ਪੀਸ ਪਾ ਕੇ, ਜਿਹੜਾ ਮਦਰ ਫਾਦਰ ਦੋਨੇ ਆਉਂਦੇ ਵੈਲ ਡਰੈਸਡ। ਜੋਨਾਥਨ ਬੇਕਨ ਦਾ ਕਤਲ ਹੋਇਆ, ਉਹ ਕਤਲ ਜਿਹੜਾ ਹੈ ਉਹ ਉਸ ਤੋਂ ਬਾਅਦ ਰਿਟੈਲੀਏਟ ਰੈੱਡ ਸਕੋਰਪੀਅਨ ਨੇ ਨਹੀਂ ਕੀਤਾ, ਕਿਉਂਕਿ ਇੱਕ ਭਾਈ ਅੰਦਰ ਸੀ, ਦੂਜਾ ਫੇਰ ਉਹਨਾਂ ਨੇ ਫੜ ਲਿਆ। 3 ਭਾਈ, ਇੱਕ ਮਾਰਿਆ ਗਿਆ, 2 ਅੰਦਰ ਬੈਠੇ ਆ। ਸਰੀ 6 ਦੇ ਵਿੱਚ ਗਿਲਟੀ ਪਲੀ ਕਰ ਲਿਆ, ਅਤੇ ਉਹਦੇ ਵਿੱਚ ਹੁਣ ਸਜ਼ਾ ਪਹਿਲਾਂ ਹੀ 5-4 ਜਿਹੜੇ ਸਾਲ ਨਿਕਲੇ ਨੇ, 5-7 ਸਾਲ ਹੋਰ ਤੋਂ ਬਾਅਦ ਉਸਨੇ ਜਿਹੜਾ ਬਾਹਰ ਆ ਜਾਣਾ। ਸੋ ਇਹ ਜਿਹੜੀ ਕਹਾਣੀ ਚੱਲਦੀ ਹੈ, ਜਿਹੜੀ ਕਲੋਨਾ ਦੇ ਵਿੱਚ ਬੇਕਨ 'ਤੇ ਹਮਲਾ ਹੋਇਆ ਸੀ, ਉਹ ਦਿਨ ਦਿਹਾੜੇ ਉਹਦੇ ਵਿੱਚ ਨਾਲ ਹੀ ਹੈਲਜ਼ ਐਂਜਲ ਦਾ ਲੈਰੀ ਅਮੈਰੋ ਸੀ, ਅਤੇ ਇੱਕ ਹੀ ਉਹਨਾਂ ਦੇ ਵਿੱਚੋਂ ਕੁੜੀ ਸੀ ਜਿਹੜੀ ਹਲੇ ਲਾਈਫ ਸਪੋਰਟ 'ਤੇ ਪਈ ਹੈ ਨਹੀਂ ਚੈਪਟਰ ਦੀ ਸ਼ਾਇਦ। ਇਹਦੇ ਵਿੱਚ ਹੈਲਜ਼ ਐਂਜਲ ਦੇ ਵਿੱਚ ਸਾਡਾ ਨਾਂ ਕਦੇ ਨਹੀਂ ਸੀ, ਪਰ ਸ਼ਮਿੰਦਰ ਗਰੇਵਾਲ ਦੇ ਨਾਂ ਇਹ ਆਇਆ ਜਦ ਉਹਨੇ ਹਾਰਡ ਸਾਈਡ ਦਾ ਇੱਕ ਚੈਪਟਰ ਆਪ ਬਣਾ ਲਿਆ ਸਰੀ ਦੇ ਵਿੱਚ, ਅਤੇ ਉਹ ਕਲੱਬ ਹਾਊਸ ਜਿਹੜਾ ਉਹ 96 ਦੇ ਅਤੇ 180 ਦੇ ਨੇੜੇ ਉਹ ਕਲੱਬ ਹਾਊਸ ਬਣ ਗਿਆ, ਅਤੇ ਉਹਦਾ ਵੀ ਕਤਲ ਹੋ ਗਿਆ। ਤੁਹਾਨੂੰ ਪਤਾ ਹੈ ਕਿ ਡਰਾਈਵ ਥਰੂ ਜਦ ਉਹ ਕੌਫੀ ਲੈ ਰਿਹਾ ਸੀ ਸਾਊਥ ਸਰੀ 'ਚ 32 ਤੇ 152 'ਤੇ। ਇਹ ਜਿਹੜੀ ਹੁਣ ਇਸ ਲਾਈਫ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇਹ ਜਿਹੜੀ ਜਦ ਗੋਲੀਆਂ ਚੱਲਦੀਆਂ, ਭਾਈਚਾਰਾ ਦੁੱਖ 'ਚ ਚਲੇ ਜਾਂਦਾ, ਭਾਈਚਾਰਾ ਜਦ ਦੁੱਖ ਚਲੇ ਜਾਂਦਾ, ਸੋਚਦੇ ਨੇ ਕਿ ਕੀ ਹੋ ਗਿਆ, ਕਿਵੇਂ ਹੋਊ, ਆਹ ਕੀ ਹੋ ਗਿਆ। ਪਰ ਡਾਕਟਰ ਗੋਰਡਨ ਇਹ ਕਹਿ ਰਹੇ ਸੀ ਬਈ ਇਹ ਤਾਂ ਇਸ ਤਰ੍ਹਾਂ ਹੀ ਚੱਲਦਾ, ਇਹ ਐਸਕਲੇਟ ਹੋ ਜਾਂਦਾ, ਇਹ ਸਲੋ ਹੋ ਜਾਂਦਾ। ਮੈਂ ਉਹਨਾਂ ਨਾਲ ਇੱਕ ਇਹ ਵੀ ਗੱਲ ਕੀਤੀ ਕਿ ਇਹ ਕੰਟਰੋਲ ਜਿਹੜਾ ਕੰਜ਼ਿਊਮਰ ਹੈ, ਕਦੇ ਉਹ ਖਤਮ ਹੋ ਸਕਦਾ? ਉਹ ਹੱਸਣ ਲੱਗ ਗਏ, ਕਹਿੰਦੇ ਨਹੀਂ ਇਹ ਬੜਾ ਔਖਾ ਹੈ, ਇਹ ਨਹੀਂ ਕਦੇ ਹੋ ਸਕਦਾ। ਇਹ ਤਾਂ ਇਸ ਤਰ੍ਹਾਂ ਹੀ ਜ਼ਿੰਦਗੀ ਰਹਿੰਦੀ ਹੈ। ਦੁਨੀਆ ਦੇ ਵਿੱਚ ਅੱਜ ਦੀਆਂ ਡਰੱਗਸ ਨਹੀਂ ਵਿਕਦੀਆਂ, ਬਹੁਤ ਚਿਰ ਦੀਆਂ ਡਰੱਗਸ ਵਿਕਦੀਆਂ ਨੇ, ਅਤੇ ਇਸ ਨੂੰ ਫਿਰ ਕੰਟਰੋਲ ਕਰਦੇ ਨੇ, ਸੌਖਾ ਪੈਸਾ। ਇਹਨਾਂ ਦਿਨਾਂ ਦੇ 'ਚ ਕੋਵਿਡ-19 ਕਰਕੇ ਕਹਿੰਦੇ ਬਾਰਡਰ ਬੰਦ ਹੋ ਗਿਆ, ਕਮੋਡਿਟੀ ਦੀ ਮੁਸ਼ਕਲ ਹੋ ਗਈ, ਜਿਹੜਾ ਕੁਛ ਸਮਾਨ ਮਿਲ ਰਿਹਾ ਹੈ ਉਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਉਹਦੇ 'ਚ ਮਿਲਾਵਟ ਹੁੰਦੀ ਹੈ, ਮਿਲਾਵਟ ਨਾਲ ਬੰਦੇ ਮਰਦੇ ਆ। ਸਟਰੀਟ 'ਤੇ ਕਹਿੰਦੇ ਬਹੁਤ ਘੱਟ ਬੰਦੇ ਮਰਦੇ ਆ, ਘਰਾਂ 'ਚ ਵੀ ਮਰਦੇ ਆ। ਘਰਾਂ 'ਚ ਮਰਨ ਦਾ ਕਾਰਨ
ਉਹੀ ਜਿੱਥੋਂ ਗੱਲ ਤੁਰੀ ਕਿ ਕੰਮ ਤੇ ਚੰਗੇ ਭਲੇ ਕੰਮ ਕਰਦੇ ਬੰਦਿਆਂ ਦੇ ਸੱਟ ਲੱਗ ਗਈ, ਸੱਟ ਲੱਗਦੀ ਉਹ ਚਲੇ ਗਿਆ ਪੇਨ ਕਿਲਰਸ ਤੇ ਪੇਨ ਕਿਲਰਸ ਬਹੁਤ ਜ਼ਿਆਦਾ ਵੱਡੀ ਪਾਵਰ ਦੇ ਦਿੱਤੇ, ਵੱਡੀ ਪਾਵਰ ਦੇ ਦਿੱਤੇ, ਉਹਦਾ ਐਡਿਕਟ ਹੋ ਗਿਆ। ਐਡਿਕਸ਼ਨ ਇਸ ਤਰ੍ਹਾਂ ਵੱਧ ਗਈ, ਕੰਮ ਤੇ ਜਾਣੋਂ ਹਟ ਗਿਆ, ਕੰਮ ਤੇ ਜਾਣੋਂ ਹਟ ਗਿਆ, ਅਨਪਲਾਇਮੈਂਟ ਮੁੱਕ ਗਈ, ਪੈਸੇ ਮੁੱਕ ਗਏ, ਘਰ ਚਲੇ ਗਿਆ ਤੇ ਸੜਕ ਤੇ। ਸੋ ਇਹ ਜਿਹੜਾ ਇਹ ਇਸ਼ੂ ਹੈ ਜਿੱਥੋਂ ਤੁਸੀਂ ਇਹ ਸਾਰੀ ਇਸ ਚੀਜ਼ ਦੀ ਜੜ ਹੈ, ਜਿੱਥੋਂ ਅਸਲ ਕਹਾਣੀ ਇਹ ਚੱਲਦੀ ਹੈ। ਪਰ ਇਸ ਦਾ ਅੰਤ ਕੀ ਹੈ? ਜਦ ਇਹ 97, 98, 2000 ਦੇ ਵਿੱਚ ਭਾਈਚਾਰੇ 'ਚ ਬੜਾ ਵਧਿਆ, ਜਦ ਬਿੰਦੀ ਜੌਹਲ ਤੇ ਹੋਰ ਸਾਰੇ ਉਸ ਸਮੇਂ ਦੇ ਜਿਹੜੇ ਵੱਡੇ ਨਾਂ ਇਸ ਦੇ ਵਿੱਚ ਆਏ, ਉਸ ਤੋਂ ਬਾਅਦ ਬਹੁਤ ਤੇਜ਼ੀ ਆਈ। ਉਹਨਾਂ ਦੇ ਗਾਂ ਐਸੋਸੀਏਟਸ ਨੇ ਇਹ ਟੇਕ ਓਵਰ ਕਰ ਲਿਆ ਜਦ ਉਹ ਮਾਰੇ ਗਏ। ਫਿਰ ਇੱਕ ਦੂਜੇ 'ਚ ਦੀ ਕਤਲੋ ਗਾਰਤ ਹੋਈ, 200-250 ਮੁੰਡਾ ਸਾਡਾ ਮਾਰਿਆ ਗਿਆ। ਫਿਰ 5-7 ਸਾਲ ਆਰਾਮ ਰਿਹਾ। ਪਿਛਲੇ 4 ਸਾਲ ਤੋਂ ਬੜੀ ਤੇਜ਼ੀ ਫੇਰ ਹੋਈ ਹੈ। ਇਹ ਅਪ ਐਂਡ ਡਾਊਨ ਆਉਂਦਾ। ਸਰੀ ਦੇ ਵਿੱਚ ਜਦ 2 ਜਵਾਕ ਪਾਰਕ 'ਚੋਂ ਚੱਕ ਕੇ ਜਿਹੜੇ ਹੁਣ ਉਹਨਾਂ ਨੂੰ ਜਦ ਵੇਖਦੇ ਹਾਂ 17-18 ਵਰ੍ਹਿਆਂ ਦੇ ਨੂੰ, ਤੇ ਹੈਲਥ ਐਂਜਲ ਦੇ ਚੈਪਟਰ ਦੇ ਮੁਖੀ ਤੇ ਫੁੱਲ ਪੈਚ ਮੈਂਬਰਾਂ ਨੂੰ ਵੇਖਦੇ ਹਾਂ, ਯੂਨਾਈਟਿਡ ਨੇਸ਼ਨ ਵਾਲਿਆਂ ਨੂੰ ਵੇਖਦੇ ਹਾਂ, UN ਗੈਂਗ ਨੂੰ ਤੇ ਨਾਲ ਬ੍ਰਦਰਸ ਕੀਪਰ ਨੂੰ, ਕੈਂਗ ਬ੍ਰਦਰਸ ਨੂੰ, ਜਾਂ ਇਹਨਾਂ ਨੂੰ ਵੇਖਦੇ ਹਾਂ। ਉਹ ਜਿਹੜੇ ਜਵਾਕ ਨੇ ਥੱਲੜੇ ਲੈਵਲ 'ਤੇ, ਉਹ ਕੌਣ ਨੇ? ਉਹ ਪੁੜੀਆਂ ਜਿਹੜੀਆਂ ਵੇਚਣ ਦੀਆਂ ਸਕੂਲਾਂ ਦੇ ਆਲੇ ਦੁਆਲੇ ਉਹਨਾਂ ਨੂੰ ਫੜਾਤਾ। ਉਹਨਾਂ ਨੂੰ ਇਹ ਹੁੰਦਾ ਵੀ ਗੈਂਗ ਮੈਂਬਰ ਮੈਨੂੰ ਜਾਣਦੇ ਨੇ। ਸੋ ਇਹ ਜਿਹੜਾ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ। ਇਹਦੇ 'ਤੇ ਆਪਾਂ ਨੂੰ ਹੁਣ ਇੱਕੋ ਹੀ ਹੈ ਕਿ ਆਪਾਂ ਕਮਿਊਨਿਟੀ ਦੇ ਤੌਰ 'ਤੇ ਇਸ 'ਤੇ ਰਿਐਕਟ ਨਹੀਂ, ਐਕਟ ਕਰਨ ਦੀ ਲੋੜ ਆ। ਕਿ ਪਹਿਲੀ ਤਾਂ ਗੱਲ ਆਪਣੇ ਘਰਾਂ 'ਚ ਆਪਣੇ ਜਵਾਕਾਂ ਵੱਲ ਵੇਖੋ, ਉਹਨਾਂ ਦੇ ਸਟਾਈਲ ਵੇਖੋ, ਪੜ੍ਹਾਈ। ਉਹਨਾਂ ਨੇ ਜਿਹੜੀ ਡਾਕਟਰ ਗਾਰਡਨ ਨੇ ਕਿਹਾ, ਉਹ ਕਹਿੰਦੇ ਐਜੂਕੇਸ਼ਨ ਸਭ ਤੋਂ ਜ਼ਰੂਰੀ ਹੈ, ਸਭ ਤੋਂ ਵੱਡੀ ਐਜੂਕੇਸ਼ਨ, ਸੋਸ਼ਲ ਸਾਇੰਸ ਦੀ ਵੀ ਅਤੇ ਨਿੱਜੀ ਜ਼ਿੰਦਗੀ ਦੀ ਵੀ ਪੜ੍ਹਾਈ, ਇਹ ਬਹੁਤ ਜ਼ਰੂਰੀ ਹੈ। 778-222-0600 ਤੁਹਾਡੇ ਨਾਲ ਗੱਲਬਾਤ ਮੈਂ ਕਰਦਾ ਇਸ ਵਿਸ਼ੇ 'ਤੇ, ਅਤੇ ਤੁਸੀਂ ਕੋਈ ਵੀ ਆਪਣਾ ਜਿਹੜਾ ਇਹਦੇ 'ਤੇ ਵਿਚਾਰ ਦੇਣਾ ਚਾਹੋ ਤਾਂ ਦੇ ਸਕਦੇ ਹੋ। ਹਰਜੀਤ ਗਿੱਲ ਸ਼ੋਅ ਦੇ ਵਿੱਚ ਫਿਰ ਇੱਕ ਵਾਰ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ ਜੀ। 778-222-0600 ਗੈਂਗ ਲਾਈਫ ਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ। ਦੂਸਰੇ ਹਿੱਸੇ ਦੇ ਵਿੱਚ ਹੁਣ ਜਿਹੜੀ ਮੈਂ ਨਾਲ ਤੁਹਾਡੇ ਪਹਿਲੇ ਵਿਸ਼ੇ 'ਤੇ ਵੀ ਗੱਲਬਾਤ ਤੁਸੀਂ ਕੁਝ ਸਮਾਂ ਕਰ ਸਕਦੇ ਹੋ ਜਦ ਤੱਕ ਮੈਂ ਇਹਨੂੰ ਤੁਹਾਡੇ ਸਨਮੁਖ ਕਰਦਾ। ਇਸ ਦੇਸ਼ ਦੇ ਵਿੱਚ ਜਦ ਅਸੀਂ ਆਏ, ਜਿਨ੍ਹਾਂ ਨੇ ਵੀ ਜ਼ਿੰਦਗੀ ਸ਼ੁਰੂ ਕੀਤੀ, ਕੋਈ 50 ਵਰ੍ਹੇ ਪਹਿਲਾਂ, ਕਿਸੇ ਨੇ 20 ਵਰ੍ਹੇ, ਕਿਸੇ 30 ਵਰ੍ਹੇ, ਇੱਕ ਸਾਡੇ ਮਨ ਦੇ ਵਿੱਚ ਜਦ ਦਿੱਲੀੋਂ ਏਅਰਪੋਰਟ ਤੋਂ ਬੈਗ ਇਕੱਠੇ ਕਰਕੇ ਚੜ੍ਹ ਗਏ, ਉਹ ਕਹਿੰਦਾ ਸ਼ੁਕਰ ਹੈ ਯਾਰ ਉੱਥੇ ਵੀ, ਕਿਉਂਕਿ ਜਦ ਸ਼ੀਸ਼ਿਆਂ ਦੇ ਵਿੱਚ ਦੀ ਅਤੇ ਗਾਂ ਐਨਕਾਂ ਨੂੰ ਨੀਵੀਆਂ ਕਰਕੇ ਨੱਕ ਦੀ ਕੋਠੀ ਦੇ ਉੱਪਰ ਦੀ ਝਾਕਦਾ ਨਾ ਖਾਕੀ ਮੈਲੀ ਵਰਦੀ ਅਤੇ ਮੈਲੇ ਕਾਲਰਾਂ ਦੇ ਨਾਲ ਕਾਂ ਜਾ ਰਿਹਾ ਹੈ। ਜਦੋਂ ਕਹਿੰਦਾ ਜੀ ਕੈਨੇਡਾ ਚਲੇ। ਕੈਨੇਡਾ ਕਿਆ ਹੈ? ਉਹ ਕਹਿੰਦਾ ਜੀ ਬਸ ਨੌਕਰੀ ਉੱਥੇ ਜੀ ਅਤੇ ਟੱਬਰ। ਕਿਤਨੇ ਡਾਲਰ ਲੈ ਕੇ ਜਾ ਰਿਹਾ? ਉਹ ਕਹਿੰਦਾ ਡਾਲਰ ਜੇ ਹੁੰਦੇ ਫਿਰ ਜਾਂਦੇ। ਕਹਿੰਦਾ ਕਿਆ ਬੋਲਾ? ਗੱਲਾਂ ਚੱਲਦੀਆਂ ਉੱਥੋਂ। ਫਿਰ ਸਕਰੀਨਿੰਗ ਅਤੇ ਬੈਗ 'ਚ ਕੀ ਹੈ? ਆਹ ਮਠਿਆਈ ਤਾਂ ਜਾ ਨਹੀਂ ਸਕਦੀ, ਆਹ ਬਾਜ ਨਹੀਂ ਜਾ ਸਕਦਾ ਜੀ। ਦੇਖੋ ਫਿਰ ਥੋੜ੍ਹਾ ਬਹੁਤਾ ਰੱਖਦੇ $50। ਇਹ ਗੱਲਾਂ ਹੁੰਦੀਆਂ ਆਈਆਂ, ਆਪਾਂ ਇਹਦੇ ਵਿੱਚ ਦੀ ਲੰਘੇ। ਪਰ ਇੱਥੇ ਆ ਕੇ ਸਾਡੇ ਮਨ ਦੇ ਵਿੱਚ ਇਹ ਹੋ ਗਈ ਬਈ ਬੱਲਾ ਬੱਲਾ ਕਿੱਡਾ ਵਧੀਆ ਦੇਸ਼ ਹੈ, ਕਿੰਨਾ ਸੋਹਣਾ ਦੇਸ਼ ਹੈ। ਕੋਈ ਇੱਥੇ ਰਿਸ਼ਵਤ ਨਹੀਂ, ਕੋਈ ਇੱਥੇ ਤੁਹਾਡੀ ਲਾਈਨ ਨਹੀਂ ਉਲੰਘ ਸਕਦਾ। ਤੁਸੀਂ ਲਾਈਨ 'ਚ ਖੜ੍ਹੇ ਹੋ, ਪਿੱਛੇ ਆ ਕੇ ਪ੍ਰਧਾਨ ਮੰਤਰੀ ਖੜ੍ਹ ਜਾਵੇ, ਸੂਬੇ ਦਾ ਮੁੱਖ ਮੰਤਰੀ ਖੜ੍ਹ ਜਾਵੇ, ਤੁਹਾਨੂੰ ਕੋਈ ਓਵਰਰਾਈਡ ਨਹੀਂ ਕਰ ਸਕਦਾ। ਇਹ ਗੱਲ ਚੱਲਦੀ ਔਰ ਹੈ ਵੀ ਠੀਕ, ਕਰ ਨਹੀਂ ਸਕਦਾ। ਪਰ ਪਿਛਲੇ ਜਾਂ ਕਿਉਂਕਿ ਜਦ ਆਪਾਂ ਅਵੇਅਰ ਹੋਇਆ, ਆਪਾਂ ਤਾਂ ਜਦ ਦੀ ਗੱਲ ਕਰਿਆ, 20 ਸਾਲਾਂ ਤੋਂ ਇੱਕ ਸ਼ਬਦ ਕਮਿਊਨਿਟੀ ਦੇ ਵਿੱਚ ਬੜਾ ਘੁੰਮਣ ਲੱਗਿਆ, ਰੈਫਰ ਕਰਦੇ ਹੋ ਤੁਸੀਂ ਮਾੜਾ ਜਿਹਾ, ਫਿਰ ਕਹਿ ਦਿਓ ਨਾ ਉੱਧਰ ਹੋਰ, ਹਾਂ ਕਰ ਦਿਓ, ਫਿਰ ਆਪਾਂ ਇਸ ਤਰ੍ਹਾਂ ਕਰ ਦਿਆਂਗੇ। ਇਹ ਗੱਲਾਂ ਚੱਲਣ ਲੱਗ ਗਈਆਂ। ਦੇਖੋ ਜਿਹੜੀ ਅਮੰਗ ਅਸ ਸੀ, ਜਿਹੜੀ ਸਾਡੀ, ਕਿਉਂਕਿ ਅਸੀਂ ਕਰਪਟ ਦੇਸ਼ 'ਚੋਂ, ਕਰਪਟ ਸਿਸਟਮ 'ਚੋਂ ਹੈ, ਸਾਡੀ ਆਪਸ ਵਿੱਚ ਕਰਪਸ਼ਨ ਤਾਂ ਅਸੀਂ ਚੱਲਣੀ ਹੈ।
ਬਈ ਕਿਵੇਂ ਕਿਵੇਂ ਡਿਚ ਕਰਨਾ, ਕਿਸ ਨੂੰ ਕਿਵੇਂ ਸਿੱਟਣਾ ਹੈ, ਡੀਲ 'ਚ ਕਿਵੇਂ ਫਸਾਉਣਾ ਹੈ, ਪਹਿਲਾਂ ਕੀ ਕਹਿਣਾ, ਅਸਾਈਨਮੈਂਟ ਕਿੱਥੋਂ ਹੋਣੀ ਹੈ, ਨੰਬਰਿੰਗ ਕੰਪਨੀ ਕਿਵੇਂ ਸੈੱਟ ਕਰਨੀ ਹੈ, ਦੂਜਾ ਬੰਦਾ ਰਲਾਉਣਾ ਕਾਹਦਾ ਹੈ ਕਿ ਜਦ ਉਹ ਬਿਲਕੁਲ ਜਿਹੜੀ ਹੈ ਸਿਰੇ ਗੱਲ ਨਾ ਲੱਗੇ, ਫਲਿੱਪ ਹੋਣੋਂ ਗੱਲ ਸਿਰੇ ਚਲੇ ਗਈ। ਉਹ ਕਹਿੰਦਾ ਚੱਲ ਹੁਣ ਪਾਰਟਨਰ ਰਲਾ ਲਓ, ਪਾਰਟਨਰ ਲੈ ਕੇ ਆਉਣੇ ਨੇ, ਜਿੰਨੀ ਕੀਮਤ ਲਾਈ ਉਨੀ ਕੱਢ ਕੇ ਉਹ 'ਚ ਬੰਦੇ ਰਲਾ ਲੈਣ। ਸੋ ਇਹ ਸਟੈਂਡਰਡ ਪ੍ਰੈਕਟਿਸ ਚੱਲਦੀ ਰਹੀ। ਇਹ ਵੀ ਕਮਿਊਨਿਟੀ ਦੇ ਵਿੱਚ ਗੱਲਾਂ ਹੁੰਦੀਆਂ ਰਹੀਆਂ ਕਿ ਯਾਰ ਕਿੱਥੋਂ ਬਿਜ਼ਨਸ ਮੈਨੇਜਮੈਂਟ ਕਰਕੇ ਆਇਆ ਫਲਾਣਾ ਬੰਦਾ, ਫਲਾਣਾ ਬੰਦਾ, ਫਲਾਣਾ, ਇਉਂ ਗੱਲਾਂ ਚੱਲਦੀਆਂ ਰਹੀਆਂ ਵੀ ਯਾਰ ਫਲਾਣਾ ਐ ਕਿਵੇਂ ਰਿਚ ਹੋ ਗਿਆ, ਛੇਤੀ ਅਮੀਰ ਕਿਵੇਂ ਹੋ ਗਿਆ। ਦੇਖੋ, ਅਮੀਰ ਹੋਣਾ ਇੱਥੇ ਕੋਈ ਐਡੀ ਵੱਡੀ ਰਾਕਟ ਸਾਇੰਸ ਨਹੀਂ ਹੈ। ਅਮੀਰੀ ਪਹਿਲੀ ਤਾਂ ਗੱਲ ਉਹਦਾ ਲੈਵਲ ਕੀ ਆ, ਉਹਦੇ ਬਾਰੇ ਸੋਚ ਤੁਹਾਡੀ ਕੀ ਆ। ਦੂਜਾ, ਇੱਕ ਵੀ ਜੇ ਕੰਸਟਰਕਸ਼ਨ ਇੰਡਸਟਰੀ ਦੀ ਗੱਲ, ਇੱਕ ਪ੍ਰੋਜੈਕਟ 5-7 ਲਾਟਾਂ ਦਾ ਹੀ ਵਧੀਆ ਹੋ ਗਿਆ, ਉਹਦੇ 'ਚ ਤੁਹਾਡੇ ਮਿਲੀਅਨ ਡਾਲਰ ਬਣ ਜਾਂਦੇ ਆ। ਹਾਂ, ਸ਼ੁਰੂਆਤ ਸਮਾਂ ਤੇ ਨਾਲ ਸੋਚਣੀ ਕਿ ਕਿੱਥੇ ਕਹਾਣੀ ਬਣੂ, ਕਿਵੇਂ ਗੱਲ ਬਣੂ, ਕੀ ਹੋਊਗਾ। ਇਹ ਇਸ਼ੂ ਜਿਹੜੇ ਨੇ ਇਹ ਚੱਲਦੇ ਰਹਿੰਦੇ। ਪਰ ਹੁਣ ਜਿਹੜੀ ਇਹ ਰੈਫਰਲ ਸ਼ਬਦ ਹੈ, ਇਹਨੇ ਪੰਗੇ ਪਾਏ ਹੋਏ ਨੇ ਹਰ ਇੱਕ ਲੈਵਲ 'ਤੇ, ਹਰ ਉੱਪਰਲੇ ਲੈਵਲ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਸੂਬਾ ਤੇ ਸ਼ਹਿਰ ਤੱਕ ਇਹ ਗੱਲਾਂ ਜਦ ਚੱਲਦੀਆਂ ਨੇ, ਉਹਨੂੰ ਗਲੋਰੀਫਾਈ ਕਰਦੇ। ਫਲਾਣੇ ਦਾ ਕੰਮ ਕਿਵੇਂ ਰੁਕ ਜੂ, ਫਲਾਣੇ ਨੂੰ ਭਾਈ ਸਾਹਿਬ ਮਿਨਿਸਟਰ ਪਰਮਿਟ ਤੋਂ ਬੰਦਾ ਹੀ ਲੈ ਕੇ ਆਏ ਆ, ਤੇ ਇਹ ਗੱਲਾਂ ਚੱਲਦੀਆਂ ਨੇ। ਐਗਰੀਕਲਚਰ ਲੈਂਡ ਰਿਜ਼ਰਵ, ਸਿਟੀ ਦੇ ਵਿੱਚ ਡਿਵੈਲਪਮੈਂਟ, ਇਹ ਇੱਕ ਮੈਨੂੰ ਲੱਗਦਾ ਇਹ ਜਿਹੜੀ ਮੇਰੇ ਗੱਲ ਇਹ ਬਣ ਰਹੀ ਹੈ ਕਿ ਇੰਨੀ ਹੈ ਨਹੀਂ, ਪਰ ਹੈ ਕਿ ਨਾ ਬਸ ਜਿਹਦਾ ਜੁਗਾੜ ਆ ਉਹਦਾ ਚੱਕ ਦਿੰਦਾ। ਇੱਥੇ ਕਿਤੇ ਪਤਾ ਲੱਗਦਾ ਕੁਛ। 778-222-0600 ਰੈਫਰਲ ਸ਼ਬਦ, ਕਿਉਂਕਿ ਕਰਪਸ਼ਨ ਤੇ ਬ੍ਰਾਈਬਰੀ ਦੇ ਸ਼ਬਦ ਜਿਹੜੇ ਨੇ ਉਹ ਬ੍ਰੇਕ ਤਾਂ ਇੱਥੇ ਹੁੰਦੇ ਨੇ, ਲੱਭ ਤਾਂ ਲੈਂਦੇ ਨੇ ਕਿਤੇ ਨਾ ਕਿਤੇ। ਕੋਈ ਸਟਾਫਰ ਕੋਈ ਕਿਤੇ, ਕੋਈ ਹਾਰਡਕੋਰ ਪੈਸੇ ਲੈਂਦਾ, ਤੇ ਇਹੋ ਜਿਹੀ ਕਹਾਣੀਆਂ ਬਹੁਤ ਰੇਅਰ ਨੇ। ਪਰ ਕੀ ਇਸ ਦੇਸ਼ ਦੇ ਵਿੱਚ ਸਿਫਾਰਿਸ਼ ਚੱਲਦੀ ਹੈ? 778-222-0600 ਨੰਬਰ ਹੈ, 0600 778-222-0600। ਸੋ ਇਸ ਵਿਸ਼ੇ 'ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਕੀ ਇਸ ਦੇਸ਼ ਦੇ ਵਿੱਚ ਸਿਫਾਰਿਸ਼ ਨਾਲ ਕੰਮ ਹੁੰਦੇ ਆ? ਕੀ ਇਸ ਦੇਸ਼ ਦੇ ਵਿੱਚ, ਇਸ ਸੂਬੇ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਤੁਸੀਂ ਮਹਿਸੂਸ ਕੀਤਾ ਵੀ ਜਿਹੜੀ ਇੱਥੇ ਜਿਹਦੀ ਪੁੱਛ 65 ਹੈਗੀ ਹੈ ਉਹਦੇ ਕੰਮ ਇਉਂ ਹੁੰਦੇ ਆ, ਫਲਾਣੇ ਦੇ ਕੰਮ ਇਉਂ ਨਹੀਂ ਹੁੰਦੇ, ਆਮ ਬੰਦੇ ਦੇ ਕੰਮ ਨਹੀਂ ਹੁੰਦੇ? 778-222-0600 ਤੇ ਤੁਸੀਂ ਫੋਨ ਕਰਕੇ ਇਸ ਵਿਸ਼ੇ 'ਤੇ, ਇਸ ਤਜਰਬੇ ਦੇ ਵਿੱਚ ਤੁਸੀਂ ਮਹਿਸੂਸ ਜੇ ਕਰ ਸਕਦੇ ਹੋ ਕੋਈ ਗੱਲ ਕਿ ਹਾਂ ਅਸੀਂ ਇਹ ਚੈੱਕ ਕੀਤੀ ਹੈ, ਅਸੀਂ ਇਹ ਵੇਖਿਆ, ਅਸੀਂ ਇਹ ਜਿਹੜੀ ਸਾਨੂੰ ਇਸ ਦਾ ਪਤਾ ਹੈ ਕਿ ਫਲਾਣੀ ਜਗ੍ਹਾ ਇਹ ਕੰਮ ਹੋਇਆ। ਹੁਣੇ ਤੁਹਾਡੀਆਂ ਕਾਲਸ ਲੈਣਾ 778-222-0600 ਤੇ ਗੱਲਬਾਤ ਚੱਲ ਰਹੀ ਹੈ ਜੀ। ਇਸ ਦੇਸ਼ ਦੇ ਵਿੱਚ ਕੀ ਸਿਫਾਰਿਸ਼ ਚੱਲਦੀ ਹੈ? ਲਾਈਨ ਨੰਬਰ 1 ਸਰ ਜਗਜੀਤ ਸਿੰਘ ਪਲਾਹਾ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਧਾਈਆਂ ਪਹਿਲਾਂ ਤੁਹਾਨੂੰ ਨਵੇਂ ਸਟੇਸ਼ਨ ਦੀਆਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਿਫਾਰਿਸ਼ ਮੈਂ ਕਹਿੰਦਾ ਜੀ ਇੱਥੇ ਇੰਡੀਆ ਨਾਲੋਂ ਵੱਧ ਚੱਲਦੀ ਆ। ਅੱਛਾ ਜੀ। ਜਿਹੜਾ ਇੱਥੇ ਵਰਡ ਨੈਟਵਰਕਿੰਗ ਯੂਜ਼ ਕੀਤਾ ਜਾਂਦਾ, ਉਹਦੀ ਜਗ੍ਹਾ ਤੇ ਤੁਹਾਨੂੰ ਜਿਹੜੇ ਜੌਬ ਕੰਸਲਟਿੰਗ ਐਡਵਾਈਜ਼ਰ ਨੇ ਜਿਹੜੇ, ਉਹ ਵੀ ਇਹ ਕਹਿੰਦੇ ਨੈਟਵਰਕਿੰਗ ਕਰੋ। ਗਵਰਨਮੈਂਟ ਦਾ ਡਾਟਾ ਇੱਥੇ ਕਹਿੰਦਾ 80% ਆ ਜਿਹੜੀ ਤੁਹਾਨੂੰ ਜੌਬ ਨੈਟਵਰਕਿੰਗ ਦੇ ਥਰੂ ਮਿਲਦੀ ਆ ਇੱਥੇ। ਤੇ ਇਹਨੂੰ ਜਾਣੀ ਤੁਸੀਂ ਸਿਫਾਰਿਸ਼ ਕਹਿ ਲਓ ਪੰਜਾਬੀ ਦੇ ਵਿੱਚ, ਜਾਂ ਰੈਫਰਲ ਕਹਿ ਲਓ ਜਿਵੇਂ ਤੁਸੀਂ ਕਿਹਾ। ਤੇ ਮੈਂ ਇੱਥੇ ਕਈ ਗੋਰਿਆਂ ਦੀਆਂ ਕੰਪਨੀਆਂ 'ਚ ਵੀ ਕੰਮ ਕੀਤਾ, ਜਿੰਨੇ ਮੈਂ EMPLOYEE ਦੇਖੇ ਸੀ ਉੱਥੇ ਸਭ ਕੋਈ ਕਿਸੇ ਦਾ ਕੋਈ ਸਨ ਕੰਮ ਕਰਦਾ ਸੀ, ਕਿਸੇ ਦਾ ਕੋਈ ਕਜ਼ਨ ਕੰਮ ਕਰਦਾ,
ਉਹ ਕੰਪਨੀ ਦੀ ਪਾਲਿਸੀ ਵੀ ਸੀ ਵੀ ਅਸੀਂ ਹਾਇਰ ਉਸ ਬੰਦੇ ਨੂੰ ਪ੍ਰੈਫਰੈਂਸ ਦੇਵਾਂਗੇ ਜਿਹੜਾ ਤੁਹਾਨੂੰ ਨੋਨ ਆ। ਤੇ ਇੰਡੀਆ ਦੇ ਵਿੱਚ ਵੀ ਮੈਂ ਜੌਬ ਕੀਤੀ ਆ। ਇੰਡੀਆ ਦੇ ਵਿੱਚ ਮੈਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ ਪਈ। ਗਵਰਨਮੈਂਟ ਦੀ ਜੌਬ ਕੀਤੀ ਆ ਵੀ ਮੈਂ ਕਿਸੇ ਨਾਲ ਮੈਂ ਟੈਸਟ ਦਿੱਤਾ, ਇੰਟਰਵਿਊ ਦਿੱਤੀ, ਮੈਂ ਉੱਥੇ ਜੌਬ ਲਈ। ਇੰਡੀਆ ਦੇ ਵਿੱਚ IAS ਅਫਸਰ ਗਰੀਬ ਦਾ ਬੱਚਾ ਪੜ ਸਕਦਾ। ਇੱਥੇ ਕੋਈ IAS ਦੀ ਪੋਸਟ ਹੀ ਹੈ ਨਹੀਂ ਗੀ। ਉਹ ਸਾਰੀਆਂ ਪੋਲੀਟੀਕਲ ਪੋਸਟਾਂ ਨੇ। ਇੱਥੇ ਜ਼ਿਆਦਾ ਚੱਲਦੇ ਜਿਹਨੂੰ ਨੈਟਵਰਕਿੰਗ ਕਹਿੰਦੇ ਆ। ਧੰਨਵਾਦ ਧੰਨਵਾਦ ਜੀ ਸਰਦਾਰ ਜਗਜੀਤ ਸਿੰਘ ਜੀ, ਥੈਂਕ ਯੂ। ਇਹ ਸ਼ਬਦ ਨਾ ਬੜੇ ਫੈਂਸੀ ਨੇ ਇੱਥੇ, ਨੈਟਵਰਕਿੰਗ, ਰੈਫਰਲ, ਔਰ ਹੁੰਦਾ ਇੱਥੇ ਵੇਖ ਲਓ ਤੁਸੀਂ ਆਲੇ ਦੁਆਲੇ ਤੁਸੀਂ ਵੇਖ ਲੈਂਦੇ ਹੋ ਇੱਥੇ ਇਸ ਤਰ੍ਹਾਂ, ਪਰ ਉਹ ਜਨਤਕ ਨਹੀਂ ਹੈ। ਬਈ ਜੇ ਤੁਸੀਂ ਕਹੋ ਨਾ ਬਈ ਉਹ ਵੇਖ ਲੈ, ਜਿਵੇਂ ਉੱਥੇ ਦਿਖਾ ਕੇ ਆਪਾਂ ਕਰਦੇ ਹਾਂ ਨਾ ਬਈ ਆਹ ਦੇਖੋ ਕਿ ਅਸੀਂ ਆਹ ਕਰ ਦਿੱਤਾ, ਤੇ ਬਈ ਆਹ ਜਿਹੜੀ ਇਸ਼ੂ ਜਿਹੜਾ ਫਲਾਣਾ ਸੀ ਕਿਸੇ ਦਾ ਰੁਕਿਆ ਹੋਇਆ, ਉਹ ਆਹ ਸਾਹਮਣੇ ਆ ਦੇਖੋ, ਬੰਦਾ ਕਰਕੇ ਇੱਥੇ ਦਿਖਾਉਂਦੇ ਨਹੀਂ ਵੀ ਆ ਦੇਖੋ ਮੈਂ ਕਰਤਾ। ਲੱਕੀ ਧਾਲੀਵਾਲ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਗੱਲ ਸਾਹਿਬ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਧਾਲੀਵਾਲ ਸਾਹਿਬ। ਹਾਂਜੀ, ਪਹਿਲਾਂ ਗੱਲ ਸਾਹਿਬ ਤੁਹਾਨੂੰ ਵਧਾਈਆਂ ਨਵੇਂ ਸਟੇਸ਼ਨ ਦੀਆਂ। ਧੰਨਵਾਦ ਵੀਰ ਜੀ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕੁਆਲਿਟੀ ਦੀ ਖਾਤਰ, ਵਾਕਈ ਇਸ ਸਟੇਸ਼ਨ ਦੀ ਕੁਆਲਿਟੀ ਵੱਖਰੀ ਆ, ਬਹੁਤ ਵਧੀਆ। ਦੂਰ ਨੇੜੇ ਸਾਨੂੰ ਪੂਰਾ ਸੁਣਦਾ, ਡਿਸਟਰਬਿੰਗ ਬਿਲਕੁਲ ਨਹੀਂ ਹੁੰਦੀ ਹੈਗੀ। ਧੰਨਵਾਦ ਵੀਰ ਜੀ। ਬਾਕੀ ਬਾਈ ਜੀ, ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ, ਤੁਸੀਂ ਵੀ ਹੁਣ ਜਿੱਦਾਂ ਵੀ ਬਹੁਤ ਮਤਲਬ ਕਿ ਵੀ ਲੋਕਾਂ ਦੇ ਵਿਚਰਦੇ ਹੋ, ਅੱਜ ਤੋਂ 25-30 ਸਾਲ ਪਹਿਲਾਂ ਜਿਸ ਤਰ੍ਹਾਂ ਕਿ ਜੋਬਾਂ ਮਿਲਦੀਆਂ ਸੀ, ਜਿਸ ਤਰ੍ਹਾਂ ਕੰਮ ਹੁੰਦੇ ਸੀਗੇ, ਅੱਜ ਕੱਲ ਦੇ ਸਮੇਂ ਦੇ ਵਿੱਚ ਜੇ ਤੁਹਾਡੇ ਕੋਲ ਅਪਰੋਚ ਨਹੀਂ ਸੀ, ਤੁਹਾਡਾ ਕੰਮ ਨਹੀਂ ਹੁੰਦਾ ਗਾ। ਲੌਂਗ ਸ਼ੋਰ ਦੇ ਲਾ ਲਓ, ਉੱਥੇ ਜਿਹੜੇ ਬੰਦੇ ਕੰਮ ਕਰਦੇ ਆ ਉਹੀ ਐਪਲੀਕੇਸ਼ਨ ਗਾਹਾਂ ਆਪਦੀ ਦੇ ਸਕਦੇ ਆ ਕਿਸੇ ਨੂੰ। ਆਪਣੇ ਵਰਗਾ ਬਾਹਰੋਂ ਬੰਦਾ ਸਿੱਧਾ ਨਹੀਂ ਲੱਗ ਸਕਦਾ। ਜਿਸ ਤਰ੍ਹਾਂ ਕਿ ਅੱਗੇ ਪਹਿਲਾਂ ਜਾਂਦੇ ਸੀ, ਪਲੇਟਾਂ ਸਿੱਧੀਆਂ ਕਰਦੇ ਸੀ ਜਾਂ ਇਸ ਤਰ੍ਹਾਂ ਪਲੇਟ ਬਣਾ ਲੈਂਦੇ ਸੀਗੇ, ਉਹ ਬਿਲਕੁਲ ਹੁਣ ਉਹਨਾਂ ਨੇ ਖਤਮ ਕਰ ਦਿੱਤਾ ਕੰਮ। ਤੇ ਮੈਂ ਤਾਂ ਇਹੀ ਵੀ ਜੀ ਕਹੂੰ, ਜਦੋਂ ਦੇ ਸਾਡੇ ਮਤਲਬ ਕਿ ਨਾ ਮਤਲਬ ਕਿ ਵੀ ਥੋੜੇ ਜਿਹੇ ਆਪਣੇ ਡਰਟੀ ਪੋਲੀਟੀਸ਼ਨ ਆ ਗਏ ਆ, ਉਦੋਂ ਤੋਂ ਥੋੜਾ ਜਿਹਾ ਇੱਥੇ ਜ਼ਿਆਦਾ ਇਹ ਕੰਮ ਸ਼ੁਰੂ ਹੋ ਗਿਆ। ਇਹ ਕੋਈ ਕੁਐਸਚਨ ਵਾਲੀ ਗੱਲ ਨਹੀਂ ਹੈਗੀ। ਹੁਣ ਦੇਖ ਲਓ ਵੀ ਜਿਹੜਾ ਆਪਣਾ ਆਪਾਂ ਕੋਈ ਲੋਨ ਲੈਂਦੇ ਆ ਜਾਂ ਆਪਾਂ ਇੰਡੀਆ ਤੋਂ ਕਿਸੇ ਚਿੱਠੀ ਭਰਦੇ ਆ ਜੀ, ਕਈਆਂ ਦੇ ਸਾਡੇ ਭੈਣ ਭਰਾਵਾਂ ਦੇ ਨਾਲ ਪਤਾ ਦੇਖਿਆ 10-10 ਸਾਲ ਹੋ ਗਏ ਚਿੱਠੀਆਂ ਭਰੀਆਂ ਨੂੰ। ਉਹ ਇੱਕ ਰਕਮ ਦੀ ਰਿਸ਼ਵਤ ਹੀ ਆ ਵੀ ਜੇ ਤੁਸੀਂ ਟੈਕਸ ਭਰੋਗੇ ਤੇ ਟੈਕਸ ਦਿਓਗੇ ਗੌਰਮੈਂਟ ਨੂੰ, ਫੇਰ ਹੀ ਤੁਹਾਡਾ ਕੰਮ ਹੋਣਾ। ਜੇ ਟੈਕਸ ਨਾ ਦਿੱਤਾ ਤੇ ਤੁਸੀਂ ਨਾ ਉਨੀ ਇਨਕਮ ਦਿਖਾਈ, ਉਨੀ ਇਨਕਮ ਦਿਖਾ ਕੇ ਨਾ ਤੁਸੀਂ ਟੈਕਸ ਦਿੱਤਾ, ਤੁਹਾਡਾ ਕੰਮ ਨਹੀਂ ਹੋਣਾ। ਇਸ ਤਰ੍ਹਾਂ ਬੈਂਕਾਂ ਦੇ ਵਿੱਚ ਲਾ ਲਓ, ਤੁਸੀਂ ਜਿਸ ਤਰ੍ਹਾਂ ਮਰਜ਼ੀ ਆਪਦੀ ਜੋਬ ਲੈਟਰ ਲੈ ਕੇ ਦੇ ਦਿਓ ਕਿ ਤੁਸੀਂ ਕਿੰਨੇ ਕਮਾਉਣੇ ਹੋ, ਕਿੰਨੇ ਨਹੀਂ ਕਮਾਉਂਦੇ, ਪਰ ਜਿੰਨਾ ਚਿਰ ਤੁਸੀਂ ਆਪਦੀ T4 ਸਲਿੱਪ ਦੇ ਉੱਤੇ ਉਹ ਗੌਰਮੈਂਟ ਨੂੰ ਟੈਕਸ ਨਹੀਂ ਦਿੱਤਾ ਪੇਪਰਾਂ ਦੇ ਵਿੱਚ, ਜਿੰਨਾ ਤੁਹਾਨੂੰ ਵੀ ਪਤਾ ਵੀਰ ਜੀ ਵੀ ਆਪਾਂ ਉਨੀ ਇਨਕਮ ਸ਼ੋ ਕੀਤੀ, ਆਪਾਂ ਨੂੰ ਮੌਰਗੇਜ ਨਹੀਂ ਮਿਲਣੀ ਉਹ। ਤਾਂ ਕਰਕੇ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ। ਹੁਣ ਵੈ ਵੀ ਜਿੱਦਾਂ ਪਹਿਲਾਂ ਵੀਰ ਜੀ ਕਹਿ ਕੇ ਗਏ ਆ, ਇਹ ਮੈਂ ਜਦੋਂ ਮੈਂ ਦੇਖਦਾ ਹੁਣ ਅਸੀਂ ਨਿੱਕੇ ਹੁੰਦੇ ਆਏ ਸੀ, ਉਸ ਮੌਕੇ 'ਚ ਕੰਮ ਹੁੰਦੇ ਸੀਗੇ। ਐਗਜ਼ਾਮਪਲ ਦੇ ਦੇਵਾਂ, ਮਿਲਣਾ ਹਰੇਕ ਕਾਰਨਰ ਤੇ ਮਿਹਨਤ ਹੁੰਦੀ ਸੀਗੀ ਜੀ। ਜਿਹੜਾ ਕੋਈ ਆ ਕੇ ਐਪਲੀਕੇਸ਼ਨ ਕਰਦਾ ਸੀ, ਜੋਬ ਮਿਲ ਜਾਂਦੀ ਸੀਗੀ। ਹੁਣ ਅੱਜ ਤੁਸੀਂ ਦੇਖ ਲਓ ਕਿਸੇ ਵੇਅਰ ਹਾਊਸ ਦੇ ਵਿੱਚ ਵੀ, ਜੇ ਤੁਹਾਡੀ ਅਪਰੋਚ ਨਹੀਂ ਹੈ ਕਿਸੇ ਨੂੰ, ਫੋਰਮੈਨ ਨੂੰ, ਜਾਂ ਤੁਸੀਂ ਕਿਸੇ ਨੂੰ ਅੰਦਰ ਨਹੀਂ ਜਾਣਦੇ, ਤੁਹਾਨੂੰ ਵੀਰ ਜੀ ਸਿੱਧੇ ਜਾ ਕੇ ਜੋਬ ਨਹੀਂ ਮਿਲਣਗੀ। ਇਹ ਸਮਝ ਨਹੀਂ ਆਉਂਦੀ, ਇਹ ਜਿਹੜਾ ਇਹ ਸਿਸਟਮ ਜਿਹਾ ਚੱਲਿਆ ਵਾ, ਇਹ ਕਦੋਂ ਬੰਦ ਹੋਊ ਤੇ ਕਿਵੇਂ ਬੰਦ ਹੋਊ। ਇਹ ਇਸ ਤਰ੍ਹਾਂ ਹੀ ਹੋਣਾ ਵੀਰ ਜੀ, ਜੇ ਤੁਹਾਡੇ ਵਰਗੇ ਸੱਚੇ ਸੁੱਚੇ ਬੰਦੇ ਮੂਹਰੇ ਆ ਕੇ ਰੇਡੀਓ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨਗੇ, ਫੇਰ ਇਹ ਵੀਰ ਜੀ ਕੁਛ ਨਾ ਕੁਛ ਹੋਊਗਾ। ਤੇ ਨਹੀਂ ਤਾਂ ਇਹ ਜਿਸ ਤਰ੍ਹਾਂ ਰਬੜ ਵੱਧਦੀ ਆ ਨਾ, ਇਸ ਤਰ੍ਹਾਂ ਡੇ ਬਾਏ ਡੇ ਵੱਧਦਾ ਹੀ ਜਾਂਦਾ ਵਾ। ਧੰਨਵਾਦ ਵੀਰ ਜੀ। ਇੱਕ ਵੀਰ ਜੀ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀਗੀ ਜੀ, ਹੁਕਮ। ਜਿਸ ਦਿਨ ਵੀ ਤੁਹਾਡਾ ਹੋਇਆ ਸਕੇਜੂਲ ਬਣਿਆ, ਜਿਹੜੇ ਨਵੇਂ ਮੁੰਡੇ ਆਪਣੇ ਟਰੱਕਾਂ ਦੇ ਵਿੱਚ ਚੜ੍ਹਦੇ ਆ, ਜਿਹੜੀਆਂ ਗਲਤੀਆਂ ਕਰਦੇ ਆ ਤੇ ਬਿਨਾਂ ਟ੍ਰੇਨਿੰਗ ਤੋਂ ਕਰਾਂਗੇ ਜੀ ਗੱਲ, ਜ਼ਰੂਰ ਕਿਸੇ ਸ਼ੋਰ ਧੰਨਵਾਦ ਸਾਹਿਬ, ਥੈਂਕ ਯੂ ਜੀ। ਸਾਹਿਬ ਬਲਵਿੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਰ ਜੀ ਸਤਿ ਸ੍ਰੀ ਅਕਾਲ। ਨਵਾਂ ਆਫਿਸ ਮੁਬਾਰਕਬਾਦ, ਬਹੁਤ ਸੋਹਣਾ ਲੱਗਦਾ। ਧੰਨਵਾਦ ਬਹੁਤ ਬਹੁਤ ਜੀ, ਧੰਨਵਾਦ ਬਹੁਤ। ਹਾਈਵੇ ਨਾਲ ਦੀ ਜਾਂਦਾ, ਬਹੁਤ ਸੋਹਣਾ ਲੱਗਾ, ਫੇਸਬੁੱਕ ਤੇ ਦੇਖਿਆ ਮੈਂ ਜੀ, ਧੰਨਵਾਦ। ਤਾਂ ਵੀਰ ਜੀ ਗੱਲ ਆ ਜਿਹੜੀ ਕਰਦੇ ਸੀ ਤੁਸੀਂ, ਵੀ ਜਿੱਦਾਂ ਇੱਥੇ ਵੀ MLA ਕਹਿੰਦੇ ਜਾਓ LMO ਕਢਾ ਲਓ, ਖੇਤਾਂ 'ਚ LMO ਨਿਕਲ ਗਈਆਂ, ਏਦਾਂ ਇੰਡੀਆ 'ਚ ਸਭ ਜਗ੍ਹਾ ਏਦਾਂ ਚੱਲਦਾ ਹੀ ਆ। ਜਿਹੜਾ ਕੋਈ ਬੰਦਾ ਕਿਸੇ ਨੂੰ ਜਾਣਦਾ ਨਾ, ਚਾਹੇ ਉਹ ਮੰਤਰੀ ਹੈ ਜਾਂ MLA, ਸਭ ਜਗ੍ਹਾ ਹੋ ਗਿਆ ਉਹ।
ਜੇ ਕਿਸੇ ਕੋਲ ਟਰੱਕ 2 ਆ ਜਾਂ 4 ਆ, ਉਹ ਕਹਿੰਦਾ ਮੇਰੇ ਕੋਲ 50 LMO ਆਈ ਹੈ, ਆ ਜਾਓ। ਇੰਡੀਆ 'ਚ ਇੱਕ ਵਾਰੀ ਅਸੀਂ ਦੇਖਿਆ, ਜਗਦੀਸ਼ ਟਾਟਰ ਹੁੰਦਾ ਸੀ ਟਰਾਂਸਪੋਰਟ ਮੰਤਰੀ ਜੀ ਜੀ। ਉਹ ਮੁੰਡਾ ਕਹਿੰਦਾ, ਮੈਂ ਕਿਹਾ ਯਾਰ ਤੂੰ ਵਿਹਲਾ ਫਿਰਦਾ ਰਹਿਣਾ, ਤੂੰ ਆਮਦਨੀ ਕਿੱਥੋਂ ਆਉਂਦੀ ਆ? ਕਹਿੰਦਾ ਜੀ ਆਪਾਂ 20 ਡਰਾਈਵਰ ਕਰਾਉਣੇ ਆ, 10,000 ਲੈਣਾ, ਲਿਆਓ ਬੰਦੇ ਲਿਆਓ। ਵਾਹ। ਜਾਂ ਕਹਿੰਦਾ ਕਹਿੰਦਾ ਹੋਰ ਮੈਂ ਕਿੱਥੋਂ ਆਮਦਨੀ? ਕਹਿੰਦਾ ਮੈਨੂੰ ਕਹਿੰਦਾ 20 ਬੰਦੇ ਕਰਾ ਲਾ, ਮੇਰੀ ਚਿੱਠੀ ਦੇ ਦੇਈ, ਭਾਵੇਂ ਅੰਨਾ ਖਾਣਾ ਸਭ ਹਾਇਰ ਹੋ ਜਾਊਗਾ। ਚਲੋ ਜੀ। ਆ ਤੁਹਾਡੇ ਬੈਂਕੋ ਵੀ ਇਦਾਂ ਹੈ, ਖੇਤਾਂ 'ਚ ਖੇਤ ਹੈ ਹੀ ਨਹੀਂ, LMI 50 ਜੇਬ 'ਚ ਪਾਈ ਫਿਰ ਦੇਖ ਲੈ। ਇਹ ਤਾਂ ਵੀਰ ਜੀ ਜਦ ਹੀ ਗਰੀਬੀ ਅਮੀਰੀ ਦਾ ਪਾਰ ਰਹਿਣਾ, ਏਦਾਂ ਹੀ ਰਹਿਣਾ। ਧੰਨਵਾਦ ਵੀਰ ਜੀ, ਥੈਂਕ ਯੂ। ਬਹੁਤ 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 ਮਿਹਰਬਾਨੀ। ਧੰਨਵਾਦ ਸਰ ਜੀ, ਥੈਂਕ ਯੂ ਸਰ ਬਲਵਿੰਦਰ ਸਿੰਘ ਜੀ, ਧੰਨਵਾਦ। ਸਰ ਸਤਿੰਦਰ ਸਿੰਘ ਜੀ, ਤੁਸੀਂ 에ਅਰ ਤੇ ਹੋ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜੀ ਸਿਫਾਰਿਸ਼ ਦੀ ਗੱਲ ਆ ਜੀ, ਸਿਫਾਰਿਸ਼ ਤਾਂ ਇੱਥੇ ਚੱਲ ਰਹੀ ਆ, ਬਸ ਦਿਖਦੀ ਨਹੀਂ ਆ ਨਾ। ਜਿਹੜੀ ਦੂਜੀ ਮੇਨ ਗੱਲ ਆ ਵੀ ਜਿੰਨੀਆਂ ਪੈਸੇ ਵਾਲੀਆਂ ਜੋਬਾਂ ਵਾ, ਯੂਨੀਅਨ ਵਾਲੀਆਂ ਵਾ, ਉੱਥੇ ਸਿਫਾਰਿਸ਼ ਤੋਂ ਬਿਨਾਂ ਨਹੀਂ ਗੱਲ ਬਣਦੀ। ਉਦਾਂ ਹੀ ਮੋੜ ਦਿੰਦੇ ਜਿੰਨਾ ਮਰਜ਼ੀ ਤਕੜਾ ਤੁਹਾਡਾ ਐਕਸਪੀਰੀਅੰਸ ਹੋਵੇ, ਹਨਾ। ਤੇ ਦੂਜਾ ਜੀ ਇੱਕ ਗੱਲ ਇਹ ਜੀ, ਵਧਾਈਆਂ ਤੈਨੂੰ ਬਹੁਤ ਰੇਡੀਓ ਦੀਆਂ, ਤੇ ਆਈਲੈਂਡ ਤੇ ਬਹੁਤ ਵਧੀਆ ਚੱਲ ਰਿਹਾ। ਮੈਂ ਵਿਕਟੋਰੀਆ ਤੋਂ ਗੱਲ ਕਰ ਰਿਹਾ ਸੀ, ਉੱਚੀਆਂ ਉੱਚੀਆਂ ਪਹਾੜੀਆਂ ਦੇ ਉੱਤੇ ਰਿਮੋਟ ਏਰੀਆ ਤੇ ਬਹੁਤ ਕਲੀਅਰ ਆਵਾਜ਼ ਆਉਂਦੀ ਪਈ, ਤੇ ਹੋਰ ਕੋਈ ਰੇਡੀਓ ਨਹੀਂ ਚੱਲਦਾ ਚੱਜ ਨਾਲ। ਧੰਨਵਾਦ ਵੀਰ ਜੀ, ਧੰਨਵਾਦ। ਹਾਂਜੀ ਬਹੁਤ ਜੀ, ਏਦਾਂ ਹੀ ਕੰਮ ਖਿੱਚ ਕੇ ਰੱਖੋ ਜੀ। ਧੰਨਵਾਦ ਸਤਿੰਦਰ ਸਿੰਘ ਜੀ, ਥੈਂਕ ਯੂ। ਬਿਲਕੁਲ ਕਵਰੇਜ ਦੀ ਟਕੋਮਾ ਤੋਂ ਤੇ ਸਪੋਕਨ ਦੇ ਨੇੜਿਓਂ ਵੀ ਕੱਲ ਕਿਸੇ ਨੇ ਦੱਸਿਆ ਕਿ ਇੱਥੇ, ਕਿਉਂਕਿ ਕੁਛ ਜਿੱਥੇ ਕੁਛ ਵੈਲੀ ਦਾ ਏਰੀਆ ਪੈ ਜਾਂਦਾ, ਉੱਥੇ ਜਿੱਥੇ ਉਹਨੂੰ ਵੇਵਜ਼ ਪੈ ਜਾਂਦੀਆਂ ਨੇ, ਕਿਉਂਕਿ ਆਈਲੈਂਡ, ਵਿਸਲਰ ਤੇ ਕੈਮਲੂਪਸ ਦਾ ਏਰੀਆ ਇਹ ਵਧੀਆ ਚੱਲਦਾ। ਧੰਨਵਾਦ ਜੀ ਬਹੁਤ ਬਹੁਤ, ਜਿੱਥੇ ਵੀ ਤੁਸੀਂ ਨਾਲੇ ਦੱਸਦੇ ਵੀ ਹੋ। ਇਹ ਗੱਲ ਠੀਕ ਹੈ ਕਿ ਕਿਉਂਕਿ ਇਹ ਨਾ ਜੀ, ਇਹਦੇ 'ਚੋਂ ਜਿਹੜੀ ਮੈਂ ਗੱਲ ਚੋਰ ਨਹੀਂ, ਚੋਰ ਦੀ ਮਾਂ ਦੀ ਗੱਲ ਕਰਨਾ ਚਾਹੁੰਦਾ। ਰੌਲਾ ਇਹ ਪਿਆ ਹੋਇਆ ਭਾਈਚਾਰੇ ਦੇ ਵਿੱਚ ਵੀ ਫਲਾਣੇ ਦਾ ਵੀ ਜੁਗਾੜ ਹੈ, ਫਲਾਣੇ ਦੇ ਪਿੱਛੇ ਹੋ ਜਾਓ। ਸੂਬੇ 'ਚ ਗੱਲ ਕਰਨੀ ਹੈ, ਉੱਪਰ ਗੱਲ ਕਰਨੀ ਹੈ, ਸ਼ਹਿਰ 'ਚ ਕਰਨੀ ਹੈ ਗੱਲ, ਉਹਦੀ ਅਦਾਲਤ 'ਚ ਪੇਸ਼ ਹੋ ਜਾਓ। ਯਾਰ ਕਮਾਲ ਹੋ ਗਈ, ਕਿੱਧਰ ਨੂੰ ਜਾਵਾਂਗੇ ਅਸੀਂ? ਇਹ ਕੀ ਗੱਲ ਚੱਲੀ ਹੈ? ਇਹਦਾ ਮਤਲਬ ਪਹਿਲਾਂ ਕਿਸੇ ਦੀ ਅਧੀਨਗੀ ਕਰੋ, ਗੁਲਾਮੀ ਕਰੋ, ਅਗਲਾ ਤੁਹਾਨੂੰ ਖੀਸੇ 'ਚ ਪਾ ਕੇ ਫਿਰ ਉਹ ਕੰਮ ਕਰਾਓ। ਇਹ ਤਾਂ ਬਹੁਤ ਵਧੀਆ ਸਿਸਟਮ ਹੈ ਇੱਥੇ, ਔਰ ਇਹ ਹੋ ਰਿਹਾ 70%। ਇਹ ਇਸ ਤਰ੍ਹਾਂ ਹੀ ਹੁੰਦਾ। ਇਹ ਅਸਲ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਵੀ ਅਸੀਂ ਉਹਨੂੰ ਗਲੋਰੀਫਾਈ ਕੀਤਾ, ਅਸੀਂ ਉਸ ਚੀਜ਼ ਦੀ ਗਲਤੀ ਸਾਡੀ ਹੈ ਵੀ ਫਲਾਣੇ ਦਾ ਜੁਗਾੜ ਹੈ। ਇਹ ਗਲੋਰੀਫਾਈ ਕਰਨ ਨੇ ਸਾਨੂੰ ਉਸ ਦੇ ਅਧੀਨ ਲਿਆਂਦਾ। ਇਹ ਗੱਲ ਦਿਮਾਗ 'ਚੋਂ ਕੱਢਣੀ ਸ਼ੁਰੂ ਕਰੋ, ਲਿਖਣਾ ਸ਼ੁਰੂ ਕਰੋ। ਕਿਤੇ ਵੀ ਤੁਹਾਡਾ ਕੰਮ ਹੈ, ਈਮੇਲ ਕਰੋ, ਰਾਈਟਿੰਗ ਦੇ ਵਿੱਚ ਰੱਖੋ। ਕਾਲ ਲੌਗ ਕਰਦੇ ਹੋ ਤਾਂ ਉਹਨੂੰ ਕਾਲ ਕਿਸ ਸਮੇਂ ਕੀਤੀ, ਕਿਹਦੇ ਨਾਲ ਗੱਲ ਕੀਤੀ, ਡਾਇਰੀ 'ਚ ਲਿਖੋ। ਨਹੀਂ ਗੱਲ ਬਣਦੀ, 5-4 ਮਹੀਨੇ ਤੁਹਾਡੇ ਕੋਲ ਥੱਬਾ ਇਕੱਠਾ ਹੋ ਗਿਆ, ਕਰ ਦਿਓ ਜਨਤਕ, ਸੱਦੋ ਕਿਸੇ ਮੀਡੀਆ ਵਾਲੇ ਨੂੰ, ਦੇਖੋ ਕੀ ਹੁੰਦੀ ਆ ਕਹਾਣੀ, ਕਿਵੇਂ ਨਹੀਂ ਹੋਊਗਾ ਕੰਮ। ਨਛੱਤਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1, ਤੁਸੀਂ 에ਅਰ ਤੇ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜੇ ਭਾਈ ਕਹਿੰਦੇ ਆ ਨਾ ਵੀ ਇੱਥੇ ਨਹੀਂ ਹੈਗਾ, ਉੱਥੇ ਸੀਗਾ, ਇੱਥੇ ਨਹੀਂ ਹੈਗਾ। ਮੈਂ ਤਾਂ ਜਦ 50 ਸਾਲ ਇੱਥੇ ਆਏ ਹੋ ਗਏ, ਤੇ 60 ਸਾਲ ਪਹਿਲਾਂ ਇੰਡੀਆ ਵੀ ਸੀਗੇ, ਉਹੀ ਕੰਮ ਉੱਥੇ ਸੀ, ਉਹੀ ਇੱਥੇ ਚੱਲਦਾ। ਜਿੰਨੇ ਇੱਥੇ ਜ਼ਿਆਦਾ ਆ ਗਿਆ, ਉਦੋਂ ਜ਼ਿਆਦਾ ਚੱਲਣ ਲੱਗ ਪਿਆ। ਉਹਨਾਂ ਕਹਿੰਦੇ ਇੱਕ ਮਿੰਟ ਹੋਰ ਨਾ ਕੱਟੀਏ, ਮੈਂ ਇੰਡੀਆ ਦੀ ਗੱਲ ਦੱਸਦਾ। ਮੈਂ ਲਾਇਸੈਂਸ ਬਣਾਉਣ ਗਏ ਤੇ ਉਹ ਭਾਈ ਦੇ ਐਨਕਾਂ ਲੱਗੀਆਂ, ग्वालियर की गल आ। अच्छा जी। आज वो जानते न आज वो कहता मैं अंक में ला दे, मैनू की पता अन्ना के जड़ा मारे यानी रिश्वत की गल करदा। बिल्कुल ठीक है। वही गल इत्थे आ, कोई बंदा मेले च नहीं सी लगदा इत्थे, जे आप दा ही बंदा लवाउंदा सी कोई, हर कोई। मैनू काम नहीं मिला, 50 साल में इत्थे आए हो गया मेले च। आप काम कीता, आप करके उन्हें जेडे नवे आने इन्होंने कहा भी एक ही रेशो चलती है, होर तक जो है ही नहीं, या अगे है नहीं सी, अगे भी यही काम चलता है। ओके जी, थैंक यू। धन्यवाद जी सर जी, धन्यवाद बजुर्गो, थैंक यू। एक जिहड़ा काम ते नाल दे बंदे नूं लवाउणा, रिश्तेदार नूं लवाउणा, ओहो की ओहो रैफरल दे विच, हाँ रैफरल तो है ही है, फोरमैन नाल गल करके रखनी, मेरी भूआ दा मुंडा आउंदा यार, उहनूं लवा दिओ। ਅੱਗੇ ਜਿਹੜੀ
ਮਿਲ ਦੀ ਜੌਬ ਬਹੁਤ ਵੱਡੀ ਜੌਬ ਸਮਝੀ ਜਾਂਦੀ ਸੀ, ਉਹ ਰੈਫਰਲ। ਪਰ ਸਰਕਾਰੀ ਕੰਮਾਂ ਦੀ ਮੈਂ ਗੱਲ ਕਰ ਰਿਹਾ ਵੀ ਸਰਕਾਰੀ ਕੰਮਾਂ ਦੇ ਵਿੱਚ ਘਮਾਉਣੀ ਜਿਹੜੀ ਫਾਈਲ ਘਮਾਉਣ ਦੀ ਗੱਲ ਚੱਲੀ ਹੋਈ ਹੈ ਨਾ ਕਮਿਊਨਿਟੀ ਦੇ ਵਿੱਚ, ਉਹ ਮਾੜੀ ਆ। ਉਸ ਫਾਈਲ ਦੇ ਥੱਲੇ ਅਸੀਂ ਗੁਲਾਮੀ ਕਰ ਰਹੇ ਹਾਂ। ਉਸ ਗੁਲਾਮੀ ਕਰਕੇ ਅਸੀਂ ਰਾਜਨੀਤੀ 'ਚ ਵੋਟਾਂ ਦੇ ਵਿੱਚ ਵੀ ਉਹੀ ਸਾਡੀ ਕਮੀ ਪੈ ਰਹੀ ਹੈ। ਜਾਂ ਤੁਸੀਂ ਇੱਕ ਬੰਦੇ ਦਾ ਨਾਂ ਕਮਿਊਨਿਟੀ ਲੈਣ ਲੱਗ ਜਾਵੇ, ਫਲਾਣੇ ਦੇ ਕਹੇ ਤੇ ਆਹ ਗੱਲ ਹੁੰਦੀ ਹੈ, ਇਹਦਾ ਮਤਲਬ ਸਾਡਾ ਨਿਮਾਣ ਜਿਹੜਾ ਸਾਡਾ ਸ਼ੁਰੂ ਹੋ ਗਿਆ। ਗੱਲਬਾਤ ਚੱਲ ਰਹੀ ਹੈ ਜੀ ਰੈਫਰਲ ਦੀ। ਕੀ ਰੈਫਰਲ ਇੱਥੇ ਜਿਹੜੀ ਹੈ ਉਹ ਕਿੰਨਾ ਕੁ ਕੰਮ ਕਰਦੀ ਹੈ? ਕੀ ਇਉਂ ਲੱਗਦਾ ਵੀ ਫਲਾਣੇ ਬੰਦੇ ਦਾ ਜੇ ਜ਼ੋਰ ਹੋਵੇ ਤਾਂ ਉਹ ਜਿਹੜਾ ਇਹ ਕੰਮ ਕਰਾ ਸਕਦਾ? ਇਹ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਤੁਸੀਂ ਸ਼ਾਮਲ ਹੋ ਰਹੇ ਹੋ 778 220 222 0600 ਤੇ। ਲਾਈਨ ਨੰਬਰ 1 ਕਰਨ ਸਿੱਧੂ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸ਼ੇਰੇ ਪੰਜਾਬ ਦਾ ਨੰਬਰ ਮੈਂ ਵੀ ਰਿਪੀਟ ਕਰ ਦਿੰਦਾ, 778 22 20 600। ਓਕੇ ਠੀਕ ਹੈ, ਓਕੇ। ਤੇ ਗਿੱਲ ਸਾਹਿਬ ਦੇਖੋ, ਇਹ ਜਿਹੜਾ ਇਹ ਕੰਟਰੀਆਂ ਸੀਗੀਆਂ ਜਿਹੜੀਆਂ ਜਿੱਥੇ ਸਾਨੂੰ ਪ੍ਰਮਾਤਮਾ ਨੇ ਇੱਥੇ ਆਉਣੇ ਦਾ ਮੌਕਾ ਦਿੱਤਾ, ਪਹਿਲਾਂ ਤਾਂ ਅਸੀਂ ਉਸ ਪਰਵਰਦਗਾਰ ਦੇ ਬਹੁਤ ਧੰਨਵਾਦੀ ਸਾਨੂੰ ਹੋਣਾ ਚਾਹੀਦਾ ਜੀ। ਔਰ ਦੂਸਰਾ, ਜਿੱਥੇ ਸਾਨੂੰ ਜਨਮ ਦਿੱਤਾ ਸਾਡੇ ਮਾਂ-ਬਾਪ ਨੇ, ਦੇਖੋ ਵੀ ਬਹੁਤ ਸੋਹਣੀ ਧਰਤੀ ਆ, ਬਹੁਤ ਅਮੀਰ ਧਰਤੀ ਆ। ਸੋ ਸਾਨੂੰ ਹਮੇਸ਼ਾ ਹੀ ਉਸ ਪ੍ਰਮਾਤਮਾ ਦੇ ਭੈਣ ਭਾਈਆਂ ਦੇ ਹਮੇਸ਼ਾ ਹੀ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ। ਇਹ ਸਾਡੇ ਮਨ 'ਚ ਗੱਲ ਹਮੇਸ਼ਾ ਰਹਿਣੀ ਚਾਹੀਦੀ ਆ। ਆਪਾਂ ਇੰਡੀਆ ਦੇ ਹੋਰ ਕੋਨੇ ਦੇਖ ਲਓ ਗਿੱਲ ਸਾਹਿਬ, ਤੁਸੀਂ ਸਾਰੇ ਘੁੰਮ ਕੇ ਦੇਖਿਆ ਹੋਇਆ, ਯੂਪੀ ਬਿਹਾਰ ਦੇ ਵਿੱਚ ਆਮ ਜਿਹੜੇ ਲੋਕੀ ਹੈਗੇ ਉਹਨਾਂ ਦੀ ਜੀਵਨ ਜਾਂਚ ਵਿਚਾਰਿਆਂ ਦੀ ਕੀ ਹੈਗੀ ਹੈ ਨਾ ਜੀ। ਸਭ ਹਾਂ, ਓਕੇ। ਜਿਹੜਾ ਰੈਫਰਲ ਸਿਸਟਮ ਆ, ਇਹ ਇਸ ਕੰਟਰੀ ਦੇ ਵਿੱਚ ਇੱਕ ਫੇਅਰ ਸੀਗਾ। ਰੈਫਰਲ ਦਾ ਮਤਲਬ ਹੁੰਦਾ ਸੀ ਕਿ ਤੁਸੀਂ ਕਿਸੇ ਦੀ ਜਾਮ ਨਹੀਂ ਭਰਦੇ, ਉਹਦੀ ਚਾਲ ਚੱਲਣ ਦੀ, ਉਹਦੇ ਕਰੈਕਟਰ ਦੀ। ਅੱਛਾ ਜੀ। ਜਿੱਦਾਂ ਕਿ ਆਪਾਂ ਰੈਫਰੈਂਸ ਦਵਾਉਂਦੇ ਹੁੰਦੇ ਸੀ ਲੰਬੜਦਾਰ ਦਾ, ਲੰਬੜਦਾਰ ਸਾਹਿਬ ਜਾ ਕੇ ਸ਼ਨਾਖਤ ਕਰਦੇ ਸੀ ਨਾ ਕਿ ਹਾਂਜੀ ਇਹ ਫਲਾਣਾ ਸਿੰਘ ਹੈ, ਫਲਾਣਾ ਸਿੰਘ ਹੈ, ਫਲਾਣੇ ਸਿੰਘ ਦਾ ਪੁੱਤ ਆ। ਬਿਲਕੁਲ। ਸੋ ਉਹ ਇੱਕ ਇਮਾਨਦਾਰ ਕਿੱਤਾ ਸੀਗਾ ਇੱਕ। ਬਟ ਜਦੋਂ ਉਹ ਮਿਸਯੂਜ਼ ਹੋਣ ਲੱਗ ਪਿਆ ਕਿ ਆਪਣੇ ਨਰਿੰਜਨ ਸਿੰਘ ਦੀ ਜਗ੍ਹਾ ਗੱਜਣ ਸਿੰਘ ਉੱਥੇ ਜਾ ਕੇ ਖੜਾ ਹੋ ਗਿਆ ਤੇ ਉਹਨੇ ਕਹਿੰਦਾ ਹਾਂਜੀ ਨਰਿੰਜਨ ਸਿੰਘ ਹੀ ਹੈ। ਸੋ ਫੇਰ ਇਹ ਫੋਟੋ ਆਈਡੀ ਹੋਈ ਨਾ ਜੀ ਉੱਥੇ। ਬਟ ਇਹਨੂੰ ਮਿਸਯੂਜ਼ ਆਪਾਂ ਖਾਸ ਤੌਰ ਉੱਤੇ ਕਹਿ ਸਕਦੇ ਹਾਲੇ ਵੀ ਗਿੱਲ ਸਾਹਿਬ। ਅਸੀਂ ਹੁਣ ਸ਼ਰਮ ਆਉਂਦੀ ਆ ਕਿ ਜਿਹੜਾ ਰੈਫਰਲ ਸਿਸਟਮ ਸੀਗਾ ਹੌਲੀ ਹੌਲੀ ਇਹ ਸਿਫਾਰਸ਼ੀ ਸਿਸਟਮ ਬਣ ਗਿਆ। ਸੋ ਇਹ ਇੱਥੋਂ ਹੀ ਗੈਂਗ ਪੈਦਾ ਹੁੰਦੇ ਆ। ਗਰੁੱਪ, ਪਹਿਲਾਂ ਗਰੁੱਪ ਹੁੰਦਾ ਆ, ਗਿੱਦੜਾਂ ਦਾ ਸੁਣਿਆ ਗਰੁੱਪ, ਫਿਰਦਾ ਕਹਿੰਦੇ ਸ਼ੇਰ ਮਾਰਨਾ ਹੈ ਨਾ ਜੀ। ਫਿਰ ਗਰੁੱਪ ਤੋਂ ਜਿੱਦਾਂ ਬਾਹੂਬਲੀ ਬੰਦੇ ਹੁੰਦੇ ਉਹ ਗੈਂਗ ਬਣ ਗਿਆ। ਉਹ ਤੋਂ ਅੱਗੇ ਜਦੋਂ ਹੋਰ ਜ਼ਿਆਦਾ ਵੱਡੀ ਆਰਗੇਨਾਈਜੇਸ਼ਨ ਹੋ ਗਈ ਉਹ ਫਿਰ ਮਾਫੀਆ ਬਣ ਗਿਆ ਹੈ ਨਾ ਜੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ, ਅਸੀਂ ਵੀ ਇੱਥੇ ਜਿਹੜੇ ਆਪਣੇ ਭਾਈਚਾਰੇ ਦੇ ਵਿੱਚ ਵੀ ਹੁਣ ਇੱਥੇ ਵੀ ਗੈਂਗ ਹੀ ਬਣੇ ਹੋਏ ਆ ਜੀ। ਇਹ ਕੋਈ ਆਪਣੇ ਕੰਸਟਰਕਸ਼ਨ ਇੰਡਸਟਰੀ ਵਿੱਚ ਆ, ਹੁਣ ਉਹ ਆਪਣਾ ਗੈਂਗ ਬਣਾਈ ਬੈਠੇ, ਉਹ ਛੋਟਿਆਂ ਨੂੰ ਲਾਗੇ ਨਹੀਂ ਲੱਗਣ ਦਿੰਦੇ ਹੈਗੇ ਜੀ। ਫਿਰ ਉਹਨੇ ਆਪਣੇ ਮੂਹਰੇ ਫੀਲੇ ਰੱਖੇ ਹੋ ਆ, ਵੱਡੇ ਵੱਡੇ ਆਪਣੇ ਆਪ ਨੂੰ ਨਾਮ ਨਿਹਾਲ ਪੱਤਰਕਾਰ ਕਹਾਉਂਦੇ ਆ। ਉਹ ਜੀ ਉਹਨੇ ਜੀ 100 ਮੰਜ਼ਿਲੀ ਬਿਲਡਿੰਗ ਉਸਾਰ ਦਿੱਤੀ ਜੀ, ਫਲਾਨਾ, ਉਹਨਾਂ ਦਾ ਨਾਂ ਲੈ ਕੇ ਪ੍ਰਮੋਟ ਕਰਨਗੇ। ਜਦ ਕਿ ਇੱਕ ਸਿਟੀ ਦਾ ਫੈਸਲਾ ਹੁੰਦਾ ਹੈਗਾ, ਉਹਦੇ ਵਿੱਚ ਡਜ਼ਨਟ ਮੈਟਰ ਹੂ ਦਾ ਹੀ ਹੈ ਨਾ, ਉਹ ਫਿਰ ਪ੍ਰਮੋਟ ਕਰਨਗੇ ਜੀ ਫਲਾਨੇ ਬਾਈ ਜੀ ਨੂੰ ਐਡੀ ਵੱਡੀ ਬਿਲਡਿੰਗ ਮਿਲ ਗਈ ਹੈਗੀ ਆ। ਫਿਰ ਕੋਈ ਇੱਥੇ ਮਸਲਾ ਹੁੰਦਾ ਆ, ਉਹ ਇੱਕ ਗੈਂਗ ਸਿਸਟਮ ਹੀ ਬਣ ਗਿਆ ਜੀ। ਆ ਕੇ ਫਿਰ ਉਹ ਲੋਕਾਂ ਦਾ ਨਾਂ ਲੈਂਦੇ ਆ ਕਿ ਜੀ ਭਾਈਚਾਰੇ ਨੂੰ ਬੜੀ ਮੁਸ਼ਕਲਾਂ ਹੋ ਰਹੀਆਂ ਆ, 3300 ਸਕੁਅਰ ਫੁੱਟ ਲੋਟ ਆ ਤੇ ਘਰ ਬਣਾਉਣਾ ਹੈਗਾ ਉੱਥੇ 4500 ਫੁੱਟ, ਤੇ ਭਾਈਚਾਰੇ ਦਾ ਨਾਂ ਲੈ ਕੇ ਉੱਥੇ ਇਹ ਕੰਮ ਹੋ ਰਿਹਾ ਹੈਗਾ। ਔਰ ਉਹਦੇ ਵਿੱਚ ਕੁਛ ਜਿਹੜੇ ਹੁੰਦੇ ਕ੍ਰਿਮੀਨਲ ਮਾਈਂਡਡ ਜਾਂ ਕਰਪਟਡ ਜਿਹੜੇ ਹੈਗੇ ਸਿਸਟਮ ਨੂੰ ਕਰਪਟ ਕਰੀ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਲੌਂਗ ਸ਼ੋਰ ਦੀਆਂ ਨੌਕਰੀਆਂ ਦਾ ਕਹਿ ਰਹੇ ਸੀ ਭਾਈ ਸਾਹਿਬ, ਬਿਲਕੁਲ ਸਹੀ ਗੱਲ ਆ। ਬਟ ਉਹਦੇ ਲਈ ਇਨਵੋਲਵਮੈਂਟ ਕਿਹਨਾਂ ਦੀ ਹੈਗੀ? ਸਾਡੇ ਭਾਈਚਾਰੇ ਦੀ ਹੈਗੀ। ਸਾਡੀ ਭੁੱਖ ਆ ਜਿਹੜੀ, ਬੱਚੇ ਜਿਹੜੇ ਸਾਡੇ ਗੈਂਗਾਂ ਵਿੱਚ ਜਾ ਰਹੇ ਸੀ, ਇਹਦਾ ਮਤਲਬ ਇਹੀ ਸੀਗਾ ਕਿ ਲੈਵਿਸ਼ ਲਾਈਫ ਹੈ ਜਿਹੜੀ ਲਾਈਫ ਸਟਾਈਲ ਆ ਆਮ ਪਰਿਵਾਰਾਂ ਦੇ ਵਿੱਚ। ਜਦੋਂ ਮਿਲ ਵਰਕਰ ਆਪਾਂ ਕਹਿੰਦੇ ਸੀਗੇ ਕਿ ਬਹੁਤ ਵੱਡੀ ਜੌਬ ਸੀਗੀ, ਠੀਕ ਹੈ, ਉਸ ਵੇਲੇ ਸਾਰੇ ਇਕੁਅਲ ਸੀਗੇ ਜੀ। ਬਟ ਉਹਨਾਂ ਵਿੱਚੋਂ ਕੋਈ ਹੇਰ ਫੇਰ ਕਰਕੇ ਥੋੜਾ ਵੱਡਾ ਹੋ ਗਿਆ, ਉਹਨੇ ਆਪਣੇ ਜਵਾਕਾਂ ਨੂੰ ਮਰਸਡੀ BMW ਲੈ ਦਿੱਤੀ। ਅੱਜ ਤੋਂ 25-30 ਸਾਲ ਪਹਿਲਾਂ BMW ਮਰਸਡੀ ਬਹੁਤ ਵੱਡਾ ਨਾਮ ਹੁੰਦਾ ਸੀਗਾ, ਹੁਣ ਤਾਂ ਆਵੇਂ ਆਪਣੇ ਭਾਈਚਾਰੇ 'ਚ ਹੋਈਆਂ ਇਹ। ਸੋ ਉਹਨੂੰ ਦੇਖ ਕੇ ਫਿਰ ਦੂਜੇ ਬੱਚੇ ਸੀ ਜਿਹੜੇ ਜੀ ਸਾਡੇ ਬੱਚੇ। ਮੈਂ ਪਿਛਲੀ ਸਿਵਿਕ ਇਲੈਕਸ਼ਨ ਵਿੱਚ, ਉਹ ਤੋਂ ਪਹਿਲਾਂ ਵੀ ਇਹੀ ਸੀਗੀ ਕਿ ਇੱਥੇ ਜਿੰਨੇ ਵੀ ਬਿਲਡਰ ਆਪਣੇ ਆਪ ਨੂੰ ਬਹੁਤ ਵੱਡੇ ਕਹਾਉਂਦੇ ਆ, ਤੁਸੀਂ ਕਿਸੇ ਦਿਨ ਇਹਦਾ ਓਪਨ ਟਾਕ ਸ਼ੋ ਕਰਕੇ ਤੁਸੀਂ ਦੇਖਿਆ ਹੀ ਹੋਇਆ ਕਿ ਇਹਨਾਂ ਦੇ ਲੂਪ ਹੋਲ ਜਦੋਂ ਖੋਲਦੇ ਆ, ਉਹਨਾਂ ਦੇ ਜਵਾਕਾਂ ਨੂੰ ਦੇਖ ਕੇ ਆਮ ਸਧਾਰਨ ਮੇਰੇ ਵਰਗੇ ਜਿਹੜਾ ਇੱਕ ਮਿਹਨਤੀ ਬੰਦਾ, ਚਲੋ ਮੈਂ ਕਹਿ ਸਕਦਾ ਆ ਕਿ ਸਾਡੇ ਬੱਚੇ ਫਿਰ ਉਹੀ ਡਿਮਾਂਡਾਂ ਮੰਗਦੇ ਆ ਜੀ। ਜਦੋਂ ਉਹਨਾਂ ਦੇ ਪੇਰੈਂਟਸ ਤੋਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ, ਫਿਰ ਉਹ ਆਊਟ ਆਫ ਦਾ ਕੀ ਕਹਿੰਦੇ ਹੁੰਦੇ ਆ ਮਾਈਵੇ ਔਰ ਹਾਈਵੇ। ਸੋ ਇਹ ਗੈਂਗ ਸ਼ਬਦ ਆ ਜਿਹੜਾ ਹੁਣ ਸਾਡਾ ਗੈਂਗ ਆ। ਸਪੋਜ਼ ਕਰੋ
ਅਸੀਂ ਵੀ ਗੈਂਗ ਬਣਾਇਆ ਆ ਆਪਣਾ ਇੱਕ ਤਰ੍ਹਾਂ ਦਾ, ਸਾਡਾ ਯੂਟੀਏ ਦਾ ਗੈਂਗ ਆ ਜਾਂ ਯੂਨੀਫੋਰ ਦਾ ਗੈਂਗ ਆ ਜਾਂ ਟੀਮਸਟਰ ਦਾ ਗੈਂਗ ਆ। ਇਕੱਠੇ ਹੋਣੇ ਦਾ ਮਤਲਬ ਹੈਗਾ ਆ, ਜਦੋਂ ਤੁਸੀਂ ਇਕੱਠ ਰੱਖੋਗੇ ਜੀ, ਤੁਸੀਂ ਚਾਹੇ ਉਹਨੂੰ ਚੰਗੇ ਪਾਸੇ ਲੈ ਜਾਓ ਚਾਹੇ ਤੁਸੀਂ ਮਾੜੇ ਪਾਸੇ ਲੈ ਲਓ। ਹੁਣ ਸ਼ੇਰੇ ਪੰਜਾਬ ਨੇ ਆਪਣਾ ਟੀਮ ਖੜੀ ਕਰ ਦਿੱਤੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀਆਂ ਗੱਲਾਂ ਹੁੰਦੀਆਂ, ਸਾਰਾ ਕੁਝ ਹੁੰਦਾ ਹੈਗਾ। ਸੋ ਇਹ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਆ, ਉਹਨੂੰ ਚਾਹੇ ਤੁਸੀਂ, ਹੁਣ ਮੀਡੀਆ ਤੁਹਾਨੂੰ ਪਤਾ ਹੀ ਹੈ ਇੱਥੇ ਕਿ ਮਤਲਬ ਗੱਲ ਕੀ ਤੋਂ ਕੀ ਬਣਾ ਦਿੰਦਾ ਹੈਗਾ, ਅਰਥਾਂ ਦੇ ਨਰਥ ਕਰ ਦਿੰਦਾ ਹੈਗਾ ਲੋਕਾਂ ਨੂੰ ਪਰ ਭੁਲੇਖੇ ਵਿੱਚ ਪਾਉਣੇ ਵਾਸਤੇ। ਸੋ ਇਹ ਬਿਲਕੁਲ ਗਲਤ ਪਿਰਤ ਹੈਗੀ ਆ, ਇਸ ਕੰਟਰੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਬਟ ਇਹ ਬਾਕੀ ਇਹ ਗੱਲ ਸਹੀ ਹੈਗੀ ਕਿ ਇੱਥੇ ਜੋਬਾਂ ਜਿਹੜੀਆਂ ਸਰਕਾਰੀ ਜੋਬਾਂ ਖਾਸ ਤੌਰ ਦੇ ਉੱਤੇ ਜਿਹੜੀਆਂ ਬਲੂ ਕਲਰ ਜੋਬਾਂ ਆ, ਉਹ ਭਾਈ ਭਤੀਜਾਵਾਦ ਦੇ ਥੱਲੇ ਆ ਗਈਆਂ, ਚਾਹੇ ਉਹ ਫੈਡਰਲ ਗਵਰਨਮੈਂਟ ਹੋਵੇ, ਚਾਹੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਹੋਵੇ, ਚਾਹੇ ਸਿਵਿਕ ਗਵਰਨਮੈਂਟ ਹੋਵੇ। ਸੋ ਇਹ ਨਹੀਂ ਹੋਣਾ ਚਾਹੀਦਾ ਹੈਗਾ। ਜਿਹੜੇ ਚੌਧਰੀ ਨੁਮਾ ਲੋਕੀ ਇੱਥੇ ਥੋੜੇ ਹੈਵੀ ਹੋਏ ਵਾ, ਹੌਲੀ ਹੌਲੀ ਬੇਨਤੀ ਹੈ ਇਹਨਾਂ ਨੂੰ, ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਉਣ। ਬਾਕੀ ਤੁਹਾਡਾ ਧੰਨਵਾਦ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ, ਥੈਂਕ ਯੂ। ਸਾਹਿਬ ਮਕੰਦ ਸਿੰਘ ਗਿੱਲ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਗਿੱਲ ਸਾਹਿਬ ਬਹੁਤ ਹੀ ਸਤਿਕਾਰ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਲਿਆਉਣਾ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਦੇਖੋ ਮੈਂ ਥੋੜਾ ਜਿਹਾ ਇੱਥੋਂ ਦਾ ਮਾਹੌਲ ਤਾਂ ਦੇਖਣ ਦੇ, ਮੈਂ 25-30 ਸਾਲ ਤੋਂ ਦੇਖ ਰਿਹਾ। ਰੈਫਰੈਂਸ ਤਾਂ ਠੀਕ ਹੈ ਦਿੰਦੇ ਸੀ, ਜਦੋਂ ਵੀ ਕਿਤੇ ਕੋਈ ਐਪਲੀਕੇਸ਼ਨ ਯੂਨੀਵਰਸਿਟੀ ਸਿੱਖਦੇ ਸੀ ਉਹ ਕਹਿੰਦੇ ਵੀ ਰੈਫਰੈਂਸ ਦੇਣੀ, ਹੁਣ ਵੀ ਕਹਿਣਗੇ 2 ਨਾ ਦਿਓ ਜਾਂ ਓਲਡ ਏਜ ਦੇ ਪੇਪਰ ਭਰਦੇ ਕਿਸੇ ਦੇ 1 ਦਿਓ। ਮੇਰਾ ਮਤਲਬ ਥੋੜਾ ਜਿਹਾ ਜੇ ਸਾਨੂੰ ਆਪ ਨੂੰ ਨਾਲ ਹੋਵੇ ਨਾ ਤਾਂ ਮੇਰਾ ਖਿਆਲ ਹੈ ਮੈਂ ਕਦੇ ਵੀ 30 ਸਾਲਾਂ ਦੀ ਕਿਸੇ ਸਿਆਸੀ ਬੰਦੇ ਕੋਲ ਕਦੇ ਗਿਆ ਹੀ ਨਹੀਂ। ਜੇ ਤੁਹਾਨੂੰ ਵਾਕਫੀ ਦਾ ਤਾਂ ਮੇਰਾ ਖਿਆਲ ਹੈ ਇੱਥੇ ਐਕਸਫੋਰਡ ਦੇ ਵਿੱਚ ਹੀ ਮੇਰਾ ਖਿਆਲ ਹੈ ਮੈਂ 800 ਲੋਕਾਂ ਦੀਆਂ ਪੈਨਸ਼ਨਾਂ ਲਵਾਈਆਂ ਹੋਣਗੀਆਂ, ਫਰੀ ਜਾਈਦਾ ਲੋਕਾਂ ਨੇ, ਕਿਸੇ ਭੈਣ ਭਰਾ ਨੇ ਜਿਹਨੂੰ ਨਹੀਂ ਆਉਂਦਾ ਕੰਮ, ਕਿਸੇ ਦੇ ਸਿਮਿਲਰਲੀ ਨਿੱਕੇ ਮੋਟੇ ਕੰਮਾਂ ਲਈ ਅਸੀਂ ਆਪ ਸਿੱਖਣ ਦੀ ਵੀ ਕੋਸ਼ਿਸ਼ ਕਰੀਏ। ਜਿਹੜੇ ਬੰਦੇ ਅਨਪੜ੍ਹ ਮੁੜ ਉਹਨੂੰ ਤਾਂ ਮਜਬੂਰੀ ਹੈ, ਜਿਹੜੇ ਥੋੜਾ ਬਹੁਤਾ ਜਾਣਦੇ ਉਹ ਵੀ ਨਹੀਂ ਸਿੱਖਦੇ। ਅਸੀਂ ਅੱਧੇ ਕੰਮਾਂ ਲਈ ਸਾਨੂੰ ਕਿਸੇ ਦੀ ਵੀ ਲੋੜ ਨਹੀਂ ਪੈਂਦੀ। ਇਹ ਸਿਸਟਮ ਨੂੰ ਜੇ ਸਮਝਦੇ, ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦਾ ਜੇ ਅਸੀਂ ਉਹਨੂੰ ਇਹ ਪਤਾ ਲੱਗ ਜੇ ਕਿ ਇਹਨੂੰ ਨਾਲ ਜਾਏਗੀ ਹਰੇਕ ਚੀਜ਼ ਦੀ। ਜਦੋਂ ਸਾਨੂੰ ਨਾਲ ਜੀ ਨਹੀਂ ਹੁੰਦੀ ਉਦੋਂ ਮਿਸਯੂਜ਼ ਹੁੰਦੇ ਅਸੀਂ। ਸੋ ਇੱਥੇ ਸਾਰਾ ਕੁਝ ਕਰ ਰਹੇ, ਜਿਵੇਂ ICBC ਦਾ ਵੀ ਹੈ 25,000 ਤਾਈਂ ਸਵਾਲ ਕਲੇਮ ਕੋਰਟ 'ਚ ਅਸੀਂ ਆਪ ਕੇਸ ਲੜ ਸਕਦੇ, ਕਿਸੇ ਵਕੀਲਾਂ ਮਗਰ ਵੀ ਭੱਜਣ ਦੀ ਲੋੜ ਨਹੀਂ ਫੀਸਾਂ ਦੇਣ ਦੀ। ਸੋ ਠੀਕ ਹੈ, ਜਦੋਂ ਅਸੀਂ ਸਾਨੂੰ ਨਾਲ ਜੀ ਨਹੀਂ ਹੁੰਦੀ ਤਾਂ ਸਾਨੂੰ ਮਿਸਯੂਜ਼ ਕਰਨ ਵਾਲੇ ਬਹੁਤ ਆ। ਇੱਕ ਇੱਥੋਂ ਦਾ ਜਿਹੜਾ ਸਿਸਟਮ ਆ ਸਾਡਾ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪੋਲੀਟੀਕਲ ਸਿਸਟਮ ਵੀ ਇਹੋ ਜਿਹਾ ਹੋ ਗਿਆ ਕਿ ਹਰੇਕ ਕੰਮ 'ਚ ਉਹ ਕਹਿੰਦੇ ਵੀ ਸਾਡੇ ਕੋਲੇ ਆਓ ਤੁਸੀਂ। ਸੋ ਮੈਂ ਤਾਂ ਇਹੀ ਕਹੂੰਗਾ ਵੀ ਨਿੱਕੇ ਮੋਟੇ ਤੁਹਾਨੂੰ ਕੰਮਾਂ ਦੇ, ਇਮੀਗ੍ਰੇਸ਼ਨ ਦੇ ਕਾਨੂੰਨ ਦੀ ਤੁਹਾਨੂੰ 80% ਵਾਕਫੀ ਜੇ ਤੁਸੀਂ ਇਕੱਲਾ ਪੇਪਰ ਪੜ੍ਹੋ ਪਤਾ ਲੱਗ ਜਾਂਦਾ ਹੈ। ਸਿਮਿਲਰਲੀ ICBC ਦੇ ਰੂਲਸ ਕੀ ਹੈ, ਸਾਨੂੰ ਕਿਵੇਂ ਮਿਲਦਾ ਉਹਦਾ ਵੀ ਪਤਾ ਲੱਗ ਜਾਂਦਾ ਹੈ। ਓਲਡ ਏਜ ਸਿਕਿਉਰਿਟੀ ਦੇ ਹੈ, ਕੈਨੇਡਾ ਪੈਨਸ਼ਨ ਪਲਾਨ ਕੀ ਹੈ, ਸਾਰਾ ਥੋੜਾ ਜਿਹਾ ਸਿੱਖਣ ਦੀ ਵੀ ਕੋਸ਼ਿਸ਼ ਕਰੀਏ ਜੇ ਅਸੀਂ ਜ਼ਿੰਦਗੀ ਇੱਥੇ ਕੱਢਣੀ ਸਾਰੀ। ਤਾਂ ਬਾਕੀ ਤੁਹਾਡਾ ਧੰਨਵਾਦ ਬਹੁਤ, ਤੁਸੀਂ ਲੋਕਾਂ ਨੂੰ ਨਾਲ ਹੀ ਦਿੰਦੇ ਰਹਿੰਦੇ ਹੋ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਪਰਮਿੰਦਰ ਸਿੰਘ ਥਿੰਦ 604 828 72 13, ਅਲਬਰਟਾ ਅਤੇ BC ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰਵਾਈਜ਼ਰ, ਡਿਸੇਬਿਲਿਟੀ ਇੰਸ਼ੋਰੈਂਸ। ਤੁਸੀਂ ਕੋਈ ਵੀ ਕਿਸੇ ਕਿਸਮ ਦੀ ਇੰਸ਼ੋਰੈਂਸ ਕਰਾਉਣੀ ਹੈ, ਖਾਸ ਤੌਰ 'ਤੇ ਡਿਸੇਬਿਲਿਟੀ ਇੰਸ਼ੋਰੈਂਸ 'ਤੇ 20% ਆਫ ਚੱਲ ਰਿਹਾ। ਅਤੇ ਯਾਦ ਰੱਖਿਓ ਕਿ ਪਰਮਿੰਦਰ ਸਿੰਘ ਥਿੰਦ ਨਾਲ thinkinsurance.ca ਆਨਲਾਈਨ ਵੀ ਆਪਣੀ ਕੋਟੇਸ਼ਨ ਲੈ ਸਕਦੇ ਹੋ। 604 828 72 13। ਗਗਨ ਸਿੰਘ ਪੰਜਾਬ ਫੋਰੈਕਸ, ਪੰਜਾਬ ਨੂੰ ਡਾਲਰਾਂ ਦਾ ਰੇਟ ਬਹੁਤ ਵਧੀਆ ਜਿਹੜਾ ਹੈ ਭੇਜਣਾ ਹੈ ਅਤੇ ਪੰਜਾਬ 'ਚ ਪਹੁੰਚਦੇ ਕਰਨੇ ਨੇ ਪੈਸੇ 11-12 ਘੰਟਿਆਂ ਦੇ ਵਿੱਚ, ਤਾਂ 604 349 13 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 6043491313। ਤੁਹਾਡੇ ਬਹੁਤ ਸਵਾਲ ਆਏ ਨੇ ਜੀ ਜਗਮੀਤ ਸਿੰਘ ਉਹਨਾਂ ਨੂੰ ਪੁੱਛਣ ਲਈ, ਖਾਸ ਤੌਰ 'ਤੇ ਮਾਪਿਆਂ ਦੀ ਐਪਲੀਕੇਸ਼ਨ, ਸੈੱਲ ਫੋਨ ਦੇ ਬਿੱਲ, ਅਤੇ ਉਹ ਮੈਂ ਲਿਸਟ ਸਾਰੀ ਤੁਹਾਡੀ ਬਣਾ ਲਈ ਹੈ ਜਿਹੜੇ ਤੁਸੀਂ ਕਮੈਂਟ ਕੀਤਾ। ਅਤੇ ਉਹਨਾਂ ਦਾ ਜਦ ਵੀ ਸੀਕੁਐਂਸ ਬਣਿਆ, ਉਹਨਾਂ ਨੇ ਲੋਕਲ ਇੱਥੇ ਵਿਜ਼ਿਟ ਕੀਤਾ ਤਾਂ ਉਹਨਾਂ ਨੂੰ ਮੈਂ ਸਾਰੇ ਸਵਾਲ ਪੁੱਛਾਂਗਾ। ਤੁਹਾਡੇ ਸਾਰੇ ਸਵਾਲ ਆਪਾਂ ਪੁੱਛਿਆ ਕਰਾਂਗੇ। ਬਸ ਸਾਰਾ ਕੁਛ ਸੈਟਲ ਹੋ ਜਾਵੇ, ਟੀਮ ਜਿਹੜੀ ਸਾਰੀ ਕੁਛ ਸਾਡੇ ਮੈਂਬਰ ਨਵੇਂ ਨੇ। ਮੇਨ ਸ਼ੋਅ ਜਿਹੜਾ ਡਾਕਟਰ ਪੁਰੇਵਾਲ ਦਾ ਸਵੇਰ ਦਾ ਸ਼ੋਅ ਹੈ 6 ਤੋਂ 9 ਵਜੇ ਤੱਕ, ਉਹਦਾ ਸੁਨੇਹਾ ਭੇਜੋ ਉਹਨੂੰ ਸੁਣਨ ਜਿਹੜਾ, ਕਿਉਂਕਿ ਡਾਕਟਰ ਪੁਰੇਵਾਲ ਹੋਣੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਸੈਂਕੜੇ ਵਾਰ ਮਹਿਮਾਨ ਦੇ ਤੌਰ 'ਤੇ ਆਉਂਦੇ ਰਹੇ ਅਤੇ ਖਜ਼ਾਨਾ ਉਹਨਾਂ ਦੇ ਕੋਲ ਜਾਣਕਾਰੀ ਦਾ, ਦੁਨੀਆ ਦੇ
ਸਾਰੇ ਲੈਂਡਸਕੇਪ ਕੋਈ ਵੀ ਹੈ, ਚਾਹੇ ਉਹ ਆਰਥਿਕ ਹੈ, ਚਾਹੇ ਰਾਜਨੀਤਿਕ ਹੈ, ਚਾਹੇ ਸਮਾਜਿਕ ਹੈ, ਚਾਹੇ ਪੜ੍ਹਾਈ ਹੈ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਨੇ। ਅਤੇ ਉਹਨਾਂ ਨੂੰ ਅੱਜ ਮੈਂ ਬੇਨਤੀ ਕਰ ਰਿਹਾ ਸੀ ਵੀ ਇੱਕ ਦਿਨ ਓਪਨ ਲਾਈਨ ਟਾਕ ਸ਼ੋਅ ਕਰਿਆ ਕਰੋ, ਵੀ ਤੁਹਾਡੇ ਤਜਰਬੇ ਦੇ ਵਿੱਚੋਂ, ਤੁਹਾਡੀ ਆਪਣੇ ਇਮੀਗ੍ਰੇਸ਼ਨ ਵਾਲੇ ਤਜਰਬੇ ਤੋਂ, ਤੁਹਾਡੇ ਸੋਸ਼ਲ ਸਿਸਟਮ ਦੇ ਵਿੱਚੋਂ, ਤੁਹਾਡੀ ਪੜ੍ਹਾਈ ਦੇ ਵਿੱਚੋਂ, PhD ਕਰਕੇ ਡਾਕਟਰ ਬਣੇ ਹੋਏ ਹੋ ਅਤੇ ਕਿਤਾਬਾਂ ਲਿਖੀਆਂ ਨੇ, ਤੁਹਾਨੂੰ ਕਿਸੇ ਵੀ ਵਿਸ਼ੇ ਤੋਂ ਲੋਕ ਸਵਾਲ ਪੁੱਛ ਸਕਣ, ਇੱਕ ਦਿਨ ਰੱਖਿਆ ਕਰੋ। ਉਹ ਕਹਿ ਰਹੇ ਸੀ ਕਿ ਰੱਖਣਗੇ। ਅਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਕਿ ਸ਼ੇਰੇ ਪੰਜਾਬ ਨੂੰ ਐਡਵਰਟਾਈਜ਼ ਕਰਨ ਦੇ ਲਈ ਕਿਸੇ ਵੀ ਹੋਸਟ ਦਾ ਪ੍ਰੋਗਰਾਮ ਤੁਸੀਂ ਜਿਹੜਾ ਐਡਵਰਟਾਈਜ਼ ਉਸ 'ਤੇ ਕਰਨੀ ਹੈ ਤਾਂ ਗੱਲਬਾਤ ਕਰ ਸਕਦੇ ਹੋ, ਜਾਂ ਇਸੇ ਨੰਬਰ 'ਤੇ 778-222-0600 ਕਰਨ। ਉਹਨਾਂ ਨੇ ਬੜੀ ਵਧੀਆ ਗੱਲ ਬਾਈ ਜੀ ਨੇ ਕਿਹਾ 778-222-600 ਸਿੰਪਲ। ਅਤੇ ਜਾਂ ਹਰਜੀਤ ਗਿੱਲ ਸ਼ੋਅ ਦੇ ਵਿੱਚ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ ਪਲੀਜ਼ 604-729-1224 'ਤੇ ਮੈਨੂੰ ਵਟਸਐਪ 'ਤੇ ਜਾਂ ਟੈਕਸਟ ਕਰਿਓ, ਤਾਂ ਤੁਹਾਡੀ ਟੀਮ ਨੂੰ ਮੈਂ ਰੈਫਰ ਕਰਾਂਗਾ। ਸਾਡੀ ਟੀਮ ਮਿਲੇਗੀ ਤੁਹਾਨੂੰ ਆ ਕੇ। ਥੋੜ੍ਹਾ ਜਿਹਾ ਔਖਾ ਸਮਾਂ ਵੀ ਹੈ ਕੋਵਿਡ ਦਾ, ਪਰ ਕੋਈ ਇਸ਼ੂ ਨਹੀਂ ਹੈ। ਕਿਹੜਾ ਨਵੇਂ ਰੇਡੀਓ ਚਲਾਉਣ ਲੱਗਿਆ, 20 ਵਰ੍ਹੇ ਹੋ ਗਏ ਪਰਿਵਾਰ ਨੂੰ ਜਦ ਦਾ ਉਹਨਾਂ ਨੇ ਸ਼ੁਰੂ ਕੀਤਾ ਤੁਹਾਡੇ ਲਈ ਰੇਡੀਓ, ਅਤੇ ਚਲਾਇਆ ਮਾਣ ਦੇ ਨਾਲ, ਹੱਕ ਅਤੇ ਸੱਚ 'ਤੇ ਖੜ੍ਹ ਕੇ, ਅਤੇ ਇਸ ਤਰ੍ਹਾਂ ਹੀ ਸ਼ੇਰੇ ਪੰਜਾਬ ਚੱਲੂਗਾ। ਤੁਹਾਡੇ ਕੰਸਰਨ ਸਨ ਮੇਰੇ 2 ਪ੍ਰੋਗਰਾਮਾਂ ਦੇ। ਛੇਤੀ ਆਪਾਂ ਜਿਹੜਾ ਇਸ ਬਾਰੇ ਆਪਾਂ ਸੈੱਟ ਕਰ ਦੇਣਾ ਕਿ ਇੱਕ ਜਗ੍ਹਾ ਹੀ ਪ੍ਰੋਗਰਾਮ ਮੇਰੇ ਹੋਇਆ ਕਰਨਗੇ, ਪਰ ਹਾਲੇ ਨਹੀਂ। ਹਾਲੇ ਕਹਿੰਦੇ ਨਹੀਂ ਉੱਧਰ ਵੀ ਅਤੇ ਇੱਧਰ ਵੀ ਜਾਣਾ। ਕੋਈ ਗੱਲ ਨਹੀਂ, ਪਰਿਵਾਰ ਦੇ ਵਿੱਚ ਜਾਂ ਤੁਸੀਂ ਕੰਮ ਕਰਦੇ ਹੋ ਖੇਲਾ ਪਰਿਵਾਰ, ਉਹਨਾਂ ਵੱਲੋਂ ਉਹ ਕਹਿੰਦੇ ਵੀ ਨਹੀਂ ਸਾਨੂੰ ਚਾਹੀਦੇ ਨੇ 2 ਘੰਟੇ ਇੱਧਰ, ਬਾਅਦ ਪਰਿਵਾਰ ਕਹਿੰਦੇ ਇਹ ਚਾਹੀਦਾ, ਤਾਂ ਪਰ ਔਖਾ ਹੈ ਹਾਲੇ ਕੰਮ ਜਿਹੜਾ, ਥੱਕ ਤਾਂ ਜਾਈਦਾ, ਪਰ ਕੋਈ ਗੱਲ ਨਹੀਂ, ਭੱਜਣਾ ਵੀ ਨਹੀਂ ਮੈਦਾਨ 'ਚੋਂ, ਸ਼ੁਰੂ ਦੇ ਸਮੇਂ ਕੰਮ ਕਰਨਾ ਪੈਂਦਾ। ਰੈਫਰੈਂਸ 'ਤੇ ਫਿਰ ਇਸ ਨੂੰ ਰੈਪ ਅਪ ਕਰਦੇ ਹਾਂ। ਇਹ ਗੱਲ ਪਲੀਜ਼, ਜਿਵੇਂ ਕਰਨ ਨੂੰ ਨਹੀਂ ਕਹਿ ਗਏ ਨੇ, ਮੈਂ ਫੇਰ ਕਹਿਣਾ, ਇਸ ਤਰ੍ਹਾਂ ਨਾ ਬਾਹਰ ਸੁਨੇਹਾ ਜਾਵੇ ਵੀ ਇਸ ਸ਼ਹਿਰ 'ਚ, ਇਸ ਸੂਬੇ 'ਚ ਕੰਮ ਕਰਾਉਣ ਲਈ ਜਾਂ ਸੈਂਟਰ 'ਚ ਕੰਮ ਕਰਾਉਣ ਲਈ ਫਲਾਣੇ ਬੰਦੇ ਕੋਲ ਜਾਓ। ਇਹ ਗੱਲ ਛੱਡ ਦਿਓ, ਇਹ ਨਹੀਂ ਹੋਣੀ ਚਾਹੀਦੀ। ਇਹ ਬਹੁਤ ਖਤਰਨਾਕ ਰੁਝਾਨ ਹੈ ਆਪਣੇ ਲਈ, ਇਹ ਨਹੀਂ ਹੋਣਾ ਚਾਹੀਦਾ। ਇੱਥੇ ਕੰਮ ਵੈਸੇ ਹੀ ਤੁਹਾਡੇ ਹੁੰਦੇ ਆ, ਇੱਥੇ ਕੰਮਾਂ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਡਿਆਂ ਨੂੰ। ਨਹੀਂ ਹੋਣਗੇ, ਉਹਦਾ ਡੇਟਾ ਕਰ ਲਓ ਇਕੱਠਾ 5-4 ਮਹੀਨੇ ਦਾ, ਵੀ ਮੈਂ ਆਹ ਕੀਤਾ, ਮੇਰੀ ਇੱਥੇ ਲੀਗੈਲਿਟੀ ਦਾ ਕੰਮ ਸੀ, ਇਹ ਨਹੀਂ ਹੋਇਆ, ਅਤੇ ਦੱਸ ਦਿਓ ਸੱਦ ਕੇ ਇੱਕ ਵਾਰ, ਵੇਖਿਓ ਤਾਂ ਸਹੀ ਹੁੰਦਾ ਕਿ ਨਹੀਂ ਹੁੰਦਾ। ਇਹ ਮਨ 'ਚ ਲੈ ਆਉਣੀ ਗੱਲ, ਜੇ ਫਲਾਣੇ ਧਨਾੜ ਨੂੰ ਮਿਲੋ, ਫਲਾਣੇ ਮੈਨੂਪਲੇਟਰ ਨੂੰ ਮਿਲੋ ਅਤੇ ਫਿਰ ਉਹ ਕੰਮ ਕਰਾਓ, ਇਹ ਨਹੀਂ ਹੋਣੀ ਚਾਹੀਦੀ ਗੱਲ। ਇਹ ਬਹੁਤ ਡੇਂਜਰਸ ਹੈ। ਇਹ ਆਪਣੇ 'ਚ ਹੀ ਹੈ। ਨਾਲੇ ਤੁਹਾਨੂੰ ਦੱਸਾਂ ਵੀ ਅਸੀਂ ਜਿਹੜੇ ਪਹਿਲੀ ਪੀੜ੍ਹੀ ਆ, ਸਾਡੇ ਤੱਕ ਅਗਲੀ ਪੀੜ੍ਹੀ ਨੂੰ ਨਹੀਂ ਇਹ ਗੱਲਾਂ ਆਉਂਦੀਆਂ, ਅਤੇ ਅਸੀਂ ਵੀ, ਕਿਉਂਕਿ ਸਾਡੀ ਪਹਿਲੀ ਪੀੜ੍ਹੀ ਮੁੱਕਣੀ ਨਹੀਂ, ਅਸੀਂ ਤੁਰ ਜਾਣਾ, ਜਾਨੂੰ ਸਾਡਿਆਂ ਨੇ ਹੋਰ ਆ ਜਾਣਾ। ਜਿਵੇਂ ਆ ਸਾਰਾ ਕੁਛ ਅਮਲਾ ਫੈਲਾ, ਸਾਰਾ ਕੁਛ ਜਿਹੜਾ ਆਪਾਂ ਕ੍ਰੀਏਟ ਕੀਤਾ ਹੈ ਪਹਿਲੀ ਪੀੜ੍ਹੀ ਦੇ ਲਈ ਹੋਈ ਹੈ। ਹਾਂ, ਦੂਜੀ ਪੀੜ੍ਹੀ ਇਹਦੇ 'ਤੇ ਹੁਣ ਹੌਲੀ ਹੌਲੀ ਪਕੜ ਕਰੇਗੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ। ਅਤੇ ਇਸ਼ੂ ਟਫ ਸੀ ਗੈਂਗ ਲਾਈਫ ਦਾ, ਉਹਦੇ 'ਤੇ ਤੁਹਾਡੀ ਮੈਂ ਚਾਹੁੰਦਾ ਸੀ ਕਾਲ ਜੋ ਤੁਸੀਂ ਕਰੋ, ਪਰ ਕਈ ਵਾਰ ਅਸੀਂ ਪਕੜ ਨਹੀਂ ਹੁੰਦੀ ਕਿਸੇ ਇਸ਼ੂ ਬਾਰੇ, ਤਾਂ ਇਸ ਕਰਕੇ ਤੁਸੀਂ ਜੱਕ ਜਾਂਦੇ ਹੋ। ਪਰ ਜੱਕਣ ਦੀ ਲੋੜ ਨਹੀਂ, ਆਪਣੇ ਮਨ ਦੀ ਗੱਲ ਕਿਹਾ ਕਰੋ, ਕਿਉਂਕਿ ਉਹੋ ਜਿਹੇ ਇਸ਼ੂ ਸਾਡੇ ਲਈ ਮੇਨ ਵੱਡੇ ਇਸ਼ੂ ਨੇ। 778-222-0600 ਨੰਬਰ ਹੈ, ਔਨ 에ਅਰ sherepunjabradio.ca ਵੈਬਸਾਈਟ ਹੈ, ਅਤੇ ਐਪ ਤੁਹਾਡੇ ਲਈ ਬਹੁਤ ਜਲਦੀ ਰੈਡੀ ਹੋ ਜਾਣਾ ਹੈ, ਬਹੁਤ ਜਲਦੀ, ਕਿਉਂਕਿ 15 ਦਿਨ ਪਹਿਲਾਂ ਸਟੂਡੀਓ ਸ਼ੁਰੂ ਕਰਨਾ ਪਿਆ ਵੀ ਲੋਕਤੰਤਰੀ ਹਿੱਸਾ ਚੋਣਾਂ ਦੇ ਵਿੱਚ ਅਸੀਂ ਪਾਈਏ। ਆਉਣ ਵਾਲੇ ਦਿਨਾਂ ਦੇ ਵਿੱਚ 20-22 ਦਿਨ ਰਹਿ ਗਏ, ਸੱਦਿਆ ਕਰਾਂਗੇ, ਸਾਰੇ ਅਲੱਗ-ਅਲੱਗ ਉਮੀਦਵਾਰ ਆਇਆ ਕਰਨਗੇ, ਡਿਬੇਟ ਹੋਇਆ ਕਰੂਗੀ, ਦੋਨਾਂ ਨੂੰ ਬਿਠਾ ਕੇ ਸਵਾਲ ਪੁੱਛੇ ਜਾਇਆ ਕਰਨਗੇ, ਅਤੇ ਸਮੇਂ ਦੇ ਨਾਲ। ਸੋ ਇਹ ਪ੍ਰੈਕਟਿਸ ਜਿਹੜੀ ਸ਼ੁਰੂ ਹੋਏਗੀ। ਅਖੀਰ ਦੇ ਵਿੱਚ ਅਮਰਿੰਦਰ ਗਿੱਲ ਦਾ ਇੱਕ ਗੀਤ ਤੁਹਾਡੇ ਲਈ ਛੱਡ ਕੇ ਚੱਲੇ ਹਾਂ, ਅਤੇ ਕੱਲ੍ਹ ਨੂੰ ਸ਼ੁੱਕਰਵਾਰ ਹੈ, ਕੱਲ੍ਹ ਨੂੰ ਹਲਕੀ ਫੁਲਕੀ ਗੱਲ ਹਰਜੀਤ ਗਿੱਲ ਸ਼ੋਅ ਦੇ ਵਿੱਚ 9 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ ਜ਼ਿੰਦਾਬਾਦ।